सूबा है समनगान, ओदी राजधानी है समनगान दी हैबक। जिस तरह ना सुनिया हो कि कुतुबुद्दीन ऐबक जिन्होंने कुतुब मीनार हिंदुस्तान दे बनाया सी, सो उस शहर दे असी रहने वाले। जदों तालिबान आ गए ते हालात होर भी खराब होंदी गई, उस करके फिर उत्थे जो लोग भी रहंदे सन वो अफगानिस्तान छोड़ के बाहर चले गए। लड़का ते लड़की जदों कॉलेज जांदे सन इकट्ठे पढ़दे सन, को एजुकेशन सी जेड़ी यूनिवर्सिटी उत्थे सी, सब तो वधिया काबुल यूनिवर्सिटी जिथे कि को एजुकेशन। उस समय लोग हैरान सन कि एक इस्लामी मुल्क दे विचकार भी इस सारा कुछ हो रहा है और बहुत वधिया जा रहा सी। ते गवर्नमेंट वालों भी जिथे कि वो मुसलमानां नूं स्कॉलरशिप देंदे सन, वो साडे हिंदू सिखां नूं भी शुरू तो ही भावें अमरीका हुंदा सी या जर्मनी या लंडन, जिथे भी स्कॉलरशिप अगर मिलती सी वो जिथे मुसलमानां नूं देंदे सन, साडे हिंदू ते सिखां नूं भी नाल। कई लोग साडे हिंदू सिख गए ने, डॉक्टर बने ने, इंजीनियर बने ने। 1960 तो लैके 80 तक जे असीं काउंट करिए, साडे भी तकरीबन 20-25 डॉक्टर, इंजीनियर, आर्कीटैक्ट, टीचर उत्थे सन। सारे रल मिल के मुसलमानां नाल इकट्ठे पढ़दे होंदे सन और वधिया बहुत एक वधिया माहौल सी। लोग मेले भी जांदे सन। एक माहौल सी जो पता नहीं क्यों कदों आएगा। एक ख्वाब गुजरिया साढ़े कोलों कि वो ख्वाब पता नहीं दोबारा असीं देख सकांगे या नहीं देख सकांगे। वाहिगुरु जी का खालसा, वाहिगुरु जी की फतेह। तुसीं देख रहे हो पंजाबी विरासत यूएसए चैनल। मैं हां चरणजीत कौर यूके तो। ਅਸੀਂ ਹਮੇਸ਼ਾ ਇੱਕ ਨਵੇਂ ਗੈਸਟ, ਨਵੇਂ ਮਹਿਮਾਨ ਨੂੰ ਆਪ ਜੀ ਦੇ ਰੂਬਰੂ ਕਰਾਉਂਦੇ ਹਾਂ, ਉਹਨਾਂ ਦੀਆਂ ਪਿਆਰੀਆਂ ਮਿੱਠੀਆਂ ਗੱਲਾਂ ਦੇ ਨਾਲ ਤੁਹਾਨੂੰ ਸਾਂਝ ਪਾਉਂਦੇ ਹਾਂ। ਇਸ ਵਾਰੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਕੋਲ ਜੁੜ ਚੁੱਕੇ ਹਨ ਅਫਗਾਨਿਸਤਾਨ ਦੇ ਇੱਕ ਨਿਵਾਸੀ, ਜੋ ਕਿ ਅਫਗਾਨਿਸਤਾਨ ਵਿੱਚ ਬੜੇ ਚਿਰ ਲੰਮਾ ਸਮਾਂ ਉਹਨਾਂ ਨੇ ਅਫਗਾਨਿਸਤਾਨ ਵਿੱਚ ਬਤੀਤ ਕੀਤੇ, ਹੱਡ ਬੀਤੀਆਂ ਆਪਣੇ ਤੇ ਹੰਡਾਈਆਂ ਹੈਗੀਆਂ ਨੇ। ਉੱਥੋਂ ਦੇ ਰਹਿਣ ਦੇ ਨਾਲ ਜਿਹੜੇ ਹਾਲਾਤ ਉੱਥੇ ਹੋਏ ਸਨ, ਉਹ ਉਹਨਾਂ ਨੇ ਆਪਣੇ ਪਿੰਡੇ ਤੇ ਹੰਡਾਏ ਹਨ। ਤੇ ਅੱਜ ਦੀ ਗੱਲ ਕਰੀਏ ਕਿ ਅੱਜ ਇਹ ਗੁਰਸਿੱਖ ਅਮਰੀਕਾ ਦੀ ਧਰਤੀ ਤੇ ਰਹਿ ਰਹੇ ਹਨ ਤੇ ਉਸ ਪੁਰਾਣੀਆਂ ਯਾਦਾਂ ਨੂੰ ਸਾਂਭ ਸਮੇਟ ਕੇ ਇਹਨਾਂ ਨੇ ਅੱਜ ਬੜੀ ਵੱਡੀ ਵਡਮੁੱਲੀ ਮਾਰੀਬਾਜ਼ੀ ਨੂੰ ਜਿੱਤਿਆ ਹੈਗਾ, ਜਿਹਦੇ ਵਿੱਚ ਇਹ ਕਿਹਾ ਜਾਂਦਾ ਕਿ ਅਫਗਾਨਿਸਤਾਨ ਵਿੱਚ ਬਹੁਤ ਕੁਛ ਹੁੰਦਾ ਸੀਗਾ, ਪਰ ਅਫਗਾਨਿਸਤਾਨ ਵਿੱਚ ਕਈ ਵਾਰੀ ਲੇਖਕ ਲਿਖਾਰੀ ਬਹੁਤ ਘੱਟ ਹੁੰਦੇ ਨੇ। ਜੇ ਦੇਖਿਆ ਜਾਏ ਤਾਂ ਗਿਣਤੀ ਮਿਣਤੀ ਦੇ ਉਂਗਲੀਆਂ ਤੇ ਹੀ ਗਿਣਨ ਵਾਲੇ ਲਿਖਾਰੀ ਰਾਈਟਰਸ ਹੀ ਬੜੇ ਨੇ। ਜੇ ਇੱਕ ਸਿਰਮੌਰ ਹਸਤੀ ਜਿਹਦਾ ਅਸੀਂ ਆਉਣ ਵਾਲੇ ਪ੍ਰੋਗਰਾਮ 'ਚ ਅੱਗੇ ਜ਼ਿਕਰ ਵੀ ਜ਼ਰੂਰ ਕਰਾਂਗੇ, ਜੋ ਬਣੇ ਸਨ ਗਜ਼ਨੀ ਦੇ ਰਹਿਣ ਵਾਲੇ। ਸੋ ਮੇਰਾ ਇਸ਼ਾਰੇ ਨਾਲ ਤੁਸੀਂ ਸਮਝ ਗਏ ਹੋ ਕਿ ਸਿਰਮੌਰ ਲੇਖਕ ਲਿਖਾਰੀ ਕੌਣ ਸਨ। ਤੇ ਉਸ ਤੋਂ ਬਾਅਦ ਅਫਗਾਨਿਸਤਾਨ ਦੇ ਵਿੱਚ ਕੁਝ ਇਹੋ ਜਿਹੀਆਂ ਹਾਲਾਤ ਹੋਏ ਕਿ ਪੜ੍ਹਨ ਲਿਖਣ ਤੱਕ ਕੁਛ ਸੀਮਤ ਹੀ ਰਹਿ ਗਿਆ ਸੀ। ਜਿਵੇਂ ਬਾਕੀ ਸ਼ਹਿਰਾਂ ਵਿੱਚ ਲਿਖਾਰੀ ਜ਼ਿਆਦਾ ਹੋਣ ਕਰਕੇ ਸਾਡੇ ਕੋਲ ਇਤਿਹਾਸ ਕਾਫੀ ਸਾਂਭਿਆ ਹੋਇਆ, ਪਰ ਅਫਗਾਨਿਸਤਾਨ ਦੇ ਵਿੱਚ ਕੁਛ ਗਿਣਤੀਆਂ ਮਿਣਤੀਆਂ ਦੇ ਜੋ ਲੇਖਕ ਲਿਖਾਰੀ ਸਨ ਉਹ ਹੈਗੇ ਨੇ। ਤੇ ਉਹਨਾਂ ਵਿੱਚੋਂ ਸਾਡੇ ਕੋਲ ਅੱਜ ਹੀ ਬੜੇ ਸਤਿਕਾਰਯੋਗ, ਮੈਂ ਬੜੀ ਮਾਣ ਦੇ ਨਾਲ ਇਹਨਾਂ ਨੂੰ ਸਤਿਕਾਰ ਦੇਵਾਂਗੀ, ਪੰਜਾਬੀ ਵਿਰਾਸਤ ਵੱਲੋਂ ਵੀ ਤੇ ਆਪਣੇ ਵੱਲੋਂ ਵੀ। ਸੋ ਬੜੇ ਹੀ ਉੱਚ ਲਿਖਾਰੀ ਹਰਚਰਨ ਸਿੰਘ ਜੀ ਗੁਲਾਟੀ ਮੁਸਾਫਿਰ ਜਿਹਨੂੰ ਕਿਹਾ ਜਾਂਦਾ, ਜਿਨ੍ਹਾਂ ਨੇ ਅਫਗਾਨਿਸਤਾਨ ਦੇ ਉੱਪਰ ਬੜੀ ਵਧੀਆ ਕਿਤਾਬ ਲਿਖੀ ਹੈ, ਅਫਗਾਨ ਸਿੱਖ ਅਤੇ ਅਫਗਾਨਿਸਤਾਨ। ਤੇ ਇਹਨਾਂ ਨੇ ਪੂਰੇ ਅਫਗਾਨਿਸਤਾਨ ਨੂੰ ਇੱਕ ਕਿਤਾਬ ਦੇ ਵਿੱਚ ਸਮੇਟ ਕੇ ਤੇ ਉਹਨੂੰ ਆਪਣੇ ਅੱਖਰਾਂ ਦੀ ਮਾਲਾ ਵਿੱਚ ਪਰੋ ਕੇ ਤੇ ਸਮੁੱਚੀਆਂ ਸੰਗਤਾਂ ਦੇ ਸਨਮੁਖ ਰੱਖ ਕੇ ਇਹਨਾਂ ਨੇ ਰਿਲੀਜ਼ ਕੀਤੀ ਹੈ। ਸੋ ਇਹਨਾਂ ਦੇ ਬਾਰੇ ਥੋੜ੍ਹੀ ਜਿਹੀ ਬਾਤ ਗੱਲ ਕੀਤੀ ਤੇ ਬਾਕੀ ਗੱਲਾਂ ਆਪਾਂ ਇਹਨਾਂ ਪਾਸੋਂ ਹੀ ਜਾਣਨਾ ਚਾਹਾਂਗੇ ਕਿ ਅਫਗਾਨਿਸਤਾਨ ਵਿੱਚ ਇਹ ਕਿੱਥੇ ਇਹਨਾਂ ਦਾ ਜੰਮਪਲ ਹੋਇਆ ਤੇ ਸਟੱਡੀ ਕਿਵੇਂ ਕੀਤੀ, ਤੇ ਸਾਰੀਆਂ ਗੱਲਾਂ ਆਪਾਂ ਇਹਨਾਂ ਤੋਂ ਜਾਣਨਾ ਚਾਹਾਂਗੇ। ਤੇ ਸੋ ਤੁਸੀਂ ਸਾਡੇ ਨਾਲ ਜੁੜੇ ਰਹੋ, ਪ੍ਰੋਗਰਾਮ ਦੇਖੋ। ਆਓ ਆਪਾਂ ਸਾਰੇ ਰਲ ਮਿਲ ਕੇ ਸਰਦਾਰ ਹਰਚਰਨ ਸਿੰਘ ਗੁਲਾਟੀ ਮੁਸਾਫਿਰ ਜੀ ਨੂੰ ਫਤਿਹ ਬੁਲਾਈਏ। ਹਾਂਜੀ ਸਰਦਾਰ ਹਰਚਰਨ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ, ਖਾਸ ਕਰਕੇ ਪੰਜਾਬੀ ਵਿਰਾਸਤ USA UK ਦਾ, ਜਿਨ੍ਹਾਂ ਨੇ ਕਿ ਅੱਜ ਸਮਾਂ ਕੱਢ ਕੇ ਤੇ ਮੈਨੂੰ ਜਿਹੜੀ ਬੁੱਕ ਮੈਂ ਲਿਖੀ ਹੈ ਅਫਗਾਨਿਸਤਾਨ ਦੇ ਉੱਤੇ, ਅਫਗਾਨ ਸਿੱਖ ਅਤੇ ਅਫਗਾਨਿਸਤਾਨ ਦੇ ਇਤਿਹਾਸ ਬਾਰੇ, ਜੋ ਮੈਂ ਭਾਵੇਂ ਮੈਂ ਕੋਈ ਲਿਖਾਰੀ ਨਹੀਂ ਹਾਂ,
ਪਰ ਜੋ ਵੀ ਮੇਰੇ ਕੋਲ ਹੋ ਸਕਿਆ ਮੈਂ ਕਲਮਬੰਦ ਕੀਤਾ ਹੈ। ਸੋ ਆਪ ਜੀ ਨੇ ਮੈਨੂੰ ਬੁਲਾਇਆ ਤੇ ਇੰਟਰਵਿਊ ਵਾਸਤੇ, ਤੇ ਮੈਂ ਬਹੁਤ ਧੰਨਵਾਦ ਕਰਦਾ, ਖਾਸ ਕਰਕੇ ਤੁਹਾਡੀ ਭੈਣ ਜੀ ਉਹਨਾਂ ਦਾ, ਅਤੇ ਨਾਲ ਹੀ ਜੋ ਪੰਜਾਬੀ ਵਿਰਾਸਤ USA UK ਉਹਨਾਂ ਦਾ, ਜੋ ਮੈਨੂੰ ਬੁਲਾ ਕੇ ਇੰਟਰਵਿਊ ਅੱਜ ਲੈ ਰਹੇ ਨੇ। ਧੰਨਵਾਦ। ਮੈਂ ਹਰਚਰਨ ਸਿੰਘ ਗੁਲਾਟੀ, ਜਿੱਥੇ ਕਿ ਮੇਰੇ ਪਿਤਾ ਜੀ, ਮੇਰੇ ਦਾਦਾ ਜੀ ਪੈਦਾਇਸ਼ ਹੋਈ ਅਫਗਾਨਿਸਤਾਨ ਦੇ ਉੱਤਰ, ਜੋ ਇੱਕ ਸੂਬਾ ਹੈ ਸਮਨਗਾਨ, ਉਹਦੀ ਰਾਜਧਾਨੀ ਹੈ ਸਮਨਗਾਨ ਦੀ ਹੈਬਕ। ਜਿਸ ਤਰ੍ਹਾਂ ਨਾਂ ਸੁਣਿਆ ਹੋਇਆ ਕਿ ਕੁਤਬੁੱਦੀਨ ਹੈਬਕ, ਜਿਨ੍ਹਾਂ ਨੇ ਕੁਤਬੇ ਮੀਨਾਰ ਹਿੰਦੁਸਤਾਨ ਦੇ ਵਿੱਚ ਬਣਾਇਆ ਸੀ। ਸੋ ਉਸ ਸ਼ਹਿਰ ਦੇ ਅਸੀਂ ਰਹਿਣ ਵਾਲੇ, ਮੇਰੇ ਦਾਦਾ, ਮੇਰਾ ਪੜਦਾਦਾ, ਕਈ ਪੁਸ਼ਤਾਂ ਤੋਂ ਅਸੀਂ ਉੱਥੇ ਰਹਿ ਰਹੇ ਸੀ। ਲੇਕਿਨ ਤਕਰੀਬਨ 70-80 ਸਾਲ ਪਹਿਲੇ, ਜੋ ਜਿਸ ਤਰ੍ਹਾਂ ਕਿ ਹਾਲਾਤ ਅੱਜ ਅਫਗਾਨਿਸਤਾਨ ਹੈ, ਇੱਕ ਵਾਰੀ ਪਹਿਲਾਂ ਵੀ ਹੋਇਆ ਸੀ ਬੱਚੇ ਸਗੋਂ ਵੇਲੇ, ਤੇ ਉਸ ਸਮੇਂ ਵੀ ਸਾਡੇ ਜਿਹੜੇ ਬਜ਼ੁਰਗ ਸਨ, ਮੇਰੇ ਪਿਤਾ ਜੀ ਭਾਵੇਂ ਛੋਟੀ ਉਮਰ ਦੇ ਸਨ, ਪਰ ਉਸ ਵੇਲੇ ਉਹ ਸਮਨਗਾਨ ਛੋੜ ਕੇ ਤੇ ਕਾਬਲ ਵਿੱਚ ਆ ਕੇ ਕਾਬਲ ਵਿੱਚ ਵਸ ਗਏ ਜੀ। ਤੇ ਉੱਥੋਂ ਫਿਰ ਅਸੀਂ ਬਚਪਨਾ ਸਾਡਾ ਉੱਥੇ ਹੀ ਸ਼ੁਰੂ ਹੋਇਆ, ਕਾਬਲ ਤੋਂ। ਮੇਰਾ ਜਨਮ ਜੋ ਹੈ ਉਹ ਕਾਬਲ ਅਫਗਾਨਿਸਤਾਨ ਸ਼ੋਰ ਬਾਜ਼ਾਰ, ਜਿੱਥੇ ਕਿ ਸਾਡੇ ਹਿੰਦੂ ਸਿੱਖ ਭਰਾ ਜਿਹੜੇ ਸਦੀਆਂ ਤੋਂ ਰਹਿ ਰਹੇ ਸਨ, ਜਿੱਥੇ ਕਿ ਇਤਿਹਾਸਕ ਗੁਰਦੁਆਰੇ 7-8 ਗੁਰਦੁਆਰੇ ਇਤਿਹਾਸਕ ਨੇ, ਉੱਥੇ ਮੇਰਾ ਜਨਮ ਹੋਇਆ ਸ਼ੋਰ ਬਾਜ਼ਾਰ ਦੇ ਵਿੱਚ। ਸੋ ਧੰਨਵਾਦ ਜੀ। ਤੁਹਾਡੀ ਮਤਲਬ ਪੜ੍ਹਾਈ ਲਿਖਾਈ ਵੀ ਫਿਰ ਕਾਬਲ ਦੇ ਵਿੱਚ ਹੀ ਹੋਈ ਹੈ? ਤੁਸੀਂ ਉੱਥੋਂ ਹੀ ਸਾਰੀ ਸਟੱਡੀ ਕੀਤੀ ਹੈ ਆਪਣੀ? ਮੈਂ ਬਚਪਨ ਤੋਂ ਮੈਨੂੰ ਇੱਕ ਤਾਂ ਮਾਤਾ ਪਿਤਾ ਵੱਲੋਂ ਵੀ ਮਤਲਬ ਸੰਸਕਾਰ ਦਿੱਤੇ ਗਏ ਸੀ ਕਿ ਅਸੀਂ ਪਹਿਲੇ ਗੁਰਬਾਣੀ ਵਗੈਰਾ ਵੱਲ ਧਿਆਨ ਦੇਈਏ, ਗੁਰਦੁਆਰੇ ਸਵੇਰੇ ਸਵੇਰੇ ਜਾਣਾ। ਤੇ ਛੋਟੀ ਉਮਰ ਵਿੱਚ ਇੱਥੇ ਭਾਈ ਭਗਤ ਸਿੰਘ ਜੀ, ਮਾਸਟਰ ਭਗਤ ਸਿੰਘ ਜੀ ਹੁੰਦੇ ਸਨ, ਜਿਨ੍ਹਾਂ ਕੋਲੋਂ ਅਸੀਂ ਪੰਜਾਬੀ ਪੜ੍ਹਾਈ ਕੀਤੀ, ਨਾਲ ਇਤਿਹਾਸ, ਗੁਰ ਇਤਿਹਾਸ ਤੇ ਨਾਲ ਗੁਰਬਾਣੀ ਦੀ ਪੜ੍ਹਾਈ ਜੋ ਹੈ ਉਹਨਾਂ ਕੋਲੋਂ। ਤੇ ਮੁੱਢਲੀ ਪੜ੍ਹਾਈ ਜਿਹੜੀ ਸਰਕਾਰੀ ਸਕੂਲ ਨੇ, ਜਿਨ੍ਹਾਂ ਨੂੰ ਕਿ ਅਸੀਂ ਮਕਤਬ ਕਹਿੰਦੇ ਹਾਂ, 6ਵੀਂ ਤੱਕ ਅਸੀਂ ਮਕਤਬ ਬੈਕੀ ਕਹਿੰਦੇ ਨੇ, ਜਿੱਥੇ ਸਾਰੇ ਤਕਰੀਬਨ ਉਸ ਸਕੂਲ ਦੇ ਵਿਚਕਾਰ ਜਾਂ ਉਸ ਮਕਤਬ ਦੇ ਵਿਚਕਾਰ 40% ਸਾਡੇ ਹਿੰਦੂ ਸਿੱਖ ਹੁੰਦੇ ਸਨ, ਬਾਕੀ 60 ਸਾਡੇ ਮੁਸਲਮਾਨ ਭਰਾ ਹੁੰਦੇ ਸਨ। ਸੋ 6ਵੀਂ ਤੱਕ ਅਸੀਂ ਉੱਥੇ ਪੜ੍ਹਾਈ ਕੀਤੀ। ਤੇ ਉਸ ਤੋਂ ਬਾਅਦ ਫਿਰ ਅਫਗਾਨਿਸਤਾਨ ਜਾਂ ਕਾਬਲ ਦਾ ਜੋ ਸਭ ਤੋਂ ਨਾਮਵਰ ਸਕੂਲ ਹੈ, ਜਿਹਦੇ 'ਚ ਕਿ ਉੱਥੋਂ ਦੇ ਰਾਜਿਆਂ ਦੇ ਲੜਕੇ ਜਾਂ ਵਜ਼ੀਰਾਂ ਦੇ ਲੜਕੇ ਪੜ੍ਹਦੇ ਸਨ, ਅਬੀਬੀ ਹਾਈ ਸਕੂਲ, ਜੋ ਅਬੀਬੁੱਲਾ ਖਾਨ, ਅਮਰੁੱਲਾ ਖਾਨ ਦੇ ਪਿਓ ਨੇ ਬਣਵਾਈ ਸੀ, ਤੇ ਉਹ ਤਕਰੀਬਨ ਅਮਰੀਕਾ ਦੀ ਮਦਦ ਨਾਲ ਚੱਲ ਰਿਹਾ ਸੀ। ਤੇ 6ਵੀਂ ਤੋਂ ਲੈ ਕੇ 12ਵੀਂ ਤੱਕ ਮੈਂ ਉੱਥੇ ਪੜ੍ਹਾਈ ਕੀਤੀ। ਉਸ ਤੋਂ ਬਾਅਦ ਮੈਂ ਜਿਹੜਾ ਕਾਲਜ ਹੈ, ਉਹ ਮੈਨੂੰ ਸ਼ੌਕ ਸੀ ਚੰਡੀਗੜ੍ਹ ਜਾਣ ਦਾ, ਤੇ ਚੰਡੀਗੜ੍ਹ ਗੁਰੂ ਗੋਬਿੰਦ ਸਿੰਘ ਕਾਲਜ, ਉੱਥੇ ਮੈਂ ਜਿਹੜੀ ਐਜੂਕੇਸ਼ਨ ਆਪਣੀ ਉੱਥੇ ਤਕਮੀਲ ਕੀਤੀ, ਜਿਹਦੇ 'ਚ ਮੈਨੂੰ ਪੰਜਾਬੀ ਸਿੱਖਣ ਦਾ, ਗੁਰਬਾਣੀ ਸਿੱਖਣ ਦਾ, ਤੇ ਜੋ ਵੀ ਸ਼ੌਕ ਸੀ ਮੇਰੇ ਥੋੜ੍ਹੇ ਬਹੁਤ ਉੱਥੇ ਪੂਰੇ ਹੋ ਗਏ। ਸੋ ਉੱਥੋਂ ਹੀ ਮੈਨੂੰ ਇੱਕ ਸ਼ੌਕ ਮਿਲਿਆ ਕਿ ਜਦੋਂ ਮੈਂ ਉੱਥੇ ਪੜ੍ਹਦਾ ਸੀ, ਤੇ ਜਿਹੜੇ ਮੇਰੇ ਨਾਲ ਸਟੂਡੈਂਟ ਸਨ, ਤਕਰੀਬਨ 120 ਸਟੂਡੈਂਟਸ ਫਾਰਨਰ ਸੀ ਮੇਰੇ ਨਾਲ, ਕੋਈ ਸ੍ਰੀਲੰਕਾ ਤੋਂ, ਕੋਈ ਨੇਪਾਲ ਤੋਂ, ਕੁਵੈਤ ਤੋਂ, ਕਈ ਜਗ੍ਹਾ ਤੋਂ ਉੱਥੇ ਨਾਲ ਮੇਰੇ ਪੜ੍ਹਦੇ ਸਨ। ਉਹ ਇਹ ਕੁਐਸਚਨ ਕਰਦੇ ਸਨ, ਉਹ ਜਦੋਂ ਹੈਰਾਨ ਹੁੰਦੇ ਸਨ ਕਿ ਅਫਗਾਨਿਸਤਾਨ ਦੇ ਵਿਚਕਾਰ ਵੀ ਸਿੱਖ ਵਸਦੇ ਨੇ, ਤੇ ਮੈਨੂੰ ਪੁੱਛਦੇ ਸਨ ਕਦੋਂ ਤੋਂ ਰਹਿ ਰਹੇ ਨੇ, ਕੀ ਹੋ ਰਿਹਾ। ਤੇ ਮੈਨੂੰ ਇੱਕ ਸ਼ੌਕ ਹੋ ਗਿਆ ਉੱਥੋਂ ਹੀ ਤੋਂ ਕਿ ਮੈਂ ਹੁਣ ਜਦੋਂ ਕਾਬਲ ਵਾਪਸ ਜਾਵਾਂਗਾ, ਤੇ ਮੈਂ ਕੋਸ਼ਿਸ਼ ਕਰਾਂਗਾ ਕਿ ਅਫਗਾਨਿਸਤਾਨ ਜੋ ਸਿੱਖ ਹਿੰਦੂ ਭਰਾ ਸਾਡੇ ਵਸਦੇ ਸਨ ਸਦੀਆਂ ਤੋਂ, ਉਹਨੂੰ ਮੈਂ ਕੁਛ ਕਲਮਬੰਦ ਕਰਕੇ ਤੇ ਆਪਣੇ ਕੋਲ ਇੱਕ ਛੋਟਾ ਜਿਹਾ ਮਤਲਬ ਆਪਣੇ ਕੋਲ ਕਿਤਾਬਚਾ ਬਣਾਇਆ ਸੀ ਲਿਖਣ ਵਾਸਤੇ। ਤੇ ਉਹ ਮੈਨੂੰ ਦੁਬਾਰਾ ਹੁਣ ਜਦੋਂ ਟਾਈਮ ਮਿਲਿਆ ਇੱਥੇ, ਤੇ ਮੈਂ ਉਹਨੂੰ ਦੁਬਾਰਾ ਕਲਮਬੰਦ ਕਰਕੇ, ਤੇ ਥੋੜਾ ਬਹੁਤ ਮੇਰਾ ਜਿਹੜਾ ਕੁਛ ਚੀਜ਼ਾਂ ਉੱਥੇ ਰਹਿ ਗਈਆਂ ਸਨ, ਕੋਸ਼ਿਸ਼ ਇਹ ਸੀ ਕਿ ਮੈਂ ਵਾਪਸ ਅਫਗਾਨਿਸਤਾਨ ਜਾਵਾਂਗਾ, ਹਾਲਾਤ ਠੀਕ ਹੋਣਗੇ, ਤੇ ਉਹ ਮੈਂ ਇਸ ਬੁੱਕ ਦੇ ਵਿਚਕਾਰ ਐਂਟਰ ਕਰਾਂਗਾ। ਬਹੁਤ ਸਾਰੀਆਂ ਫੋਟੋਆਂ ਸਨ, ਜਿਸ ਤਰ੍ਹਾਂ ਮਾਸਟਰ ਤਾਰਾ ਸਿੰਘ ਜੀ, ਪੰਥ ਦੇ ਮਹਾਨ ਗੋਪਾਲ ਸਿੰਘ ਦਰਦੀ, ਜਿਨ੍ਹਾਂ ਨੇ ਕਿ ਸ੍ਰੀ ਗ੍ਰੰਥ ਸਾਹਿਬ ਟਰਾਂਸਲੇਟ ਕੀਤਾ ਸੀ, ਉਹ ਵੀ ਕਾਬਲ ਆਏ ਸਨ, ਤੇ ਉਹਨਾਂ ਦੇ ਕੁਛ ਯਾਦਗਾਰਾਂ ਫੋਟੋਆਂ ਸਨ। ਮੈਂ ਕੋਸ਼ਿਸ਼ ਕੀਤੀ ਸੀ ਕਿ ਜਦੋਂ ਜਾਵਾਂਗਾ ਤੇ ਮੈਂ ਬੁੱਕ ਵਿੱਚ ਪਾ ਸਕਾਂਗਾ, ਪਰ ਉਹ ਸਾਡੇ ਕੋਲੋਂ ਨਹੀਂ ਹੋ ਸਕਿਆ ਜੀ। ਸੋ ਦੇਖੋ ਜਿਹੜੀ ਕਿ ਉੱਚ ਵਿਦਿਆ, ਮਤਲਬ ਜੇ ਅੰਦਰ ਕੁਛ ਕਰਨ ਦਾ ਜਜ਼ਬਾ ਹੋਵੇ ਤਾਂ ਬੰਦਾ 7 ਸਮੁੰਦਰ ਪਾਰ ਜਾ ਕੇ ਐਜੂਕੇਸ਼ਨ ਲੈ ਕੇ ਕੁਛ ਕਰ ਸਕਦਾ। ਸੋ ਗੁਰੂ ਪਾਤਸ਼ਾਹ ਨੇ ਤੁਹਾਡੇ ਕੋਲ ਵੱਡੀ ਸੇਵਾ ਲੈਣੀ ਸੀ, ਜਿਹੜੀ ਅਫਗਾਨਿਸਤਾਨ ਦੇ ਜੇ ਅੱਜ ਦੇ ਹਾਲਾਤ ਅਸੀਂ ਦੇਖੀਏ ਕਿ ਉੱਥੇ ਅੱਜ ਦੇ ਸਮੇਂ 'ਚ ਮੇਰੇ ਖਿਆਲ ਨਾਲ 5-7 ਪਰਿਵਾਰ ਜਾਂ 10 ਪਰਿਵਾਰ ਉੱਥੇ ਰਹਿ ਗਏ ਨੇ। ਇੱਕ ਸਮੇਂ ਵਿੱਚ ਅਫਗਾਨਿਸਤਾਨ ਵਿੱਚ ਕਿੰਨੇ ਕੁ ਲੋਕ ਵਸਦੇ ਸਨ, ਕੁਛ ਅੰਦਾਜ਼ਾ ਹੈ? ਕਿਉਂਕਿ ਅੱਜ ਜਦੋਂ ਦੇਖਦੇ ਤਾਂ ਸਿਰਫ
5 ਤੋਂ 10 ਜਾਂ 15 ਪਰਿਵਾਰ ਜਿਹੜੇ ਪਿੱਛੇ ਰਹਿ ਗਏ ਨੇ, ਬਾਕੀ ਸਭ ਉੱਥੋਂ ਨਿਕਲ ਚੁੱਕੇ ਨੇ। ਉਸ ਸਮੇਂ ਦੀ ਤੁਸੀਂ ਗੱਲ ਦੱਸੋ ਕਿ ਅਫਗਾਨਿਸਤਾਨ ਵਿੱਚ ਕਿੰਨੇ ਲੋਕ ਸਨ? ਜਦੋਂ 1960 ਤੋਂ ਲੈ ਕੇ 70 75 ਤੱਕ ਜੇ ਅਸੀਂ ਸਾਰੇ ਅਫਗਾਨਿਸਤਾਨ ਵਿੱਚ ਦੇਖੀਏ, ਤਕਰੀਬਨ 1 ਲੱਖ ਦੇ ਕਰੀਬ ਜਿਹੜੇ ਹਿੰਦੂ ਸਿੱਖ ਸਨ ਉਹ ਰਹਿੰਦੇ ਸਨ, ਜੋ ਕਾਬੁਲ, ਕੰਧਾਰ, ਗਜ਼ਨੀ, ਜਲਾਲਾਬਾਦ, ਪਰਵਾਨ, ਬਗਲਾਨ, ਪੁੰਦਸ, ਖੋਸਤ, ਇਹ ਕੁਝ ਸੂਬੇ ਨੇ ਜਿੱਥੇ ਕਿ ਸਾਡੀ ਅਕਸਰੀਅਤ ਲੋਕ ਉੱਥੇ ਰਹਿੰਦੇ ਸਨ। ਔਰ ਉਹਨਾਂ ਦੀ ਜਿਹੜੀ ਤਾਦਾਦ ਹੈ, ਕਾਬੁਲ ਵਿੱਚ ਤਕਰੀਬਨ ਜ਼ਿਆਦਾ ਸੀ, ਜਲਾਲਾਬਾਦ ਵਿੱਚ ਜ਼ਿਆਦਾ ਸੀ ਅਤੇ ਕੰਧਾਰ ਵਿੱਚ। ਲੇਕਿਨ ਹਾਲਾਤ ਜਦੋਂ ਖਰਾਬ ਹੁੰਦੇ ਗਏ 1900 ਤੇ 79 ਦੇ ਵਿਚਕਾਰ, ਜਦੋਂ ਕਿ ਰਸ਼ੀਆ ਅਫਗਾਨਿਸਤਾਨ ਤੇ ਹਮਲਾ ਕੀਤਾ ਜਾਂ ਆ ਗਿਆ, ਦਾਊਦ ਖਾਨ ਮਾਰਿਆ ਗਿਆ, ਤੇ ਉਸ ਤੋਂ ਬਾਅਦ ਫਿਰ ਲੋਕੀ ਨੇ ਜਾਣਾ ਸ਼ੁਰੂ ਕੀਤਾ। ਇੱਕ ਪ੍ਰੋਬਲਮ ਹੋ ਗਈ ਕਿ ਹੁਣ ਤੱਕ ਕਮਿਊਨਿਸਟ ਆ ਗਏ ਨੇ, ਤੇ ਉਸ ਦੌਰਾਨ ਦੇ ਵਿਚਕਾਰ ਤਕਰੀਬਨ 50% 55% ਲੋਕ ਨਿਕਲ ਗਏ। ਫਿਰ ਉਸ ਤੋਂ ਬਾਅਦ ਜਦੋਂ ਉੱਥੋਂ ਦੇ ਜਿਹੜੇ ਰਹਿਬਰ ਸਨ, ਜਿਸ ਤਰ੍ਹਾਂ ਕਾਰਮਲ ਸੀ ਜਾਂ ਆਪਸ ਵਿੱਚ, ਤੇ ਉਹਨਾਂ ਨੇ ਫਿਰ ਜਿਹੜੇ ਕਿ ਉੱਥੋਂ ਦੇ ਲੋਕ ਸਨ, ਕਿਉਂਕਿ ਅਫਗਾਨਿਸਤਾਨ ਵਿੱਚ 2 ਸਾਲ ਕੰਪਲਸਰੀ ਸੀ ਮਿਲਟਰੀ, ਜੋ ਮੈਂ ਵੀ 1 ਸਾਲ ਵਾਸਤੇ, ਜਿਹੜੇ ਪੜ੍ਹੇ ਲਿਖੇ ਲੋਕ ਸਨ ਉਹ 1 ਸਾਲ ਕੰਪਲਸਰੀ ਸੀ, ਅਸੀਂ ਮਿਲਟਰੀ ਵੀ ਕੀਤੀ ਹੈ। ਤੇ ਉਹਨਾਂ ਨੇ ਅਨਾਉਂਸ ਕਰਤਾ ਕਿ ਜਿਹੜੇ 18 ਸਾਲ ਤੋਂ ਲੈ ਕੇ 35 ਸਾਲ ਤੱਕ ਉਹ ਦੁਬਾਰਾ ਮਿਲਟਰੀ ਚ ਆਉਣ, ਤੇ ਜਿਹੜੇ ਅਪੋਜੀਸ਼ਨ ਉਹਨਾਂ ਲੜਾਈ ਸ਼ੁਰੂ ਕਰਨ। ਤਾਂ ਲੋਕ ਉਸ ਵੇਲੇ ਜਿਹੜੇ ਯੰਗ ਲੋਕ ਸਨ ਉਹ ਫਿਰ ਕਾਬਲ ਛੋੜ ਕੇ ਦੌੜ ਗਏ। ਇਹ ਨਹੀਂ ਕਿ ਸਿੱਖ ਹਿੰਦੂ ਗਏ ਨੇ, ਉੱਥੋਂ ਦੇ ਜਿਹੜੇ ਅਸਲੀ ਅਫਗਾਨ, ਜਿਹੜੇ ਪਠਾਨ, ਜਿਹੜੇ ਕਾਬਲ ਵਿੱਚ ਰਹਿੰਦੇ ਸਨ, ਕਾਬਲੀ ਲੋਕ, ਉਹ ਹੀ ਸਾਰਾ ਆਪਣਾ ਮੁਲਕ ਛੱਡ ਕੇ ਤੇ ਬਾਹਰ ਸੈਟਲ ਹੋ ਗਏ। ਤੇ ਇਸ ਕਰਕੇ ਸਾਡੇ ਲੋਕ ਵੀ ਜਦੋਂ ਜਾਣਾ ਸ਼ੁਰੂ ਕੀਤਾ, ਫਿਰ 80 ਤੋਂ ਲੈ ਕੇ 90 ਤੱਕ ਫਿਰ ਵੀ ਹਾਲਾਤ ਅਫਗਾਨਿਸਤਾਨ ਦੇ, ਕਾਬੁਲ ਦੇ ਠੀਕ ਸਨ, ਜਲਾਲਾਬਾਦ ਦੇ ਠੀਕ ਸਨ ਥੋੜੇ ਬਹੁਤੇ। ਪਰ ਜਦੋਂ 89 ਵਿੱਚ ਰਸ਼ੀਆ ਨਿਕਲ ਗਿਆ ਤਾਂ ਆਪਸ ਵਿੱਚ ਸਿਵਲ ਵਾਰ ਸ਼ੁਰੂ ਹੋ ਗਈ, ਤੇ ਸਿਵਲ ਵਾਰ ਦੇ ਵਿਚਕਾਰ 89 ਤੋਂ ਲੈ ਕੇ ਤਕਰੀਬਨ 94 95 ਤੱਕ ਅਕਸਰ ਲੋਕ ਸਾਡੇ, ਜੋ ਹਿੰਦੁਸਤਾਨ ਸਰਕਾਰ ਨੇ ਵੀ ਸਾਡੇ ਨਾਲ ਬੜੀ ਹੈਲਪ ਕੀਤੀ, ਮਦਦ ਕੀਤੀ, ਤੇ ਉਹ ਫਿਰ ਜਿਹਨਾਂ ਕੋਲ ਪਾਸਪੋਰਟ ਸੀ ਜਾਂ ਨਹੀਂ ਸੀ, ਵੀਜ਼ਾ ਲੈ ਕੇ, ਤੇ ਉਹ ਇੰਡੀਆ ਚਲੇ ਗਏ। ਤੇ ਇੰਡੀਆ ਚ ਕੁਝ ਲੰਦਨ ਗਏ, ਤੇ ਕੁਝ ਦੂਸਰੇ ਮੁਲਕਾਂ ਚ ਜਿਨ੍ਹਾਂ ਨੇ ਘਰ ਮਾਰ ਲੈ ਕੇ ਤੇ ਉੱਥੇ ਜ਼ਿੰਦਗੀ ਆੜੀ ਸ਼ੁਰੂ ਕਰਤੀ। ਅਸੀਂ ਵੀ ਤਕਰੀਬਨ 2000 ਦੇ ਵਿਚਕਾਰ ਇੱਥੇ ਅਮਰੀਕਾ ਚ ਆ ਕੇ, ਜਿੱਥੇ ਪਹਿਲੇ ਵੀ 30-35 ਫੈਮਲੀਆਂ ਰਹਿੰਦੀਆਂ ਸਨ, ਇੱਥੇ ਅਸੀਂ ਸੇਵਾ ਕੀਤਾ। ਤੇ ਹੁਣ ਫਿਰ ਜਦੋਂ ਤਾਲਿਬਾਨ ਆ ਗਏ ਤੇ ਹਾਲਾਤ ਹੋਰ ਵੀ ਖਰਾਬ ਹੁੰਦੀ ਗਈ। ਉਸ ਕਰਕੇ ਫਿਰ ਉੱਥੇ ਜੋ ਲੋਕ ਵੀ ਰਹਿੰਦੇ ਸਨ ਉਹ ਅਫਗਾਨਿਸਤਾਨ ਛੋੜ ਕੇ ਬਾਹਰ ਚਲੇ ਗਏ। ਤੁਹਾਨੂੰ ਪਤਾ ਹੀ ਹੈ ਕਿ 2018 ਦੇ ਵਿਚਕਾਰ ਜਲਾਲਾਬਾਦ ਦੇ ਗੁਰਦੁਆਰੇ ਦੇ ਆਸ-ਪਾਸ, ਜਿੱਥੇ ਉੱਥੇ ਜਿਹੜੇ ਲੋਕ ਰਹਿੰਦੇ ਸਨ, ਜਿਹੜੇ ਸਾਡੇ ਲੀਡਰ ਸਨ, ਉਹਨਾਂ ਤੇ ਇੱਕ ਆਤੰਕਵਾਦੀ ਹਮਲਾ ਕੀਤਾ ਗਿਆ, ਉਹ ਮਾਰੇ ਗਏ ਜਿਹੜੇ ਲੀਡਰ ਸਨ। ਉਸ ਤੋਂ ਬਾਅਦ ਫਿਰ 25 ਮਾਰਚ ਨੂੰ 2020 ਨੂੰ ਗੁਰਦੁਆਰਾ ਹਰੀ ਰਾਜ ਸਾਹਿਬ ਵਿਖੇ, ਜੋ ਕਾਬਲ ਦੇ ਗੁਰਦੁਆਰਾ ਸੀ, ਉੱਥੇ ਜਿਹੜੇ ਸੇਵਾ ਵਾਸਤੇ ਗਏ ਸਨ, ਤੇ ਉੱਥੇ 25 ਲੋਕ ਮਾਰੇ ਗਏ। ਤੇ ਇਸ ਕਰਕੇ ਜੋ ਉੱਥੋਂ ਦਾ ਜਿਹੜੇ ਉੱਥੇ ਲੋਕ ਰਹਿੰਦੇ ਸਨ, ਉਹਨਾਂ ਦਾ ਦਿਲ ਟੁੱਟ ਗਿਆ, ਤੇ ਕਾਫੀ ਲੋਕ ਫਿਰ ਉੱਥੋਂ ਨਿਕਲ ਕੇ ਫਿਰ ਵੀ ਹਿੰਦੁਸਤਾਨ ਸਰਕਾਰ ਦੀ ਮਦਦ ਨਾਲ ਅਤੇ ਆਪਣੇ ਜਿਹੜੇ ਅਫਗਾਨੀ ਭਰਾ ਨੇ ਉਹਨਾਂ ਦੀ ਮਦਦ ਨਾਲ ਉਹ ਲੋਕ ਫਿਰ ਜਾ ਕੇ ਇੰਡੀਆ ਚ ਵਸ ਗਏ। ਹੁਣ ਤਕਰੀਬਨ 140 ਬੰਦਾ ਉਹ ਅਫਗਾਨਿਸਤਾਨ ਵਿੱਚ ਰਹਿ ਰਿਹਾ, 140, ਜੋ ਉੱਥੋਂ ਦੇ ਗੁਰਦੁਆਰਿਆਂ ਦੀ ਸੰਭਾਲ ਕਰ ਰਹੇ ਨੇ। ਮੰਦਰ ਆਸਮ ਆਈ ਹੈ ਤੇ ਉੱਥੇ ਰਹੇ ਨੇ ਇਸ ਟਾਈਮ ਤੇ। ਸੋ ਮੈਂ ਇੱਥੇ ਇੱਕ ਗੱਲ ਹੋਰ ਨਾਲ ਦੱਸੀ ਜਾਵਾਂਗੀ ਕਿ ਕਈ ਵਾਰੀ ਹੁੰਦਾ ਕਿ ਹਾਲਾਤਾਂ ਨੂੰ ਸਾਹਮਣੇ ਰੱਖਿਆ ਜਾਂਦਾ ਹੈ। ਅਫਗਾਨਿਸਤਾਨ ਵਿੱਚ ਜਿਹੜੇ ਲੋਕ ਵਸਦੇ ਸਨ, ਕਈ ਵਾਰੀ ਲੋਕੀ ਕਿਹਾ ਜਾਂਦਾ ਕਿ ਜੇ ਉਹ ਬਾਹਰ ਦੇ ਲੋਕ ਪਨਾਹ ਲੈ ਰਹੇ ਨੇ ਤੇ ਫਿਰ ਉਹ ਹਿੰਦੁਸਤਾਨ ਕਾਹਤੋਂ ਹੋ ਗਏ, ਕਿਉਂਕਿ ਅਫਗਾਨਿਸਤਾਨ ਤੋਂ ਨਿਕਲਣ ਦਾ ਇੱਕੋ ਹੀ ਇੱਕ ਤਰੀਕਾ, ਜਾਂ ਫਿਰ ਪਾਕਿਸਤਾਨ ਚਲੇ ਜਾਓ ਜਾਂ ਫਿਰ ਹਿੰਦੁਸਤਾਨ ਚਲੇ ਜਾਓ। ਉਸ ਤੋਂ ਬਾਅਦ ਫਿਰ ਦੂਜੇ ਮੁਲਕਾਂ ਦੇ ਵਿੱਚ ਪਨਾਹ ਮਿਲਣ ਦਾ ਇੱਕ ਜ਼ਰੀਆ ਬਣ ਜਾਂਦਾ ਹੈ, ਕਿਉਂਕਿ ਉਹ ਮੁਲਕ ਐਸਾ ਹੈਗਾ ਕਿ ਜਦੋਂ ਕੋਈ ਅਫਗਾਨੀ ਸ਼ਰਨਾਰਥੀ ਆਪਣਾ ਘਰ-ਬਾਰ, ਦੌਲਤ, ਘਰ-ਬਾਰ ਸਭ ਕੁਝ ਛੱਡ ਕੇ ਖਾਲੀ ਹੱਥ ਤੋਂ ਤੁਰਦਾ ਹੈ ਤਾਂ ਉਹਦੇ ਕੋਲ ਕੁਛ ਵੀ ਨਹੀਂ ਹੁੰਦਾ। ਤੇ ਜੇ ਹਿੰਦੁਸਤਾਨ ਦੀ ਧਰਤੀ ਤੇ ਵੀ ਚਲਾ ਜਾਂਦਾ ਹੈ ਤਾਂ ਉਹਦੀ ਕੁਛ ਕੁ ਮਹੀਨੇ ਉਹਦੀ ਮਦਦ ਕੀਤੀ ਜਾ ਸਕਦੀ ਹੈ,
ਪਰ ਜਿਹੜਾ ਕਿ ਇੱਕ ਪੂਰੀ ਉਮਰ ਦਾ ਫਲਸਫਾ ਜਿਹੜਾ ਕਿ ਉਹਨਾਂ ਨੇ ਆਪਣੀ ਦੌਲਤ ਜਾਇਦਾਦ ਅਫਗਾਨਿਸਤਾਨ 'ਚ ਬਣਾਈ ਉਸ ਮੁਕਾਮ ਤੱਕ ਨਹੀਂ ਪਹੁੰਚ ਸਕਦੇ ਨੇ। ਬੱਚਿਆਂ ਦੀ ਪੜ੍ਹਾਈ ਲਿਖਾਈ ਹਰ ਇੱਕ ਚੀਜ਼ ਨੂੰ ਦੇਖਣਾ ਪੈਂਦਾ। ਸੋ ਜਦੋਂ ਉਹ UK ਜਾਂ ਬਾਕੀ ਕੰਟਰੀ 'ਚ ਪਹੁੰਚਦੇ ਨੇ, ਉੱਥੇ ਅਸਾਈਲਮ ਲੈਂਦੇ ਨੇ, ਸੋ ਉਹ ਉਹਨਾਂ ਦਾ ਰਾਈਟਸ ਹੁੰਦਾ ਹੈਗਾ। ਸੋ ਉੱਥੇ ਉਹਨਾਂ ਨੂੰ ਆਪਣਾ ਇੱਕ ਜੀਵਨ ਬਸਰ ਕਰਨ ਵਾਸਤੇ ਇਹਨਾਂ ਰਾਹਾਂ 'ਚੋਂ ਕਠਿਨਾਈਆਂ 'ਚੋਂ ਨਿਕਲਣਾ ਪੈਂਦਾ। ਮੈਂ ਇਹਨਾਂ ਦੀ ਕਿਤਾਬ ਵੀ ਪੜ੍ਹ ਰਹੀ ਸੀ, ਕਿਤਾਬ ਵਿੱਚ ਵੀ ਕਾਫੀ ਕੁਛ ਲਿਖਿਆ ਹੋਇਆ ਸੀ। ਤੇ ਜਦੋਂ ਪਿਛਲੇ ਸਮਿਆਂ ਵਿੱਚ ਇਹੋ ਜਿਹੇ ਹਾਦਸੇ ਹੋਏ ਤੇ ਉਹਨਾਂ ਵਿੱਚ ਜਦੋਂ ਵਿਚਰਨ ਦਾ ਮੌਕਾ ਮਿਲਿਆ, ਕਈ ਅਫਗਾਨੀ ਸਿੱਖਾਂ ਨੂੰ ਦੇਖਣ ਦਾ ਮੌਕਾ ਮਿਲਿਆ ਤਾਂ ਉਹਨਾਂ ਦੇ ਮੂੰਹ ਜ਼ੁਬਾਨੀ ਸੁਣਿਆ ਕਿ ਉਹ ਕਿਹੋ ਜਿਹੇ ਹਾਲਾਤਾਂ 'ਚੋਂ ਕਿੰਨੇ ਮਹੀਨੇ ਤੇ ਕਿੰਨੇ ਸਾਲਾਂ ਤੱਕ ਪੈਦਲ ਤੁਰ ਦੀ ਯਾਤਰਾ ਕਰਦੇ ਜਾਂ ਕੋਈ ਇਹੋ ਜਿਹੀਆਂ ਕਠਿਨਾਈਆਂ ਦੇ ਨਾਲ ਉਹ ਜਾ ਕੇ ਕਿਸੇ ਮੁਕਾਮ ਤੱਕ, ਕਿਸੇ ਸ਼ਹਿਰ ਤੱਕ ਪਹੁੰਚੇ ਨੇ ਜਿੱਥੇ ਉਹਨਾਂ ਨੂੰ ਚੰਗੀ ਜ਼ਿੰਦਗੀ ਮਿਲ ਸਕਦੀ ਹੋਵੇ। ਸੋ ਮੈਂ ਹਰਚਰਨ ਸਿੰਘ ਜੀ ਨੂੰ ਪੁੱਛਣਾ ਚਾਹਾਂਗੀ ਕਿ 1960-75 ਦੇ ਜਿਹੜੇ ਹਾਲਾਤ ਅਫਗਾਨਿਸਤਾਨ ਵਿੱਚ ਸਨ ਬਰੀਫਲੀ ਜੀ, ਉਹ ਕਿਹੋ ਜਿਹੇ ਸਨ? ਉੱਥੋਂ ਉਸ ਸਮੇਂ ਦਾ ਰਹਿਣ ਸਹਿਣ ਕਿਵੇਂ ਦਾ ਸੀ ਤੇ ਅੱਜ ਦਾ ਜਿਹੜਾ ਕਿ ਬੁਰਕਾ ਪਾ ਲਓ ਤੇ ਇਹੋ ਜਿਹੀ ਜਿਹੜੀ ਹਦਾਇਤਾਂ ਨੇ, ਕਿ ਉਸ ਸਮੇਂ ਵੀ ਇਹ ਗੱਲਾਂ ਉਸ ਸਮੇਂ ਹੁੰਦੀਆਂ ਸਨ? ਦੇਖੋ, ਤੁਸੀਂ ਜੇ ਇਤਿਹਾਸ ਵੱਲ ਦੇਖੋ ਜਾਂ ਅਫਗਾਨਿਸਤਾਨ ਦੇ ਜੇ ਪੁਰਾਣੀਆਂ ਫੋਟੋਆਂ ਦੇਖ ਲਓ ਜਾਂ ਉੱਥੋਂ ਜਿੰਨੇ ਵੀ ਅਫਗਾਨੀ ਸਿੱਖ ਨੇ ਜਿਹੜੇ ਉਸ ਸਮੇਂ ਦੇ ਰਹਿੰਦੇ ਸਨ, 1960 ਤੋਂ ਲੈ ਕੇ 1980 ਤੱਕ ਸਰਕਾਰ ਵੱਲੋਂ ਵੀ ਬੜੀ ਆਜ਼ਾਦੀ ਦਿੱਤੀ ਗਈ ਸੀ। ਔਰ ਉੱਥੇ ਜਿਹੜੇ ਆਪਣੇ ਜਿਹੜੇ ਸਾਡੇ ਮੁਸਲਮਾਨ ਭਰਾ ਭੈਣਾਂ ਜਿਹੜੀਆਂ ਰਹਿੰਦੀਆਂ ਸਨ, ਉਹਨਾਂ ਦੀ ਲਾਈਫ ਜਿਹੜੀ ਹੈ ਜਿਸ ਤਰ੍ਹਾਂ ਕਿ ਅੱਜ ਕੱਲ੍ਹ ਯੂਰਪ ਵਿੱਚ ਹੈ ਉਸ ਤਰ੍ਹਾਂ ਲਾਈਫ ਉਹਨਾਂ ਦੀ ਸੀਗੀ। ਅਤੇ ਸਾਡੇ ਸਿੱਖ ਹਿੰਦੂ ਭਰਾ ਵੀ ਜਿਹੜੇ ਸਨ ਉਹਨਾਂ ਨੂੰ ਹਰ ਤਰ੍ਹਾਂ ਦੀ ਆਜ਼ਾਦੀ ਮਿਲੀ ਹੋਈ ਸੀ। ਆਪਣੇ ਸਕੂਲ ਸਨ, ਸਾਡੇ ਆਪਣੇ ਵੀ ਕੁਛ ਐਸੋਸੀਏਸ਼ਨ ਬਣੀਆਂ ਸਨ, ਜਿਸ ਤਰ੍ਹਾਂ ਅਫਗਾਨ ਸਿੱਖ ਐਸੋਸੀਏਸ਼ਨ, ਨੌਜਵਾਨ ਸਿੱਖ ਸਭਾ, ਖਾਲਸਾ ਦੀਵਾਨ ਜਲਾਲਾਬਾਦ ਅਫਗਾਨਿਸਤਾਨ, ਜਿਨ੍ਹਾਂ ਨੇ ਕਿ ਉੱਥੇ ਉਸ ਟਾਈਮ ਦੇ ਉੱਤੇ ਵੀ ਜੋ ਸਕੂਲਾਂ ਵਿੱਚ ਮਦਦ ਕਰਕੇ ਬੱਚੇ ਜਿਸ ਤਰ੍ਹਾਂ ਕਿ ਆਪਣੇ ਗੁਰਬਾਣੀ ਇਤਿਹਾਸ ਸਾਰਾ ਕੁਝ ਸਕੂਲ ਵਿੱਚ ਪੜ੍ਹਦੇ ਸਨ, ਨਾਲ ਹੀ ਉੱਥੋਂ ਦੀ ਮਕਤਬਾਂ ਵਿੱਚ ਵੀ ਜਾ ਕੇ ਆਜ਼ਾਦੀ ਤੌਰ 'ਤੇ ਮੁਸਲਮਾਨਾਂ ਨਾਲ ਬੈਠ ਕੇ ਅਸੀਂ ਪੜ੍ਹਾਈ ਕਰਦੇ ਸਾਂ। ਤੇ ਜੋ ਵੀ ਉੱਥੇ ਦੇ ਸੰਸਕਾਰ ਸਨ, ਜਿਸ ਤਰ੍ਹਾਂ ਕਿ ਇੱਕ ਮੁਸਲਮਾਨ ਵੀਰ ਨੂੰ ਦਿੱਤੇ ਗਏ ਸਨ, ਉਹ ਸਾਡੇ ਸਿੱਖਾਂ ਨੂੰ ਤੇ ਹਿੰਦੂ ਭਰਾਵਾਂ ਨੂੰ ਵੀ ਉਹਨਾਂ ਨੇ ਦਿੱਤਾ ਸੀ। ਸਾਡੇ ਗੁਰਦੁਆਰੇ ਆਜ਼ਾਦ, ਅਸੀਂ ਆਪਣੇ ਧਰਮ ਦੇ ਸਾਰੇ ਜਿਹੜੇ ਕਾਰਜ ਸਨ ਬੜੀ ਖੁਸ਼ਦਿਲੀ ਨਾਲ, ਬਹੁਤ ਹੀ ਸ਼ੌਕ ਨਾਲ, ਜਿੰਨੇ ਵੀ ਗੁਰਪੁਰਬ ਹੁੰਦੇ ਸਨ ਅਸੀਂ ਮਨਾਉਂਦੇ ਸਨ। ਵਿਸਾਖੀ ਦਾ ਮੇਲਾ, ਦੀਵਾਲੀ ਅਤੇ ਹੋਰ ਜਿਹੜੇ ਵੀ ਸਾਡੇ ਇਤਿਹਾਸਕ ਪ੍ਰੋਗਰਾਮ ਹੁੰਦੇ ਸਨ, ਅਸੀਂ ਖੁੱਲ੍ਹਦਿਲੀ ਨਾਲ ਉੱਥੇ ਮਨਾਉਂਦੇ ਹੁੰਦੇ ਸਨ। ਸੋ ਇਹੋ ਜਿਹੇ ਹਾਲਾਤ ਸਨ ਜਿੱਥੇ ਕਿ ਲੜਕਾ ਤੇ ਲੜਕੀ ਜਦੋਂ ਕਾਲਜ ਜਾਂਦੇ ਸਨ ਇਕੱਠੇ ਪੜ੍ਹਦੇ ਸਨ। ਕੋ ਐਜੂਕੇਸ਼ਨ ਸੀ ਜਿਹੜੀ ਯੂਨੀਵਰਸਿਟੀ ਉੱਥੇ ਸੀ, ਸਭ ਤੋਂ ਵਧੀਆ ਕਾਬਲ ਯੂਨੀਵਰਸਿਟੀ, ਜਿੱਥੇ ਕਿ ਕੋ ਐਜੂਕੇਸ਼ਨ। ਉਸ ਸਮੇਂ ਲੋਕ ਹੈਰਾਨ ਸਨ ਕਿ ਇੱਕ ਇਸਲਾਮੀ ਮੁਲਕ ਦੇ ਵਿਚਕਾਰ ਵੀ ਇਹ ਸਾਰਾ ਕੁਝ ਹੋ ਰਿਹਾ ਔਰ ਬਹੁਤ ਵਧੀਆ ਜਾ ਰਿਹਾ ਸੀ। ਇਹ ਹਾਲਾਤ ਸਨ 1960 ਤੋਂ ਲੈ ਕੇ ਤਕਰੀਬਨ 80 ਤੱਕ। ਲੋਕ ਵਿਆਹ ਸ਼ਾਦੀ ਬੜੀ ਖੁਸ਼ੀ ਨਾਲ ਕਰਦੇ ਹੁੰਦੇ ਸਨ ਤੇ ਸਫ਼ਰ ਬੜਾ ਅੱਛਾ, ਜਲਾਲਾਬਾਦ, ਕੰਧਾਰ, ਜਿੱਥੇ ਵੀ ਜਾਓ ਰਾਤੀ ਨਿਕਲੋ, ਪਹੁੰਚ ਜਾਣਾ, ਆ ਜਾਣਾ। ਅਤੇ ਗੌਰਮੈਂਟ ਵੱਲੋਂ ਵੀ ਜਿੱਥੇ ਕਿ ਉਹ ਮੁਸਲਮਾਨਾਂ ਨੂੰ ਸਕਾਲਰਸ਼ਿਪ ਦਿੰਦੇ ਸਨ, ਉਹ ਸਾਡੇ ਹਿੰਦੂ ਸਿੱਖਾਂ ਨੂੰ ਵੀ ਸ਼ੁਰੂ ਤੋਂ ਹੀ, ਭਾਵੇਂ ਅਮਰੀਕਾ ਹੁੰਦਾ ਸੀ ਜਾਂ ਜਰਮਨੀ ਜਾਂ ਲੰਡਨ, ਜਿੱਥੇ ਵੀ ਸਕਾਲਰਸ਼ਿਪ ਅਗਰ ਮਿਲਦੀ ਸੀ ਉਹ ਜਿੱਥੇ ਮੁਸਲਮਾਨਾਂ ਨੂੰ ਦਿੰਦੇ ਸਨ, ਸਾਡੇ ਹਿੰਦੂ ਤੇ ਅਤੇ ਸਿੱਖਾਂ ਨੂੰ ਵੀ ਨਾਲ। ਕਈ ਲੋਕ ਸਾਡੇ ਹਿੰਦੂ ਸਿੱਖ ਗਏ ਨੇ, ਡਾਕਟਰ ਬਣੇ ਨੇ, ਇੰਜੀਨੀਅਰ ਬਣੇ ਨੇ। 1960 ਤੋਂ ਲੈ ਕੇ 80 ਤੱਕ ਜੇ ਅਸੀਂ ਕਾਊਂਟ ਕਰੀਏ, ਸਾਡੇ ਵਿੱਚ ਤਕਰੀਬਨ 20-25 ਡਾਕਟਰ, ਇੰਜੀਨੀਅਰ, ਆਰਕੀਟੈਕਟ, ਟੀਚਰ ਉੱਥੇ ਸਨ। ਤੇ ਨਾਲ ਹੀ ਸਟੂਡੈਂਟ ਜਿਹੜੇ ਪੜ੍ਹਦੇ ਸਨ, ਸਾਰੇ ਰਲ ਮਿਲ ਕੇ ਮੁਸਲਮਾਨਾਂ ਨਾਲ ਇਕੱਠੇ ਪੜ੍ਹਦੇ ਹੁੰਦੇ ਸਨ। ਔਰ ਵਧੀਆ, ਬਹੁਤ ਇੱਕ ਵਧੀਆ ਮਾਹੌਲ ਸੀ। ਲੋਕ ਮੇਲੇ ਵੀ ਜਾਂਦੇ ਸਨ। ਇਹ ਇੱਕ ਮਾਹੌਲ ਸੀ ਜੋ ਪਤਾ ਨਹੀਂ ਕਿਉਂ ਕਦੋਂ ਆਏਗਾ। ਇੱਕ ख्वाब ਗੁਜ਼ਰਿਆ ਸਾਡੇ ਕੋਲੋਂ ਕਿ ਉਹ ख्वाब ਪਤਾ ਨਹੀਂ ਦੁਬਾਰਾ ਅਸੀਂ ਦੇਖ ਸਕਾਂਗੇ ਜਾਂ ਨਹੀਂ ਦੇਖ ਸਕਾਂਗੇ। ਜੀ ਬਿਲਕੁਲ, ਕਿ ਮੁਸਲਮਾਨੀ ਕੰਟਰੀ ਹੋਣ ਦੇ ਨਾਤੇ ਵੀ ਉੱਥੇ ਭਾਈ ਸਾਹਿਬ ਦਾ ਕਹਿਣਾ ਕਿ ਉੱਥੇ ਜਿਹੜੇ ਹਿਊਮਨਸ ਰਾਈਟਸ ਸਨ ਮੁਸਲਮਾਨਾਂ ਦੇ ਤੇ ਸਿੱਖ ਹਿੰਦੂ ਭਾਈਚਾਰੇ ਦੇ ਇਕੁਅਲ ਸਨ, ਉਹਨਾਂ ਨੂੰ ਇਕੁਆਲਿਟੀ ਨਾਲ ਦੇਖਿਆ ਜਾਂਦਾ ਸੀਗਾ। 1960 ਤੋਂ ਲੈ ਕੇ ਉਸ 80 ਸਾਲ ਦੇ ਜਿਹੜੇ ਦਰਮਿਆਨ ਗੱਲਬਾਤ ਇਹ ਕਰਦੇ ਪਏ ਨੇ, ਉਸ ਸਮੇਂ ਦੀ, ਕਿਉਂਕਿ ਇਹ ਛੋਟੀ ਛੋਟੀ ਝਲਕੀਆਂ ਵੀ ਜ਼ਰੂਰੀ ਹੁੰਦੀਆਂ ਨੇ। ਤੇ ਮੈਂ ਇਹਦੇ ਨਾਲ ਤੁਹਾਨੂੰ ਪੁੱਛਣਾ ਚਾਹਾਂਗੀ ਕਿ ਅਫਗਾਨਿਸਤਾਨ ਵਿੱਚ ਕੁੱਲ ਕਿੰਨੀਆਂ ਯੂਨੀਵਰਸਿਟੀਆਂ ਸਨ, ਐਜੂਕੇਸ਼ਨ ਸੈਂਟਰ ਉੱਥੇ ਬੜੇ ਹੋਏ ਸਨ ਪੂਰੇ ਕੁੱਲ ਅਫਗਾਨਿਸਤਾਨ ਦੇ ਵਿੱਚ? ਦੇਖੋ, ਕੁੱਲ ਅਫਗਾਨਿਸਤਾਨ ਵਿੱਚ ਇੱਕ ਵੱਡੀ ਜਿਹੜੀ ਯੂਨੀਵਰਸਿਟੀ ਸੀ ਉਹ ਕਾਬਲ ਯੂਨੀਵਰਸਿਟੀ, ਜੋ ਕਾਬਲ ਦੇ ਵਿਚਕਾਰ, ਤੇ ਇੱਕ ਨਨਗਰਹਾਰ ਯੂਨੀਵਰਸਿਟੀ ਸੀਗੀ ਜਿੱਥੇ ਕਿ ਤਕਰੀਬਨ ਡਾਕਟਰ ਵਗੈਰਾ ਜਿੰਨੇ ਵੀ ਸੀ ਨਨਗਰਹਾਰ ਯੂਨੀਵਰਸਿਟੀ ਚੋਂ ਫਾਰਗ ਹੁੰਦੇ ਸਨ। ਅਤੇ ਇੱਕ ਵੀ ਕੀ ਕਹਿੰਦੇ ਨੇ
ਜਿਹੜੀ ਕਿ ਖੇਤੀਬਾੜੀ ਯੂਨੀਵਰਸਿਟੀ ਕਹਿ ਦਈਏ, ਉਹਦੇ ਵਿੱਚ ਵੀ ਇਹਨਾਂ ਨੇ ਬੜਾ ਕੋਸ਼ਿਸ਼ ਇਹ ਕੀਤੀ, ਕਿਉਂਕਿ ਅਫਗਾਨਿਸਤਾਨ ਦਾ ਜਿਹੜਾ ਇਲਾਕਾ ਹੈ ਨਾ, ਉਹ ਤਕਰੀਬਨ 3 ਹਿੱਸਿਆਂ ਵਿੱਚ ਵੰਡਿਆ ਹੋਇਆ ਹੈ। ਇੱਕ ਪਹਾੜੀ ਇਲਾਕਾ, ਇੱਕ ਜੰਗਲਾਤ ਇਲਾਕਾ ਹੈ, ਇੱਕ ਵੀ ਜਿਹੜੀ ਖੇਤੀਬਾੜੀ ਵਾਲਾ ਇਲਾਕਾ ਹੈ। ਇਸ ਕਰਕੇ ਉਹਨਾਂ ਨੇ ਇਸ ਪਾਸੇ ਧਿਆਨ ਦਿੱਤਾ, ਖਾਸ ਕਰਕੇ ਜਿਹੜੀ ਮੇਨ ਹੈਗਾ ਉਹ ਕਾਬੁਲ ਯੂਨੀਵਰਸਿਟੀ ਹੈ। ਤੇ ਜਿਹੜੀ ਕਿ ਅਫਗਾਨਿਸਤਾਨ ਦੀ ਆਜ਼ਾਦੀ ਸ਼ੁਰੂ ਤੋਂ, ਜਦੋਂ ਅਮਾਨ ਅੱਲਾ ਖਾਨ, ਜਿਨ੍ਹਾਂ ਨੇ ਕਿ 1900 ਤੇ 1920 ਚ ਅੰਗਰੇਜ਼ਾਂ ਨਾਲ ਤੀਜੀ ਲੜਾਈ ਜਦੋਂ ਹੋਈ ਤੇ ਅਫਗਾਨਿਸਤਾਨ ਨੂੰ ਪੂਰਨ ਆਜ਼ਾਦੀ ਮਿਲੀ, ਉਸ ਵਿੱਚ ਵੀ ਤੇ ਉਸ ਤੋਂ ਬਾਅਦ ਐਜੂਕੇਸ਼ਨ ਜਿਹੜਾ ਹੈ ਉਹਨਾਂ ਨੇ ਕੋਸ਼ਿਸ਼ ਇਹ ਕੀਤੀ ਕਿ ਜਿਸ ਤਰ੍ਹਾਂ ਯੂਰਪ ਵਿੱਚ ਐਜੂਕੇਸ਼ਨ ਚੱਲ ਰਿਹਾ ਤਾਂ ਅਹਿਮਦ ਅੱਲਾ ਖਾਨ ਨੇ ਸ਼ੁਰੂਆਤ ਕੀਤੀ, ਲੇਕਿਨ ਹਾਲਾਤ ਇਹੋ ਜਿਹੇ ਖਰਾਬ ਹੋਏ ਕਿ 8-9 ਮਹੀਨੇ ਜੋ ਬੱਚੇ ਸਖਾਵ ਆ ਗਿਆ, ਫਿਰ ਉਹ ਰੁਕਣਾ ਪਿਆ। ਉਸ ਤੋਂ ਬਾਅਦ ਫਿਰ ਜਿਹੜਾ ਜ਼ਾਹਿਰ ਸ਼ਾਹ ਜਾਂ ਨਾਦਰ ਸ਼ਾਹ ਸੀ, 4 ਸਾਲ ਉਹਨਾਂ ਨੇ ਰਾਜ ਕੀਤਾ। ਉਸ ਤੋਂ ਬਾਅਦ ਜ਼ਾਹਿਰ ਸ਼ਾਹ ਨੇ, ਫਿਰ ਇਹਨਾਂ ਨੇ ਵੀ ਐਜੂਕੇਸ਼ਨ ਵਿੱਚ ਬੜਾ ਧਿਆਨ ਦਿੱਤਾ ਔਰ ਯੂਨੀਵਰਸਿਟੀਆਂ, ਕਾਲਜ ਵਗੈਰਾ ਸਾਰੇ ਖੋਲੇ, ਤਾਂ ਕਿ ਉੱਥੋਂ ਦੇ ਜਿਹੜੀ ਲੋਕ ਨੇ, ਜਿਹੜੇ ਕਿ ਅਨਪੜ੍ਹ ਲੋਕ ਨੇ, ਉਹਨਾਂ ਨੂੰ ਐਜੂਕੇਸ਼ਨ ਦਿਵਾ ਦਿੱਤੀ। ਔਰ ਤਕਰੀਬਨ ਅਸੀਂ ਜੋ ਦੇਖਦੇ ਹਾਂ 1960 ਤੋਂ ਲੈ ਕੇ ਜਾਂ 1960 ਤੋਂ ਹੀ ਕਹਿ ਸਕਦੇ, 1960 ਤੋਂ ਲੈ ਕੇ 80 ਤੱਕ ਬਹੁਤ ਵਧੀਆ ਐਜੂਕੇਸ਼ਨ ਵੀ ਰਹੀ ਹੈ ਤੇ ਲੋਕ ਜਾਂਦੇ ਸੀ ਯੂਨੀਵਰਸਿਟੀ ਪੜ੍ਹਾਈ ਵਾਸਤੇ, ਕਈ ਡਾਕਟਰ ਨਿਕਲੇ ਨੇ। ਸੋ ਇਹ ਜਿਹੜਾ ਮਾਹੌਲ ਸੀ ਉਸ ਟਾਈਮ ਦਾ ਸੀਗਾ ਉੱਥੇ। ਸੋ ਅਸੀਂ ਹੁਣ ਵਾਪਸ ਮੁੜ ਕੇ ਆਨੇ ਕਿ ਜਿਹੜੇ ਕਿ ਉੱਥੇ ਹਿੰਦੂ ਸਿੱਖ ਭਾਈਚਾਰਾ ਰਹਿੰਦੇ ਸਨ ਅਫਗਾਨਿਸਤਾਨ ਦੇ ਵਿੱਚ, ਉੱਥੇ ਉਹਨਾਂ ਦਾ ਆਪਸੀ ਮਿਲਵਰਤਨ ਕਿਸ ਤਰ੍ਹਾਂ ਸੀ? ਤਾਂ ਜਿਹੜੇ ਹਿੰਦੂਆਂ ਦੇ ਤੇ ਸਿੱਖਾਂ ਦੇ ਕਿੰਨੇ ਕੁ ਗੁਰਦੁਆਰੇ ਹਨ ਅਫਗਾਨਿਸਤਾਨ ਦੇ ਵਿੱਚ? ਦੇਖੋ, ਅੱਜ ਤੋਂ ਜੇ ਪੁਰਾਣੇ ਜ਼ਮਾਨੇ ਦੇ ਨਾਲ ਗਣੀਏ ਤਕਰੀਬਨ 63 ਗੁਰਦੁਆਰੇ, ਜੋ ਛੋਟੇ ਛੋਟੇ ਕਸਬਿਆਂ ਵਿੱਚ ਵੀ ਗੁਰਦੁਆਰੇ ਹੁੰਦੇ ਸਨ। ਲੇਕਿਨ ਜਿਹੜੇ ਇੱਕ ਬੜੀ ਵੱਡੀ ਗੱਲ, ਸਾਡੀ ਬਹੁਤ ਅੱਛੀ ਗੱਲ ਹੈ, ਇੱਕ ਮਿਸਾਲ ਹੈ ਕਿ ਅਫਗਾਨਿਸਤਾਨ ਵਿੱਚ ਹਿੰਦੂ ਸਿੱਖ ਜਿੱਥੇ ਵੀ ਰਹਿੰਦੇ ਸਨ, ਇੱਕ ਬਹੁਤ ਵਧੀਆ ਭਾਈਚਾਰਾ ਹੁੰਦਾ ਸੀ। ਜਿੱਥੇ ਮੰਦਿਰ ਜੇ ਪ੍ਰੋਗਰਾਮ ਹੁੰਦੇ ਸਨ ਤਾਂ ਉੱਥੇ ਸਿੱਖ ਪਹੁੰਚਦੇ ਸਨ। ਜੇ ਗੁਰਦੁਆਰਿਆਂ ਵੀ ਜਿਹੜੇ ਵੀ ਗੁਰਪੁਰਬ ਹੁੰਦੇ ਸਨ, ਉੱਥੇ ਸਾਡੇ ਹਿੰਦੂ ਭਰਾ ਜਾਂ ਸਹਿਜਧਾਰੀ ਸਿੱਖ ਸਾਰੇ ਪਹੁੰਚਦੇ ਹੁੰਦੇ ਸਨ। ਅਸੀਂ ਹਿੰਦੂਆਂ ਨੂੰ ਹਿੰਦੂ ਨਹੀਂ ਸੀ ਕਹਿੰਦੇ, ਬਲਕਿ ਸਿੱਖ ਸੇਵਕ ਹੀ ਕਹਿੰਦੇ ਹੁੰਦੇ ਸਾਂ। ਕੰਧਾਰ ਦੇ ਵਿੱਚ ਜ਼ਿਆਦਾ ਸਾਡੇ ਸੇਵਕ ਸਨ ਔਰ ਉੱਥੇ ਜਿਹੜਾ ਗੁਰਦੁਆਰਾ ਹੈ ਉਹਨੂੰ ਧਰਮਸ਼ਾਲ, ਵੱਡੀ ਧਰਮਸ਼ਾਲ, ਛੋਟੀ ਧਰਮਸ਼ਾਲ ਦੇ ਨਾਂ ਤੇ ਯਾਦ ਕਰਦੇ ਸਨ। ਔਰ ਕੰਧਾਰੀ ਬਰਾਦਰੀ ਜਿਹੜੀ ਸਾਡੀ ਹੈ, ਉਹ ਸ਼ੁਰੂ ਤੋਂ ਐਜੂਕੇਸ਼ਨ ਵੱਲ ਬੜਾ ਧਿਆਨ ਦਿੱਤਾ ਉਹਨਾਂ ਨੇ। ਔਰ ਉਹਨਾਂ ਨੇ ਜਿਹੜਾ ਸਕੂਲ ਖੋਲ੍ਹਿਆ ਸੀ ਕੰਧਾਰ ਦੇ ਵਿਚਕਾਰ, ਉਹ ਇੰਨਾ ਵਧੀਆ ਸੀ ਕਿ ਜਿਹੜੇ ਗੌਰਮੈਂਟ ਸਕੂਲ ਨਾਲੋਂ ਵੀ ਉੱਥੋਂ ਦੀ ਪੜ੍ਹਾਈ, ਐਜੂਕੇਸ਼ਨ ਬਹੁਤ ਵਧੀਆ ਹੁੰਦੀ ਸੀ। ਤੇ ਇਸੇ ਤਰ੍ਹਾਂ ਜਲਾਲਾਬਾਦ ਦੇ ਵਿਚਕਾਰ ਵੀ ਸਾਡੇ ਇਕੱਠੇ ਜਿਹੜੇ ਹਿੰਦੂ ਅਤੇ ਸਿੱਖ ਭਰਾ ਇਕੱਠੇ ਰਹਿੰਦੇ ਸਨ। ਉੱਥੇ ਇੱਕ ਵਿਸਾਖੀ ਦਾ ਮੇਲਾ ਹੁੰਦਾ ਸੀ ਸੁਲਤਾਨਪੁਰ ਦੇ ਵਿਚਕਾਰ, ਜਿੱਥੇ ਗੁਰੂ ਨਾਨਕ ਸਾਹਿਬ ਜੀ ਦਾ। ਗੱਲਬਾਤ ਤੁਹਾਡੇ ਕੋਲ ਆਉਣਾ ਸੀਗਾ। ਅੱਛਾ, ਮੈਂ ਥੋੜਾ ਜਿਹਾ ਵੀ ਨਾਲ ਦੱਸ ਦਿਆਂ। ਤੇ ਕਾਬਲ ਦੇ ਵਿਚਕਾਰ ਜਾਂ ਖੁੰਦਸ ਦੇ ਵਿਚਕਾਰ ਵੀ ਜਿਹੜੇ ਸਾਡੇ ਭਾਈ ਭਰਾ ਰਹਿੰਦੇ ਸਨ, ਤੇ ਗੁਰਦੁਆਰਿਆਂ ਦੇ ਵਿਚਕਾਰ ਸਾਰੇ ਪ੍ਰੋਗਰਾਮ ਇਕੱਠੇ ਹੁੰਦੇ ਸਨ। ਔਰ ਅਫਗਾਨਿਸਤਾਨ ਕਾਬਲ ਦੇ ਵਿਚਕਾਰ ਤਕਰੀਬਨ 11 ਗੁਰਦੁਆਰੇ ਨੇ ਔਰ ਜਲਾਲਾਬਾਦ ਦੇ ਵਿਚਕਾਰ 3 ਗੁਰਦੁਆਰੇ ਨੇ, ਗਜ਼ਨੀ ਦੇ ਵਿਚਕਾਰ ਵੀ 3 ਗੁਰਦੁਆਰੇ ਨੇ। ਇਤਿਹਾਸਕ ਐਸੇ ਨੇ, ਜਿਸ ਤਰ੍ਹਾਂ ਭਾਈ ਨੰਦ ਲਾਲ ਜੀ ਦਾ ਗੁਰਦੁਆਰਾ ਇੱਕ ਇਤਿਹਾਸਕ ਹੈ, ਭਾਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਕੋਟਲਾ ਸਾਹਿਬ ਹੈ ਉੱਥੇ, ਉਹ ਵੀ ਇਤਿਹਾਸਕ ਗੁਰਦੁਆਰਾ ਹੈ। ਕੰਧਾਰ ਦੇ ਵਿਚਕਾਰ ਇਤਿਹਾਸਕ ਗੁਰਦੁਆਰੇ ਨੇ ਜਿੱਥੇ ਗੁਰੂ ਨਾਨਕ ਸਾਹਿਬ ਆਪ ਜੀ ਗਏ ਸਨ। ਬਾਬਾ ਸ੍ਰੀ ਚੰਦ ਜੀ ਉੱਥੇ ਕੰਧਾਰ ਵਿੱਚ ਕਾਫੀ ਟਾਈਮ ਰਹੇ ਨੇ, ਉਹਨਾਂ ਦੇ ਨਾਂ ਤੇ ਧਰਮਸ਼ਾਲਾ ਬਣੀ ਹੋਈ ਹੈ। ਔਰ ਕਾਬਲ ਦੇ ਵਿਚਕਾਰ ਤੁਹਾਨੂੰ ਦੱਸਿਆ 11 ਗੁਰਦੁਆਰੇ ਨੇ, ਜਿਹਦੇ ਚੋਂ 7-8 ਜਿਹੜੇ ਇਤਿਹਾਸਕ ਗੁਰਦੁਆਰੇ ਨੇ। ਤੇ ਗੁਰੂ ਨਾਨਕ ਦਾ ਗੁਰਦੁਆਰਾ ਜਿਹੜਾ ਇਤਿਹਾਸਕ ਹੈ ਜਲਾਲਾਬਾਦ ਦੇ ਵਿਚਕਾਰ ਹੈ। ਤੇ ਹੋਰ ਵੀ ਬਾਬਾ ਕਲੂਕਾ ਸਾਹਿਬ, ਜਿੱਥੇ ਗੁਰੂ ਨਾਨਕ ਸਾਹਿਬ ਗਏ ਨੇ, ਭਾਵੇਂ ਗੁਰਦੁਆਰਾ ਨਹੀਂ ਹੈ ਉੱਥੇ, ਲੇਕਿਨ ਇੱਕ ਇਤਿਹਾਸਕ ਯਾਦਗਾਰ ਹੈ ਗੁਰੂ ਨਾਨਕ ਸਾਹਿਬ ਜਿੱਥੇ ਗਏ ਨੇ। ਤੇ ਇਹ ਯਾਦਗਾਰਾਂ ਹੁਣ ਵੀ ਮੌਜੂਦ ਨੇ। ਤੇ ਸਾਡੇ ਭਾਈਚਾਰੇ ਜਿਹੜੇ ਖਾਸ ਕਰਕੇ ਮੈਂ ਇਹੀ ਕਹਾਂ ਕਿ ਇੱਕ ਵੱਡੀ ਮਿਸਾਲ ਹੈ, ਜਿੱਥੇ ਕਿ ਹਿੰਦੂ ਸੇਵਕ, ਸਿੱਖ ਸਾਰੇ ਇਕੱਠੇ ਰਲ ਕੇ ਤੇ ਗੁਰੂ ਨਾਨਕ ਜੀ ਦੇ ਨਾਮ, ਗੁਰੂ ਨਾਨਕ ਨਾਮ ਲੇਵਾ ਜਿਹੜੇ ਹਨ, ਬਹੁਤ ਹੀ ਸ਼ਰਧਾ ਪੂਰਵਕ ਇਕੱਠੇ ਰਹਿੰਦੇ ਸਨ, ਸਮਾਜਿਕ ਤੌਰ ਤੇ ਵੀ ਅਤੇ ਧਾਰਮਿਕ ਤੌਰ ਤੇ ਵੀ ਸਾਰੇ ਇਕੱਠੇ ਹੁੰਦੇ ਸਨ। ਸੋ ਜਿਸ ਤਰ੍ਹਾਂ ਕਿਤਾਬ ਦੇ ਵਿੱਚ ਲਿਖਿਆ ਕਿ ਹਿੰਦੂਆਂ ਦਾ ਕੋਈ ਇੱਕ ਮੰਦਿਰ ਵੀ ਆ, ਆਸਾ ਮਾਈ ਮੰਦਿਰ, ਉਸ ਦੇ ਬਾਰੇ ਥੋੜਾ ਜਿਹਾ ਵੀ ਰੋਸ਼ਨੀ ਪਾ ਦਿਓ। ਅਫਗਾਨਿਸਤਾਨ ਵਿੱਚ ਜਿਹੜਾ ਇਤਿਹਾਸਕ ਜਗ੍ਹਾ ਜਿਹੜੀ ਦੇਖੀਏ ਪੁਰਾਣਾ, ਤਕਰੀਬਨ 5-7-10,000 ਸਾਲ ਪੁਰਾਣਾ, ਜੋ ਹਿੰਦੂਆਂ ਦੇ ਜਿਹੜੇ ਪੁਰਾਤਨ ਸਮੇਂ ਦੇ, ਕਿਉਂਕਿ ਮੈਂ ਸ਼ਾਇਦ ਜ਼ਿਕਰ ਕੀਤਾ ਵਾਲੀ ਕਿਤਾਬ ਵਿੱਚ ਕਰਕੇ
ਰਿਗਵੇਦਾ ਦੀ ਜਿਹੜੀ ਉਹ ਵੀ ਬੁੱਕ ਜਿਹੜੀ ਉਹ ਹੈ ਉਹ ਵੀ ਅਫਗਾਨਿਸਤਾਨ ਵਿੱਚ ਲਿਖੀ ਗਈ ਸੀ, ਜਿਹੜਾ ਕਿ ਹਿੰਦੂਆਂ ਦਾ ਇੱਕ ਗ੍ਰੰਥ ਹੈ ਨਾ ਰਿਗਵੇਦ, ਕਹਿੰਦੇ ਨੇ ਕਿ ਉਹ ਵੀ ਅਫਗਾਨਿਸਤਾਨ ਵਿੱਚ ਸ਼ੁਰੂ ਤੋਂ ਲਿਖਿਆ ਗਿਆ ਸੀ। ਸੋ ਇਸ ਤੋਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਇੱਥੇ ਪੁਰਾਤਨ ਤੌਰ ਤੇ ਇਹ ਹਿੰਦੂ ਇਹਦਾ ਬਹੁਤ ਵਸੇਬਾ ਸੀ। ਫਿਰ ਬੁੱਧਿਸਟ ਲੋਕ ਉੱਥੇ ਆ ਗਏ, ਫਿਰ ਦੁਬਾਰਾ ਹਿੰਦੂ ਧਰਮ ਸੀਗਾ ਤੇ ਬਾਅਦ ਵਿੱਚ ਇਸਲਾਮ ਆ ਗਿਆ। ਤੇ ਅਸਮਾਈ ਮੰਦਿਰ ਜਿਹੜਾ ਇਹ ਤਕਰੀਬਨ ਜਿਸ ਤਰ੍ਹਾਂ ਕਿ ਹਿਸਟਰੀ ਦੱਸੀ ਕਿ 5000 ਸਾਲ ਪੁਰਾਣਾ ਇਹ ਅਸਮਾਈ ਇੱਕ ਪਹਾੜ ਹੈ, ਉਹ ਪਹਾੜ ਦੇ ਉੱਤੇ ਗੁਰਦੁਆਰਾ ਬਣਿਆ ਹੈ ਉਸ ਕਿਨਾਰੇ ਦੇ ਉੱਤੇ। ਔਰ ਜਦੋਂ ਗੁਰੂ ਨਾਨਕ ਸਾਹਿਬ ਵੀ ਜਦੋਂ ਆਏ ਸੀ, ਇਸੇ ਅਸਮਾਈ ਮੰਦਿਰ ਦੇ ਨਾਲ ਹੀ ਤਕਰੀਬਨ ਥੋੜੀ ਜਿਹੀ ਵਿੱਥ ਦੇ ਉੱਤੇ ਇੱਕ ਮਸਜਿਦ ਹੈ, ਜੋ ਮਸਜਿਦ ਦੇ ਫੁੱਲੇ ਸ਼ਾਹ ਸ਼ਮਸ਼ੇਰਾ ਕਹਿੰਦੇ ਨੇ। ਉਸ ਦੇ ਵਿਚਕਾਰ ਗੁਰੂ ਨਾਨਕ ਸਾਹਿਬ ਜੀ ਆਏ ਸਨ। ਤੇ ਜਿਹੜਾ ਇਤਿਹਾਸ ਹੈ ਉਹ ਬਾਅਦ ਵਿੱਚ ਫਿਰ ਮੈਂ ਤੁਹਾਨੂੰ ਦੱਸਾਂਗਾ, ਮੈਂ ਬੁੱਕ ਵਿੱਚ ਵੀ ਜ਼ਿਕਰ ਕੀਤਾ ਔਰ ਉਸ ਮਸਜਿਦ ਦੀ ਫੋਟੋ ਵੀ ਦਿੱਤੀ ਹੋਈ ਹੈ ਕਿ ਉੱਥੇ ਗੁਰੂ ਨਾਨਕ ਸਾਹਿਬ ਜੀ ਆਏ ਸਨ, ਜਿੱਥੇ ਉੱਥੋਂ ਦੇ ਮੁੱਲੇ ਨਾਲ ਉਹਨਾਂ ਦੀ ਮੁਲਾਕਾਤ ਹੋਈ ਸੀ। ਜੀ ਸੋ ਤੇ ਮਤਲਬ ਕਿ ਗੁਰਦੁਆਰੇ ਵਿੱਚ ਜਿਹੜਾ ਅਫਗਾਨਿਸਤਾਨ ਕਾਬਲ ਦੇ ਵਿੱਚ ਜਿੰਨੇ ਗੁਰਦੁਆਰੇ ਨੇ, ਉਹਨਾਂ ਗੁਰਦੁਆਰਿਆਂ ਦੀ ਇੱਕ ਗੁਰੂ ਹਰੇ ਸਾਹਿਬ ਜੀ ਦਾ ਗੁਰਦੁਆਰਾ ਜਿਸ ਦੇ ਪਿੱਛੇ ਅਟੈਕ ਹੋਇਆ ਆ, ਹਾਂਜੀ, ਹੋਰ ਕਿਹੜੇ ਕਿਹੜੇ ਗੁਰਦੁਆਰੇ ਨੇ, ਥੋੜੇ ਉਹਨਾਂ ਦੇ ਬਾਰੇ ਵੀ ਬਰੀਫਲੀ ਦੇਖੋ। ਕਾਬਲ ਦੇ ਵਿਚਕਾਰ ਜਿਸ ਤਰ੍ਹਾਂ ਕਿ ਤੁਸੀਂ ਅਸਮਾਈ ਮੰਦਿਰ ਦਾ ਪੁੱਛਿਆ, ਇੱਕ ਅਸਮਾਈ ਮੰਦਿਰ, ਇੱਕ ਦਰਗਾਹ ਪੀਰ ਰਤਨਾਥ ਹੈ, ਜਿਹੜਾ ਪੀਰ ਰਤਨਾਥ ਤਕਰੀਬਨ 700-800 ਸਾਲ ਪੁਰਾਣਾ ਗੁਰਦੁਆਰਾ ਬਣਿਆ ਹੈ, ਜੋ ਨੇਪਾਲ ਤੋਂ ਆਏ ਸਨ। ਤੇ ਉਸ ਟਾਈਮ ਦੇ ਉੱਤੇ ਉਹਨਾਂ ਦੇ ਨਾਂ ਦੇ ਉੱਤੇ ਇੱਕ ਦਰਗਾਹ ਪੀਰ ਰਤਨਾਥ ਹੈ, ਜਿੱਥੇ ਕਿ ਕੋਈ ਵੀ ਪਰਚਾਉਣੀ ਹੁੰਦੀ ਸਨ, ਹਿੰਦੂ ਸਾਡੇ ਧਰਮ ਉੱਥੇ ਹੀ ਕਰਦੇ ਸਨ। ਇੱਕ ਠਾਕੁਰ ਦੁਆਰਾ ਹੈ। ਇਹ ਤਿੰਨ ਜਿਹੜੇ ਨੇ ਨਾ ਇਤਿਹਾਸਕ ਉਹਨਾਂ ਦੇ ਅਸਥਾਨ ਨੇ ਕਾਬਲ ਦੇ ਵਿਚਕਾਰ। ਹੋਰ ਵੀ ਛੋਟੇ ਮੋਟੇ ਬਹੁਤ ਨੇ, ਪਰ ਇਹ ਤਿੰਨ ਜੋ ਹੈ ਮੇਨ ਨੇ। ਔਰ ਸਿੱਖਾਂ ਦੇ ਜਿਹੜੇ ਇਤਿਹਾਸਕ ਗੁਰਦੁਆਰੇ ਨੇ, ਇੱਕ ਗੁਰੂ ਹਰਰਾਏ ਸਾਹਿਬ ਜੀ, ਜਿੱਥੇ ਕਿ ਭਾਈ ਗੋਂਦਾ ਜੀ ਨੇ ਸ੍ਰੀ ਗੁਰੂ ਹਰਰਾਏ ਸਾਹਿਬ ਜੀ ਦੇ ਦਰਸ਼ਨ ਕੀਤੇ ਸੀ। ਇੱਕ ਗੁਰੂ ਨਾਨਕ ਦਾ ਗੁਰਦੁਆਰਾ, ਜਿੱਥੇ ਗੁਰੂ ਨਾਨਕ ਸਾਹਿਬ ਆਏ ਸੀ। ਪਹਿਲਾ ਗੁਰਦੁਆਰਾ ਅਫਗਾਨਿਸਤਾਨ ਦੇ ਵਿਚਕਾਰ ਜੋ ਪਹਿਲੀ ਧਰਮਸ਼ਾਲਾ ਹੈ, ਉਹ ਗੁਰੂ ਨਾਨਕ ਦੇ ਸਮੇਂ ਤੇ ਬਣੀ ਸੀ, ਜਿਸ ਤਰ੍ਹਾਂ ਭਾਈ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਨੇ ਵੀ ਆਪਣੀ ਬੁੱਕ ਵਿੱਚ ਜ਼ਿਕਰ ਕੀਤਾ ਕਿ ਪਹਿਲੀ ਧਰਮਸ਼ਾਲਾ ਜੋ ਹੈ ਉਹ ਕਾਬਲ ਵਿੱਚ ਬਣੀ ਸੀ। ਉਹ ਪੰਜ ਚੌਕ ਜਿੱਥੇ ਠਾਕੁਰ ਦੁਆਰਾ ਉਹਦੇ ਸਾਹਮਣੇ ਹੀ ਗੁਰਦੁਆਰਾ ਸੀ। ਲੇਕਿਨ ਜਦੋਂ 1950 ਦੇ ਵਿਚਕਾਰ ਸ਼ਹਿਰ ਵੱਡਾ ਹੋ ਰਿਹਾ, ਸੜਕਾਂ ਵੱਡੀਆਂ ਬਣੀਆਂ ਸਨ, ਤਾਂ ਉਹ ਗੁਰਦੁਆਰਾ ਸੜਕ ਕੇ ਚਲਾ ਗਿਆ। ਉਹ ਜਗ੍ਹਾ ਭਾਵੇਂ ਮੌਜੂਦ ਹੈ, ਉਹ ਮੁਸਲਮਾਨ ਕੋਲੇ, ਉਹ ਕਹਿੰਦਾ ਸੀ ਆਓ ਜਦੋਂ ਵੀ ਤੁਸੀਂ ਚਾਹੁੰਦੇ ਹੋ। ਫਿਰ ਹਾਲਾਤ ਹੈ ਅਸੀਂ ਜਦੋਂ ਮਨ ਬਣਾਇਆ ਕਿ ਉੱਥੇ ਦੁਬਾਰਾ ਅਸੀਂ ਗੁਰਦੁਆਰਾ ਜਗ੍ਹਾ ਖਰੀਦ ਕੇ ਗੁਰਦੁਆਰਾ ਲੈਣੇ, ਲੇਕਿਨ ਹਾਲਾਤ ਅਫਗਾਨਿਸਤਾਨ ਦੇ ਐਸੇ ਹੋ ਗਏ ਕਿ ਅਸੀਂ ਉੱਥੇ ਉਹ ਕੰਮ ਪੂਰਾ ਸਾਡਾ ਨਹੀਂ ਹੋ ਸਕਿਆ। ਲੇਕਿਨ ਉਹਦੀ ਯਾਦਗਾਰ ਦੇ ਵਿਚਕਾਰ ਸਾਡੇ ਅਫਗਾਨੀ ਸਿੱਖਾਂ ਨੇ ਦਿੱਲੀ ਦੇ ਵਿਚਕਾਰ ਮਨੋਹਰ ਨਗਰ ਵਿੱਚ ਗੁਰਦੁਆਰਾ ਖੋਲਿਆ, ਜਿਸ ਦਾ ਨਾਮ ਗੁਰੂ ਨਾਨਕ ਦਰਬਾਰ ਰੱਖਿਆ। ਲੰਡਨ ਦੇ ਵਿਚਕਾਰ ਜਿਹੜਾ ਗੁਰਦੁਆਰਾ ਅਫਗਾਨੀ ਸਿੱਖਾਂ ਨੇ ਖੋਲਿਆ, ਉਹਦਾ ਨਾਮ ਵੀ ਗੁਰੂ ਨਾਨਕ ਦਰਬਾਰ ਰੱਖਿਆ। ਔਰ ਇੱਥੇ ਐਕਸਵਿਲ ਵਿੱਚ ਹੀ ਨਿਊਯਾਰਕ ਦੇ ਵਿਚਕਾਰ ਵੀ ਜੋ ਸਾਡੇ ਅਫਗਾਨੀ ਸਿੱਖਾਂ ਨੇ ਗੁਰਦੁਆਰਾ 2010 ਦੇ ਵਿਚਕਾਰ ਖੋਲਿਆ, ਤਾਂ ਉਸਦਾ ਨਾਮ ਵੀ ਅਫਗਾਨਿਸਤਾਨ ਦੀ ਯਾਦ ਕਰਕੇ, ਗੁਰੂ ਨਾਨਕ ਦੇ ਯਾਦਗਾਰ ਕਰਕੇ ਇਹਦਾ ਨਾਮ ਗੁਰੂ ਨਾਨਕ ਦਰਬਾਰ ਰੱਖਿਆ ਗਿਆ। ਔਰ ਇੱਕ ਹੋਰ ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ, ਜਿੱਥੇ ਕਿ ਭਾਈ ਗੁਰਦਾਸ ਜੀ ਘੋੜੇ ਖਰੀਦਣ ਗਏ ਸਨ ਕਾਬਲ ਵਿੱਚ, ਅਤੇ ਨਾਲ ਹੀ ਪ੍ਰਚਾਰ ਕੀਤਾ ਉਹਨਾਂ ਨੇ। ਉਹ ਗੁਰਦੁਆਰਾ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਂ ਤੇ ਹੈ, ਜਿਹਨੂੰ ਅੱਜ ਕੱਲ੍ਹ ਖਾਲਸੇ ਦਾ ਗੁਰਦੁਆਰਾ ਕਹਿੰਦੇ ਨੇ। ਬਾਬਾ ਸ੍ਰੀ ਚੰਦ ਦੇ ਨਾਂ ਤੇ ਉੱਥੇ ਬਾਬਾ ਸ੍ਰੀ ਚੰਦ ਜੀ ਆਪ ਕਾਬਲ ਗਏ ਸਨ, ਉਹਨਾਂ ਦੀ ਯਾਦਗਾਰ ਦੇ ਵਿੱਚ। ਮਤਲਬ ਕਿ ਜਿਹੜੇ ਅਫਗਾਨਿਸਤਾਨ ਵਿੱਚ ਸਿੱਖ ਰਹਿੰਦੇ ਨੇ, ਹੁਣ ਇਹ ਪਿਛਲੀ ਸਦੀਆਂ ਤੋਂ ਨਹੀਂ ਬਲਕਿ 1500 ਤੋਂ, ਜਿਸ ਟਾਈਮ ਗੁਰੂ ਨਾਨਕ ਪਾਤਸ਼ਾਹ ਦਾ ਅਵਤਾਰ ਧਾਰਨ ਹੋਇਆ ਸੀ, ਉਸ ਸਮੇਂ ਤੋਂ ਸਿੱਖ ਉੱਥੇ ਰਹਿੰਦੇ ਪਏ ਨੇ, ਹਿੰਦੂ ਸਿੱਖ ਭਾਈਚਾਰਾ। ਅਸਲ ਵਿੱਚ ਗੁਰੂ ਨਾਨਕ ਸਾਹਿਬ ਜਦੋਂ ਆਏ ਸੀ ਤਾਂ ਉਹ ਜਦੋਂ ਬਗਦਾਦ ਤੋਂ ਹੋ ਕੇ ਤੇ ਫਿਰ ਸ਼ਹਿਰ ਮਾਸਕੋ ਵਗੈਰਾ ਉਧਰ ਜਾ ਕੇ, ਮਾਸਕੋ ਤਾਂ ਨਹੀਂ ਕਹਿ ਸਕਦੇ ਪਰ ਜਿਹੜਾ ਅਫਗਾਨਿਸਤਾਨ ਦਾ ਉੱਤਰ ਜਿਹੜਾ ਸੀ, ਬੁਖਾਰਾ ਉੱਥੋਂ ਹੋ ਕੇ ਫਿਰ ਕਾਬਲ ਆਏ ਸਨ। ਉੱਤਰ ਵੱਲੋਂ ਹੋ ਕੇ ਕਾਬਲ ਜਦੋਂ ਆਏ ਸਨ, ਤੇ ਕਾਬਲ ਦੇ ਵਿਚਕਾਰ ਵੀ ਗੁਰਦੁਆਰਾ ਗੁਰੂ ਨਾਨਕ ਦਾ ਸਥਾਨ ਉੱਥੇ ਬਣਿਆ ਸੀ। ਤੇ ਉਸ ਟਾਈਮ ਦੇ ਉੱਤੇ ਵੀ ਉੱਥੇ ਉਸ ਵੇਲੇ ਜਿਹੜੇ ਸਾਡੇ ਗੁਰੂ ਨਾਨਕ ਨਾਮ ਲੇਵਾ ਕਈ ਸੂਫੀ ਮਤ ਦੇ ਕਈ ਅਫਗਾਨਿਸਤਾਨ ਵਿੱਚ ਰਹਿੰਦੇ ਸਨ, ਜਿਹੜੇ ਕਿ ਗੁਰੂ ਨਾਨਕ ਸਾਹਿਬ ਨਾਲ ਮੇਲ ਹੋਇਆ। ਤੇ ਉਸ ਟਾਈਮ ਤੋਂ ਹੁਣ ਤੱਕ ਵੀ ਤਕਰੀਬਨ, ਉਸ ਵੇਲੇ ਭਾਵੇਂ ਥੋੜੇ ਸਨ ਪਰ ਇਹ ਤਾਦਾਦ ਵੱਧਦੀ ਗਈ। ਤੇ ਜਦੋਂ ਰਸ਼ੀਆ ਦੇ ਵਿਚਕਾਰ ਵੀ 1917 ਚ ਇਨਕਲਾਬ ਹੋਇਆ, ਤਾਂ ਉੱਥੇ ਵੀ ਕੁਝ ਲੋਕ ਜਿਹੜੇ ਰਹਿੰਦੇ ਸਨ ਹਿੰਦੂ ਸਿੱਖ ਸ਼ਹਿਰੇ ਦੇ ਸ਼ਮੇ ਦੇ ਵਿਚਕਾਰ, ਉਹ ਛੋੜ ਕੇ ਤੇ ਉਹ ਵੀ ਕੋਈ ਮਜ਼ਾਰ ਤੇ ਕੋਈ ਕਾਬਲ ਆ ਕੇ ਵਸੇ, ਤੇ ਕੁਝ ਵੀ ਉੱਥੋਂ ਇੰਡੀਆ ਚਲੇ ਗਏ। ਤੋ ਤਕਰੀਬਨ ਜਿਹੜਾ ਇਤਿਹਾਸ ਹੈ ਉੱਥੇ ਸਿੱਖਾਂ ਦਾ, ਇਹ 550 ਸਾਲ ਪੁਰਾਣਾ
ਉੱਥੋਂ ਦੇ ਵਸਨੀਕ ਨੇ ਔਰ ਉੱਥੇ ਰਹਿੰਦੇ ਸਨ, ਜੋ ਉਸ ਤੋਂ ਪਹਿਲੇ ਬੁੱਧਿਸਟ ਸੀ ਤੇ ਨਾਲ ਹਿੰਦੂ ਧਰਮ ਉੱਥੇ ਵਸਦੇ ਸਨ। ਔਰ ਇਸੇ ਤਰ੍ਹਾਂ ਇੱਕ ਗੁਰਦੁਆਰਾ ਜੋਤੀ ਸਰੂਪ ਹੈ ਅਫਗਾਨਿਸਤਾਨ ਵਿੱਚ। ਇੱਕ ਹੋਰ ਗੁਰਦੁਆਰਾ ਜੋ ਹੈ ਭਾਈ ਮਨਸਾ ਜੀ ਦਾ, ਉਹ ਵੀ ਇਤਿਹਾਸਕ ਗੁਰਦੁਆਰਾ ਹੈ, ਜੋ ਅਨਲ ਸਿੱਖ ਸਨ ਗੁਰੂ ਅਰਜਨ ਸਾਹਿਬ ਵੇਲੇ, ਉਹਨਾਂ ਨੇ ਪ੍ਰਚਾਰ ਵਾਸਤੇ ਆਏ ਸਨ। ਬਾਬਾ ਅਲਮਸਤ ਜੀ ਜੋ ਪ੍ਰਚਾਰਕ ਸਨ, ਉਹ ਵੀ ਅਫਗਾਨਿਸਤਾਨ ਵਿੱਚ ਆਏ ਸੀ, ਉਹਨਾਂ ਦੇ ਨਾਂ ਤੇ ਇੱਕ ਇਤਿਹਾਸਕ ਗੁਰਦੁਆਰਾ ਬਣਿਆ ਹੈ ਬਾਬਾ ਅਲਮਸਤ ਦੇ ਨਾਂ ਤੇ। ਇਹ ਇਤਿਹਾਸਕ ਗੁਰਦੁਆਰੇ ਨੇ ਜੋ ਕਾਬੁਲ ਵਿੱਚ। ਲੇਕਿਨ ਸਭ ਤੋਂ ਵੱਡਾ ਗੁਰਦੁਆਰਾ ਅੱਜ ਕੱਲ੍ਹ ਜੋ ਕਹੀਏ, ਗੁਰਦੁਆਰਾ ਸਿੰਘ ਸਭਾ ਕਰਤੇ ਪ੍ਰਵਾਨ ਹੈ, ਜੋ ਨਵੀਂ ਆਬਾਦੀ 'ਚ ਤਕਰੀਬਨ 1965-66 ਵਿੱਚ ਬਣਿਆ ਸੀ, ਜੋ 500 ਸਾਲਾ ਗੁਰੂ ਨਾਨਕ ਦੇਵ ਜੀ ਦੇ ਆਗਮਨ ਦੇ ਸੰਬੰਧ ਵਿੱਚ ਗੁਰੂ ਘਰ ਬਣਿਆ ਸੀ, ਤੇ ਉਹ ਗੁਰਦੁਆਰਾ ਹੁਣ ਤੱਕ ਕਾਇਮ ਹੈ। ਉੱਥੇ ਵੀ ਜੋ ਸਿੱਖ ਰਹਿ ਰਹੇ ਨੇ, ਬਹੁਤ ਸਾਰੀ ਫੈਮਲੀਆਂ ਅੱਜ ਵੀ ਉਸ ਗੁਰਦੁਆਰੇ ਵਿੱਚ ਰਹਿ ਰਹੀਆਂ ਨੇ, ਔਰ ਉਹਦੀ ਦੇਣ ਵੱਡੀ ਹੈ ਸਿੱਖ ਇਤਿਹਾਸ ਵਾਸਤੇ। ਗੁਰੂ ਨਾਨਕ ਸਕੂਲ ਵੀ ਉੱਥੇ ਹੈ, ਖਾਲਸਾ ਸਕੂਲ ਵੀ ਹੈ। ਬਾਅਦ ਵਿੱਚ ਮੈਂ ਤੁਹਾਨੂੰ ਸਕੂਲਾਂ ਬਾਰੇ ਉਹਦੇ ਬਾਰੇ ਦੱਸਾਂਗਾ ਕਿ ਉੱਥੇ ਐਜੂਕੇਸ਼ਨ ਕਿਸ ਤਰ੍ਹਾਂ ਸ਼ੁਰੂ ਹੋਈ ਸੀ। ਸੋ ਬਿਲਕੁਲ ਜੀ, ਜਿਵੇਂ ਕਿ ਲਿਖਿਆ ਹੋਇਆ ਸੀ ਕਿ ਅਫਗਾਨਿਸਤਾਨ ਦੇ ਜੇ ਆਪਾਂ ਪਿੱਛੋਂ ਥੋੜੇ ਜਿਹੇ ਇਤਿਹਾਸ ਨੂੰ ਚਾਨਣਾ ਪਾਈਏ, ਕਹਿੰਦੇ ਨੇ ਪੁਰਾਤਨ ਜਿਹੜਾ ਕਿ ਅਫਗਾਨਿਸਤਾਨ ਦਾ ਨਾਮ ਸੀ ਪਕਤੀਕਾ ਸੀ, ਹਰਿਆਣਾ ਹੋਇਆ, ਜਿਹੜੀ ਉੱਥੋਂ ਦੀ ਹਰਿਆਣਾ ਤੋਂ ਫਿਰ ਕਹਿੰਦੇ ਖੋਰਾਸਾਨ ਹੋ ਗਿਆ। ਇਹ ਸਾਰਾ ਕੁਛ 1521 ਦੇ ਵਿੱਚ ਵੀ ਹੁੰਦਾ, ਜ਼ਿਕਰ ਹੁੰਦਾ 1521 ਵਿੱਚ, ਕਹਿੰਦੇ ਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਉੱਥੇ ਗਏ ਸਨ ਤਾਂ ਉਹਨਾਂ ਨੇ ਪੰਕਤੀ ਵੀ ਉਚਾਰਨ ਕੀਤੀ, ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ। ਤੇ ਕਹਿੰਦੇ ਉਸ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਨੇ ਇਹਦਾ ਨਾਮ ਬਦਲ ਕੇ ਅਫਗਾਨਿਸਤਾਨ ਰੱਖ ਦਿੱਤਾ। ਦੇਖੋ ਕਿਤਨੀਆਂ ਮਤਲਬ ਅਫਗਾਨਿਸਤਾਨ ਤੇ ਸ਼ੁਰੂ ਤੋਂ ਹੀ ਕੁਛ ਨਾ ਕੁਛ ਇਹਦੇ ਉੱਪਰ ਹੈਪਨਿੰਗ ਹੁੰਦਾ ਸੀ, ਕੋਈ ਨਾ ਕੋਈ ਆ ਕੇ ਰਾਜ ਕਰਦਾ ਸੀ, ਤੇ ਉੱਥੇ ਕਦੀ ਸ਼ਾਂਤੀ ਦਾ ਮਾਹੌਲ ਛਾਇਆ ਹੀ ਨਹੀਂ ਹੈ। ਤੇ ਜੇ ਕੁਛ ਸਮੇਂ ਵਿੱਚ ਜੇ ਸ਼ਾਂਤੀ ਹੋ ਜਾਂਦੀ ਹੈ, ਆਬਾਦੀ ਹੋ ਜਾਂਦੀ ਹੈ, ਫਿਰ ਉਸ ਤੋਂ ਬਾਅਦ ਜਿਸ ਤਰ੍ਹਾਂ ਭਾਈ ਸਾਹਿਬ ਜੀ ਨੇ ਗੱਲ ਕੀਤੀ 1960 ਦੀ 71 ਦੀ 80 ਤੱਕ ਦੀ ਜਿਹੜਾ ਮਾਹੌਲ ਅਫਗਾਨਿਸਤਾਨ ਦਾ ਸੀ, ਇੱਕ ਜਾਹੋ ਜਲਾਲ ਵਾਲਾ ਸੀ। ਵਿੱਚ ਆਪਾਂ ਤੁਹਾਨੂੰ ਥੋੜੇ ਜਿਹੇ ਵੀਡੀਓ ਕਲਿੱਪ ਹੀ ਦਿਖਾਵਾਂਗੇ 1960 ਦੇ 71 ਦੇ, ਤੁਸੀਂ ਦੇਖ ਕੇ ਹੈਰਾਨ ਰਹਿ ਜਾਓਗੇ ਕਿ ਅਫਗਾਨਿਸਤਾਨ ਇਸ ਤਰ੍ਹਾਂ ਵੀ ਹੋ ਸਕਦਾ ਹੈ। ਸੋ ਜਿਹੜੀਆਂ ਝਲਕੀਆਂ ਆਪਾਂ ਤੁਹਾਨੂੰ ਜ਼ਰੂਰ ਇਸ ਵੀਡੀਓ ਦੇ ਰਾਹੀਂ ਦਿਖਾਵਾਂਗੇ, ਤੁਸੀਂ ਦੇਖ ਕੇ ਆਪਣੇ ਆਪ ਹੀ ਅੰਦਾਜ਼ਾ ਲਗਾ ਲਵੋਗੇ ਕਿ ਅਫਗਾਨਿਸਤਾਨ ਕਿਹੋ ਜਿਹਾ। ਤੇ ਮੈਂ ਇੱਥੇ ਭਾਈ ਸਾਹਿਬ ਨੇ ਗੱਲ ਹੋਰ ਪੁੱਛਣਾ ਚਾਹਾਂਗੀ ਕਿ ਤੁਸੀਂ ਥੋੜਾ ਜਿਹਾ ਉੱਥੋਂ ਦੇ ਮੌਸਮ ਦੇ ਬਾਰੇ ਦੱਸੋ ਕਿ ਉੱਥੋਂ ਦਾ ਮੌਸਮ ਕਿਹੋ ਜਿਹਾ ਹੁੰਦਾ ਸੀ। ਅਫਗਾਨਿਸਤਾਨ ਜਿਸ ਤਰ੍ਹਾਂ ਕਿ ਤੁਸੀਂ ਦੱਸਿਆ, ਇਹਦਾ ਇਤਿਹਾਸ ਬਹੁਤ ਪੁਰਾਣਾ, 50,000 ਸਾਲ ਪੁਰਾਣਾ ਹੈ। ਜਿਹਦਾ ਕਿ ਨਾਂ ਤੁਸੀਂ ਦੱਸਿਆ ਬਖਦੀ ਸੀ, ਹਰਿਆਣਾ ਸੀ, ਤੇ ਨਾਲ ਪਕਤੀਆ ਸੀ, ਨਾਲ ਫਿਰ ਖੁਰਾਸਾਨ, ਤੇ ਹੁਣ ਅਫਗਾਨਿਸਤਾਨ ਦਾ ਨਾਂ ਜਿਹੜਾ ਹੈ ਉਹ ਅਹਿਮਦ ਸ਼ਾਹ ਅਬਦਾਲੀ ਨੇ 1747 ਦੇ ਵਿਚਕਾਰ, ਜਦੋਂ ਕਿ ਈਰਾਨ ਤੋਂ ਕੈਦੀ, ਜਿਹੜਾ ਈਰਾਨ ਦਾ ਨਾਦਰ ਸ਼ਾਹ ਅਫਸ਼ਾਰ ਸੀ, ਉਹ ਜਦੋਂ ਮਰ ਗਿਆ ਤੇ ਇਹਨਾਂ ਨੇ ਸੰਭਾਲੀ ਵਾਗਡੋਰ ਤੇ ਨਾਂ ਅਫਗਾਨਿਸਤਾਨ ਰੱਖਿਆ। ਅਫਗਾਨਿਸਤਾਨ ਦਾ ਮੌਸਮ ਜਿਹੜਾ ਹੈ ਬਹੁਤ ਸੋਹਣਾ, 4 ਮੌਸਮਾਂ 'ਚ ਹੈ। ਜਿਸ ਤਰ੍ਹਾਂ ਕਿ ਹਮਲ ਉੱਥੇ ਮਾਰਚ ਤੋਂ ਸ਼ੁਰੂ ਹੁੰਦਾ, ਮਾਰਚ ਅਪ੍ਰੈਲ ਮਈ, ਜਿਹੜਾ ਇਹ 3 ਮਹੀਨੇ ਜਿਹੜਾ ਸਪਰਿੰਗ ਦਾ ਕਹਿ ਸਕਦੇ ਹਾਂ। ਤੇ ਮਾਰਚ ਅਪ੍ਰੈਲ ਮਈ ਤੋਂ ਬਾਅਦ ਫਿਰ 3 ਮਹੀਨੇ ਜਿਹੜਾ ਉਹ ਗਰਮੀਆਂ ਦਾ ਮੌਸਮ ਹੈ। ਉਸ ਤੋਂ ਬਾਅਦ ਫਿਰ 3 ਮਹੀਨੇ ਦਾ ਮੌਸਮ ਜਿਹੜਾ ਖਜ਼ਾਨ ਹੈ, ਜਿਹੜਾ ਪਤਝੜ ਕਹਿੰਦੇ ਨੇ, ਉਹ ਬਹੁਤ ਵਧੀਆ ਮੌਸਮ ਹੁੰਦਾ ਹੈ। ਫਲ ਫਰੂਟ ਵਗੈਰਾ ਸਾਰਾ ਇਸੀ ਮਹੀਨੇ 'ਚ ਹੀ ਹੁੰਦਾ ਹੈ। ਲੋਕ ਵਿਆਹ ਸ਼ਾਦੀਆਂ ਵੀ ਇਸੀ ਮਹੀਨੇ 'ਚ ਕਰਦੇ ਨੇ। ਉਸ ਤੋਂ ਬਾਅਦ ਫਿਰ 3 ਮਹੀਨੇ ਹੋਰ ਨੇ, ਉਹ ਜਿਹੜੀ ਬਾਰਿਸ਼ ਤੇ ਬਰਫ਼ ਦਾ ਮੌਸਮ ਹੁੰਦਾ ਹੈ, ਜੋ ਅਫਗਾਨਿਸਤਾਨ ਵਿੱਚ ਸਭ ਤੋਂ ਬਰਫ਼ ਜੋ ਕਹਾਂ ਕਿ 5-5 ਫੁੱਟ 10-10 ਫੁੱਟ ਵੀ ਬਰਫ਼ ਹੁੰਦੀ ਹੈ। ਜੋ ਸਭ ਤੋਂ ਜਿਹੜਾ ਟੈਂਪਰੇਚਰ ਹੈ ਮਾਈਨਸ, ਉਹ ਵੀ ਅਫਗਾਨਿਸਤਾਨ ਦਾ ਇੱਕ ਨੀਮਰੋਜ਼ ਸ਼ਹਿਰ ਹੈ, ਉੱਥੇ ਹੀ ਹੁੰਦਾ ਹੈ। ਸੋ ਇਹ ਜਿਹੜੇ 4 ਮੌਸਮ ਨੇ। ਔਰ ਫਲ ਫਰੂਟ ਅਫਗਾਨਿਸਤਾਨ ਦੇ ਬਹੁਤ ਵਧੀਆ ਨੇ, ਡਰਾਈ ਫਰੂਟ ਬਹੁਤ ਵਧੀਆ ਹੈ। ਕੰਧਾਰ ਬੜਾ, ਕੰਧਾਰ ਦਾ ਅਨਾਰ ਕੰਧਾਰ ਦਾ ਜਿਹੜਾ ਹੈ ਉਹ ਬੜਾ ਫੇਮਸ ਹੈ, ਅੰਗੂਰ ਫੇਮਸ ਨੇ। ਕਿਉਂਕਿ ਸਾਰੇ ਇੱਥੇ ਗੱਲ ਕਰਦੇ ਨੇ ਕਿ ਆਬੋ ਹਵਾ ਤੇ ਫਲ ਫਰੂਟ ਅਫਗਾਨਿਸਤਾਨ ਦਾ ਬਹੁਤ ਵਧੀਆ ਹੈ। ਸੋ ਉੱਥੇ ਖੇਤੀਬਾੜੀ ਵੀ ਹੁੰਦੀ ਸੀ ਸਾਰੀ। ਮੈਂ ਪਹਿਲਾਂ ਵੀ ਤੁਹਾਨੂੰ ਜ਼ਿਕਰ ਕੀਤਾ ਕਿ ਅਫਗਾਨਿਸਤਾਨ ਵਿੱਚ ਅਫਗਾਨਿਸਤਾਨ ਨੂੰ 3 ਹਿੱਸਿਆਂ ਵਿੱਚ ਵੰਡਿਆ ਗਿਆ। ਇੱਕ ਪਹਾੜੀ ਇਲਾਕਾ ਹੈ ਜਿਹੜਾ ਕਿ ਕੋਈ ਹਿੰਦੂ ਕੁਸ਼ ਹੈ, ਉਹ ਰੀੜ ਦੀ ਹੱਡੀ ਵੀ ਕਹਿੰਦੇ ਨੇ, ਕਿ ਨਾਰਥ ਤੇ ਸਾਊਥ ਨੂੰ ਤਕਰੀਬਨ ਉਹਨੇ ਵੱਖਰਾ ਕੀਤਾ ਹੋਇਆ। ਤੇ ਇੱਕ ਪਹਾੜੀ, ਬਹੁਤ ਸਾਰੀ ਪਹਾੜੀਆਂ ਨੇ ਅਫਗਾਨਿਸਤਾਨ ਦੀਆਂ, ਉਹ ਖੁਸ਼ਕ ਪਹਾੜੀਆਂ ਨੇ। ਦੂਸਰਾ ਜੰਗਲਾਤ ਵੀ ਹੈ। ਔਰ ਤੀਸਰਾ ਜੋ ਹੈ ਉਹ ਖੇਤੀਬਾੜੀ ਹੈ, ਜਿੱਥੇ ਕਿ ਚੌਲ ਹੁੰਦੇ ਨੇ, ਕਣਕ ਹੁੰਦੀ ਹੈ, ਅਤੇ ਬਾਗਾਤ ਤਾਂ ਬਹੁਤ ਸਾਰੇ ਨੇ। ਜਿਸ ਤਰ੍ਹਾਂ ਸਾਡੇ ਹਿੰਦੂ ਸਿੱਖ ਵੀ ਉੱਥੇ ਰਹਿੰਦੇ ਸਨ, ਬੜੇ ਪੁਰਾਣੇ ਸਮੇਂ ਤੋਂ ਲੋਕਾਂ ਕੋਲ ਬਾਗਾਤ ਨੇ, ਬਾਗਾਂ ਦੇ ਵਿਚਕਾਰ ਅੰਗੂਰ ਵਗੈਰਾ, ਤੇ ਖੇਤੀਬਾੜੀ ਵੀ ਹੁੰਦੀ ਸੀ। ਇਹ ਅਫਗਾਨਿਸਤਾਨ ਦਾ ਜਿਹੜਾ ਤਕਰੀਬਨ ਖਾਸ ਕਰਕੇ ਡਰਾਈ ਫਰੂਟ ਵਿੱਚ ਅਫਗਾਨਿਸਤਾਨ ਦਾ ਨਾਂ ਹੁਣ ਤੱਕ ਵੀ ਹੈ। ਔਰ ਉਹ ਜਿਹੜਾ ਡਰਾਈ ਫਰੂਟ ਉੱਥੇ ਆਬੋ ਹਵਾ ਨਾਲ ਪੈਦਾ ਹੁੰਦਾ, ਉਹ ਸ਼ਾਇਦ ਦੁਨੀਆ 'ਚ ਕਿਧਰੇ ਵੀ ਨਾ ਹੋਵੇ।
ਬਿਲਕੁਲ ਕਿਧਰੇ ਵੀ ਨਹੀਂ ਮਿਲਦਾ ਹੋਏਗਾ, ਕਿਉਂਕਿ ਕਈ ਵਾਰੀ ਤਸਵੀਰਾਂ ਦੇਖੋ ਉੱਥੋਂ ਦੇ ਫਲ ਫਰੂਟ ਨੂੰ ਤਾਂ ਦਿਲ ਕਰਦਾ ਹੈ, ਫੋਟੋ 'ਚ ਵੀ ਬੰਦੇ ਦਾ ਮਨ ਕਰਦਾ ਕਿ ਉਹਨੂੰ ਚੱਕ ਕੇ ਤੇ ਖਾਓ, ਪਰ ਅਨਫੋਰਚੂਨਟਲੀ ਉਹ ਜਿਨ੍ਹਾਂ ਨੇ ਖਾਧਾ, ਜਿਨ੍ਹਾਂ ਨੇ ਉੱਥੋਂ ਦੇ ਫਲ ਫਰੂਟ ਦਾ ਇੰਜੋਏ ਕੀਤਾ ਹੈਗਾ, ਜਿਹੜੇ ਰਾਗੀ ਸਾਹਿਬਾਨ ਕਹਿੰਦੇ ਨੇ ਜਾਂਦੇ ਸੀ ਖਾਂਦੇ ਸੀ, ਉਹ ਕਈ ਵਾਰੀ ਦੱਸਦੇ ਹੁੰਦੇ ਨੇ ਕਿ ਵਧੀਆ ਵਾਤਾਵਰਨ ਉਹਨੂੰ ਉੱਥੋਂ ਦਾ। ਤੇ ਨਾਲ ਮੈਂ ਇੱਕ ਗੱਲ ਹੋਰ ਤੁਹਾਨੂੰ ਪੁੱਛਣਾ ਚਾਹਾਂਗੀ ਕਿ ਅਫਗਾਨਿਸਤਾਨ ਵਿੱਚ ਤੁਸੀਂ ਵਿਸਾਖੀ ਕਿਵੇਂ ਮਨਾਉਂਦੇ ਹੋ? ਹਾਂਜੀ। ਵਿਸਾਖੀ ਦਾ ਅੱਛਾ, ਹਾਂ, ਵਿਸਾਖੀ ਕਿਵੇਂ ਮਨਾਉਂਦੇ? ਅਫਗਾਨਿਸਤਾਨ ਵਿੱਚ ਇਸ ਤਰ੍ਹਾਂ ਹੈ ਕਿ ਵਿਸਾਖੀ ਦਾ ਜਿਹੜਾ ਪ੍ਰੋਗਰਾਮ ਹੈ ਸਦੀਆਂ ਤੋਂ ਤਕਰੀਬਨ 200-250 ਸਾਲ ਤੋਂ ਵਿਸਾਖੀ ਦੇ, ਖਾਸ ਕਰਕੇ ਵਿਸਾਖੀ, ਦੀਵਾਲੀ, ਜਿਹੜੇ ਕਿ ਮੇਨ ਜਿਹੜੇ ਪ੍ਰੋਗਰਾਮ ਹੁੰਦੇ ਸਨ ਉਹ ਰਲ ਮਿਲ ਕੇ ਸਾਂਝੇ ਤੌਰ ਤੇ ਮਨਾਏ ਜਾਂਦੇ ਸਨ। ਔਰ ਜਿਹੜੇ ਜਿੱਥੇ ਵੀ ਰਹਿੰਦੇ ਸਨ ਤਕਰੀਬਨ 10-12 ਸੂਬਿਆਂ ਦੇ ਵਿਚਕਾਰ ਸਿੱਖ ਕਾਫੀ ਲੋਕ ਰਹਿੰਦੇ ਸਨ ਤੇ ਗੁਰਦੁਆਰਿਆਂ ਜਾ ਕੇ ਇਹ ਮੇਲਾ ਕਰਦੇ ਹੁੰਦੇ ਸਨ। ਲੇਕਿਨ 1925 ਤੋਂ ਬਾਅਦ 1925-30 ਤੋਂ ਬਾਅਦ ਸੁਲਤਾਨਪੁਰ ਇੱਕ ਜਗ੍ਹਾ ਹੈ ਜਿੱਥੇ ਕਿ ਗੁਰੂ ਨਾਨਕ ਸਾਹਿਬ ਗਏ ਸਨ, ਚਸ਼ਮੇ ਬਾਬਾ ਨਾਨਕ ਦੇ ਨਾਂ ਤੇ, ਉਸਨੂੰ ਸੁਰਖਰੋਦ ਕਹਿੰਦੇ ਨੇ। ਸੁਰਖਰੋਦ ਇਸ ਖਾਤਰ ਕਹਿੰਦੇ ਨੇ ਕਿ ਉਹ ਜਿਹੜੀ ਉੱਥੋਂ ਦੀ ਮਿੱਟੀ ਹੈ ਨਾ ਲਾਲ ਹੈ, ਉਹ ਦਰਿਆ ਦੇ ਵਿਚਕਾਰ ਪਾਣੀ ਵੀ ਲਾਲ ਹੁੰਦਾ ਸੀ ਤੇ ਉਸ ਸ਼ਹਿਰ ਦਾ ਨਾਂ ਸੁਰਖਰੋਦ ਜਾਂ ਸੁਲਤਾਨਪੁਰ ਕਹਿੰਦੇ ਨੇ। ਸੁਲਤਾਨਪੁਰ ਦੇ ਵਿਚਕਾਰ ਜਦੋਂ ਗੁਰੂ ਨਾਨਕ ਸਾਹਿਬ ਗਏ ਸੀ ਤੇ ਉੱਥੋਂ ਦੀ ਸੰਗਤਾਂ ਨੇ, ਜਿਹੜੇ ਉੱਥੋਂ ਦੇ ਮੁਸਲਮਾਨ ਵੀ ਰਹਿੰਦੇ ਸਨ, ਪੀਰ ਫਕੀਰ ਸਮਝ ਜਾਇਆ, ਤੇ ਇਹਨਾਂ ਨੂੰ ਕਿਹਾ ਕਿ ਤੁਸੀਂ ਸਾਡੇ ਤੇ ਕਿਰਪਾ ਕਰੋ, ਸਾਨੂੰ ਪਾਣੀ। ਸੋ ਉਸ ਵੇਲੇ ਉਹਨਾਂ ਨੇ ਆਪਣੇ ਹੱਥ ਦੀ ਸੋਟੀ ਨਾਲ ਚਸ਼ਮਾ ਕੱਢਿਆ ਸੀ, ਜੋ ਹੁਣ ਤੱਕ ਉਹ ਚਸ਼ਮਾ ਬਹੁਤ ਸੋਹਣਾ ਪਾਣੀ ਉੱਥੋਂ ਨਿਕਲਦਾ, ਤੇ ਉਹ ਚਸ਼ਮੇ ਦੇ ਰਾਹੀਂ ਫਿਰ ਉੱਥੇ ਸਰੋਵਰ ਬਣਿਆ। ਸਿੱਖ ਜਿਹੜੇ ਰਹਿੰਦੇ ਸਨ ਉਹਨਾਂ ਨੇ ਇੱਕ ਗੁਰਦੁਆਰਾ ਬਣਾਇਆ, ਤੇ ਉਹ ਫਿਰ 1925 ਤੋਂ ਬਾਅਦ 30 ਤੋਂ ਬਾਅਦ 25-30 ਦੇ ਵਿੱਚ ਹੀ ਫਿਰ ਉੱਥੇ ਸੁਲਤਾਨਪੁਰ ਮੇਲਾ ਵਿਸਾਖੀ ਜਿਹੜਾ ਉੱਥੇ ਸ਼ੁਰੂ ਹੋ ਗਿਆ। ਜੋ ਉੱਥੋਂ ਦਾ ਰਾਜਾ ਸੀ ਉਹ ਆਪ ਵੀ ਉਸ ਟਾਈਮ ਦੇ ਉੱਤੇ ਉਹਨਾਂ ਨੇ ਇੱਕ ਦਿਨ ਦਾ ਲੰਗਰ ਵੀ ਦਿੱਤਾ ਤੇ ਤੁਸੀਂ ਕਰਦੇ ਰਹੋ। ਸੋ ਫਿਰ ਅਫਗਾਨਿਸਤਾਨ ਦੇ ਜਿੰਨੇ ਵੀ ਸੂਬੇ ਇਹ ਵਿਸਾਖੀ ਤੋਂ 3-4 ਦਿਨ ਪਹਿਲੇ ਸਾਰੇ ਇਕੱਠੇ ਹੋ ਕੇ ਤੇ ਉਹ ਸੁਲਤਾਨਪੁਰ ਵਿੱਚ ਪਹੁੰਚਦੇ ਸਨ। ਇੱਕ ਜਲੂਸ, ਉਸ ਵੇਲੇ ਜਲੂਸ ਕਹਿੰਦੇ ਸਨ, ਹੁਣ ਨਗਰ ਕੀਰਤਨ ਕਹਿੰਦੇ ਨੇ। ਜਲਾਲਾਬਾਦ ਤੋਂ ਲੈ ਕੇ ਸੁਲਤਾਨਪੁਰ ਜੋ 20-25 ਕਿਲੋਮੀਟਰ ਹੈ, ਇੱਥੇ ਬੜੇ ਸ਼ੌਕ ਨਾਲ, ਬੜੇ ਸ਼ਰਧਾ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ, ਪੰਜਾਂ ਪਿਆਰਿਆਂ ਦੇ ਉਸ ਨਾਲ, ਤੇ ਸਾਰੀ ਸੰਗਤ ਉੱਥੇ ਇਕੱਠਾ ਹੋ ਕੇ ਇਹ ਜਲੂਸ ਨਿਕਲਦਾ ਸੀ। ਆਸ-ਪਾਸ ਹਜ਼ਾਰਾਂ ਦੀ ਤਾਦਾਦ ਵਿੱਚ ਜਿਹੜੇ ਉੱਥੇ ਮੁਸਲਮਾਨ ਸਨ ਉਹ ਸਿਰਫ ਇਹ ਜਲੂਸ ਦੇਖਣ ਵਾਸਤੇ ਆਉਂਦੇ ਸਨ ਕਿ ਅਸੀਂ ਸਿੱਖਾਂ ਦਾ ਜਿਹੜਾ ਨਗਰ ਕੀਰਤਨ ਹੈ, ਜਲੂਸ ਹੈ, ਅਸੀਂ ਦੇਖਦੇ ਹਾਂ। ਫੁੱਲਾਂ ਦੀ ਵਰਖਾ ਹੁੰਦੀ ਸੀ ਤੇ ਟਰੱਕਾਂ ਤੇ ਪਾਰ ਕਰਕੇ ਤੇ ਸੁਲਤਾਨਪੁਰ ਪਹੁੰਚਦੇ ਸਨ। ਸੁਲਤਾਨਪੁਰ 2-4 ਕਿਲੋਮੀਟਰ ਪਹਿਲੇ ਫਿਰ ਉੱਥੋਂ ਪੈਦਲ ਹੀ ਲੋਕ ਨਿਕਲਦੇ ਤੇ ਜਾ ਕੇ ਫਿਰ ਸੁਲਤਾਨਪੁਰ ਦੇ ਵਿਚਕਾਰ ਬਹੁਤ ਵੱਡਾ ਦੀਵਾਨ ਲੱਗਦਾ ਸੀ, ਤੇ ਉਸ ਦੀਵਾਨ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਸੀ। ਨਾਲ ਕਈ ਤਰ੍ਹਾਂ ਦੇ ਸਜਾਵਟ, ਖੈਮੇ ਲੱਗਦੇ ਸਨ। ਲੋਕ ਉੱਥੇ 8 ਦਿਨ ਆਪਣੇ ਟੈਂਟ ਲਗਾਉਂਦੇ ਸਨ, ਜਿਹਨੂੰ ਅਸੀਂ ਖੈਮਾ ਕਹਿੰਦੇ ਹਾਂ। ਟੈਂਟ ਲਗਾਉਂਦੇ ਸਨ, 8 ਦਿਨ ਉੱਥੇ ਰਹਿੰਦੇ ਸਨ। 3 ਦਿਨ ਅਖੰਡ ਪਾਠ ਰੱਖ ਕੇ ਅਖੰਡ ਪਾਠ ਦਾ ਭੋਗ ਪੈਂਦਾ ਸੀ, ਤੇ ਉਸ ਤੋਂ ਬਾਅਦ ਫਿਰ ਚੌਥੇ ਦਿਨ, 5ਵੇਂ ਦਿਨ ਫਿਰ ਸ਼ਾਦੀਆਂ, ਉਹ ਜੇ ਕਹਿੰਦੇ ਝੱਟ ਮੰਗਣੀ ਪੱਟ ਵਿਆਹ। ਉੱਥੇ ਇੱਕ ਦਿਨ ਪਹਿਲੇ ਜਿਨ੍ਹਾਂ ਨੇ ਵੀ ਦੂਰ ਦੂਰ ਤੋਂ ਆਏ ਰਹੇ, ਜੇ ਆਪਸ ਵਿੱਚ ਰਿਸ਼ਤਾ ਹੋ ਜਾਂਦਾ ਫਿਰ ਰਾਤੀ ਤਕਰੀਬਨ 101 ਅਫਗਾਨੀ ਦੇ ਕੇ ਤੇ ਉੱਥੇ ਫਿਰ ਵਿਆਹ ਸ਼ਾਦੀ ਹੋ ਜਾਣਾ ਸੀ। ਉਸ ਤੋਂ ਬਾਅਦ ਜਿਹੜੀ ਝੱਟ ਮੰਗਣੀ ਤੇ ਪੱਟ ਵਿਆਹ ਹੈਗਾ, ਉੱਥੇ ਮੁੰਡਾ ਕੁੜੀ ਇੱਕ ਦੂਜੇ ਨੂੰ ਦੇਖਦੇ ਸਨ, ਗੱਲਬਾਤ ਹੁੰਦੀ ਸੀ, ਉਹਨਾਂ ਦੀ ਰਮੂਜ਼ ਜਾਣੀ ਜਾਂਦੀ ਸੀ ਜਾਂ ਨਹੀਂ? ਥੋੜੀ ਬਹੁਤੀ ਹੁੰਦੀ ਸੀ, ਪਰ ਜ਼ਿਆਦਾਤਰ ਜਿਹੜੇ ਉਹਨਾਂ ਦੇ ਮਾਂ ਪਿਓ ਦੇਖਦੇ ਸਨ ਕਿ ਪਰਿਵਾਰ ਅੱਛਾ ਹੈ, ਕੁੜੀ ਨੂੰ ਦੇਖ ਲੈਂਦੇ ਸਨ, ਲੜਕਾ ਦੇਖ ਲੈਂਦੇ ਸਨ, ਤੇ ਉਹਨਾਂ ਨੇ ਵੀ ਤਕਰੀਬਨ 16-17 ਸਾਲ ਦੀ ਉਮਰ ਵਿੱਚ ਕੁੜੀ ਦਾ ਜਾਂ ਲੜਕਿਆਂ ਦਾ ਤੇ ਆਪਸ ਵਿੱਚ ਸਾਰੇ ਮੰਨ ਜਾਂਦੇ ਸਨ। ਕੋਈ ਉਸ ਵੇਲੇ ਮਾਂ ਪਿਓ ਦੀ ਲੋਕ ਬੜੀ ਇੱਜ਼ਤ ਕਰਦੇ ਸਨ, ਤੇ ਉਹ ਫਿਰ ਉੱਥੇ ਵਿਆਹ ਹੋ ਜਾਂਦਾ ਸੀ। ਤਕਰੀਬਨ ਹਰ ਸਾਲ 100-150 ਵਿਆਹ ਉੱਥੇ, ਤਕਰੀਬਨ 200 ਦੇ ਕਰੀਬ ਵੀ ਲੋਕ ਵਿਆਹ ਕਰਕੇ। ਇੱਥੇ ਵੀ ਇੱਕ ਸਵਾਲ ਜ਼ਰੂਰ ਪੁੱਛਣਾ ਚਾਹਾਂਗੀ, ਤੁਸੀਂ ਕਹਿੰਦੇ ਹੋ ਕਿ ਉੱਥੇ 100-150 ਵਿਆਹ 3-4 ਦਿਨਾਂ ਜਾਂ 8 ਦਿਨਾਂ ਵਿੱਚ ਉੱਥੇ ਵਿਆਹ ਹੁੰਦੇ ਸਨ, ਉੱਥੇ ਇਕੱਠੇ ਹੋ ਕੇ ਮੇਲੇ ਵੀ ਹੁੰਦੇ ਸਨ, ਤੇ ਵਿਆਹ ਸਾਰਿਆਂ ਦਾ ਇੱਕੋ ਹੀ ਇਕੱਠੀਆਂ ਲਾਵਾਂ ਹੁੰਦੀਆਂ ਸਨ? ਲਾਵਾਂ ਦਾ ਸਮਾਂ ਕਿਹੜਾ ਹੁੰਦਾ ਸੀ? ਅੰਮ੍ਰਿਤ ਕਿਹੜੇ ਵੇਲੇ ਕਰਦੇ ਹੋ ਕਿ ਸਾਰੀਆਂ ਲਾਵਾਂ ਇੱਕਦਮ ਲਾੜਿਆਂ ਨੂੰ ਇਕੱਠਾ ਕਰਕੇ ਅੱਗੇ ਪਿੱਛੇ ਲਾਵਾਂ ਹੁੰਦੀਆਂ ਸਨ, ਜਾਂ ਕਿਸ ਤਰ੍ਹਾਂ? ਇਹ ਜਾਣਨਾ ਜ਼ਰੂਰ ਚਾਹੁੰਦੇ ਹਾਂ ਅਸੀਂ। ਇਹ ਵਿਆਹ ਇਸ ਤਰ੍ਹਾਂ ਹੁੰਦਾ ਸੀ ਕਿ ਜਿਹੜਾ ਦੀਵਾਨ ਹਾਲ ਹੁੰਦਾ ਸੀ, ਉੱਥੇ 2 ਦੀਵਾਨ, ਇੱਕ ਦੀਵਾਨ ਹੁੰਦਾ ਸੀ ਜਿੱਥੇ ਕਿ ਸਿੱਖ ਮਰਿਆਦਾ ਨਾਲ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੁੰਦਾ ਸੀ, ਤੇ ਇੱਕ ਹੋਰ ਮੰਡਲ ਲੱਗਦਾ ਸੀ ਜਿਹੜੇ ਸਾਡੇ ਹਿੰਦੂ ਭਰਾ ਵੀ ਸਨ, ਉਹਨਾਂ ਨੇ ਇਕੱਠੇ ਹੀ ਮੇਲਾ ਹੁੰਦਾ ਸੀ, ਇਕੱਠੇ ਹੀ ਕਰਦੇ, ਉਹਨਾਂ ਦਾ ਅਲੱਗ ਦੀਵਾਨ ਲੱਗਦਾ ਹੁੰਦਾ ਸੀ। ਸੋ ਜਦੋਂ ਵਿਆਹ ਸਾਡੇ ਹੁੰਦੇ ਸਨ ਤੇ ਲੜਕਾ ਸਰੋਵਰ ਵਿੱਚ ਨਹਾ ਕੇ ਤੇ ਲੜਕੀ ਨੂੰ ਤਿਆਰ ਕਰਕੇ ਤੇ ਦੀਵਾਨ ਹਾਲ ਵਿੱਚ ਬਿਠਾਉਂਦੇ ਸਨ। ਭਾਵੇਂ 50-60 ਇੱਕ ਰਾਤ ਵਿੱਚ ਰਾਤ ਨੂੰ ਸ਼ੁਰੂ ਹੁੰਦੀ ਸੀ 8-9 ਵਜੇ ਲਾਵਾਂ ਵਗੈਰਾ ਸਾਰੇ
ਤੇ ਉਹ ਤਰਤੀਬਵਾਰ ਬਿਠਾਉਂਦੇ ਸਨ। ਫਿਰ ਇੱਕ ਲਾਵਾਂ ਮਤਲਬ ਹਰ ਇੱਕ ਦੀਆਂ ਅਲੱਗ ਅਲੱਗ ਲਾਵਾਂ ਹੁੰਦੀਆਂ ਸਨ, ਤੇ ਇਹ ਤਕਰੀਬਨ ਸਵੇਰੇ 4-5 ਵਜੇ ਤੱਕ ਜਿੰਨੀਆਂ ਵੀ ਹੋ ਗਈਆਂ, ਭਾਵੇਂ 50 ਸੀ 60 ਸੀ, ਇੱਕ ਰਾਤ ਦੇ ਵਿਚਕਾਰ ਸਾਰੇ ਵਿਆਹ ਸ਼ਾਦੀਆਂ ਹੋ ਕੇ 4 ਲਾਵਾਂ ਹੀ ਹੁੰਦੀਆਂ ਸਨ। ਤੇ ਉਸ ਤੋਂ ਬਾਅਦ ਫਿਰ ਹੋਰ ਕੋਈ ਪ੍ਰੋਗਰਾਮ ਜਿਹੜੇ ਉਹਨਾਂ ਨੇ ਕਰਨੇ ਸੀ ਆਪਣੇ ਟੈਂਟ ਦੇ ਵਿਚਕਾਰ, ਚਾਹ ਪਾਣੀ ਜਿਹੜਾ ਆਪਣੇ ਰਿਸ਼ਤੇਦਾਰਾਂ ਨੂੰ ਵਿਆਹ ਦੇਖਦੇ ਆ, ਵਿਆਹ ਦੀਆਂ ਵੀਡੀਓ ਆਉਂਦੀਆਂ ਨੇ, ਉਹ ਲਾੜਾ ਲਾੜੀ ਨੂੰ ਇਕੱਠੇ ਬਿਠਾ ਦਿੰਦੇ ਨੇ, ਸਾਰੇ ਨੂੰ ਲਾਈਨ ਤੇ ਇੱਕੋ ਲਾਈਨ ਤੇ ਸਾਰੇ ਇਕੱਠੇ ਲਾਵਾਂ, 4 ਲਾਵਾਂ ਇਕੱਠੀਆਂ ਲਾਵਾਂ ਲੈਂਦੇ ਨੇ। ਸੋ ਇਹ ਸਵਾਲ ਮੇਰਾ ਇਹ ਸੀਗਾ ਕਿ ਉਸ ਸਮੇਂ ਵੀ ਇਸ ਤਰ੍ਹਾਂ ਹੁੰਦਾ ਸੀਗਾ ਕਿ ਸਾਰਿਆਂ ਨੂੰ ਇੱਕੋ ਹੀ ਲਾਵਾਂ ਦੇ ਪਾਠ ਦੇ ਵਿੱਚ ਸਾਰਿਆਂ ਦੇ ਇਕੱਠੇ ਲਾਵਾਂ ਹੁੰਦੀਆਂ ਸਨ? ਨਹੀਂ, ਅਲੱਗ ਹੁੰਦੀਆਂ ਸਨ, ਉਸ ਵੇਲੇ ਅਲੱਗ ਹੁੰਦੀਆਂ ਸਨ। ਇਹ ਸਿਸਟਮ ਸ਼ਾਇਦ ਮੇਰਾ ਨਾਮਧਾਰੀਆਂ ਚ ਹੈ ਕਿ ਇਕੱਠੇ ਕਰਦੇ ਨੇ, ਪਰ ਸਾਡੇ ਇੱਥੇ ਅਲੱਗ ਅਲੱਗ ਹੁੰਦੀਆਂ ਸੀ। 4 ਲਾਵਾਂ ਪੜ੍ਹਦੀਆਂ ਸੀ, ਉਸੇ ਕਰਕੇ ਟਾਈਮ ਲੱਗਦਾ ਸੀ, ਜਿਹਦੇ ਚ ਤਕਰੀਬਨ 15 ਮਿੰਟ ਜਾਂ 20 ਮਿੰਟ ਜਾਂ ਅੱਧਾ ਘੰਟਾ ਇੱਕ ਲਾਵਾਂ ਤੇ ਲੱਗਦਾ ਸੀ। ਤਾਂ ਸਵੇਰੇ 4-5 ਵਜੇ ਤੱਕ ਜਿੰਨੀਆਂ ਵੀ ਲਾਵਾਂ ਹੋ ਸਕਦੀਆਂ ਸਨ, ਇਹ ਹੋ ਜਾਂਦੇ ਸਨ। ਸੋ ਬਿਲਕੁਲ ਬੜੀ ਹੀ ਵਧੀਆ ਗੱਲਾਂ ਪਤਾ ਲੱਗਦੀਆਂ ਨੇ ਕਿ ਅਫਗਾਨਿਸਤਾਨ ਦੇ ਸਵੇਰੇ ਅੰਮ੍ਰਿਤ ਵੇਲੇ ਤੱਕ ਲਾਵਾਂ ਰਾਤ ਨੂੰ ਸ਼ੁਰੂ ਹੋ ਜਾਣੀਆਂ। ਤੇ ਦੇਖੋ ਇਹੋ ਜਿਹਾ ਜਿਹੜੇ ਪੁਰਾਣੇ ਸਮੇਂ ਸਨ, ਪੁਰਾਣੇ ਸਮਿਆਂ ਵਿੱਚ ਜ਼ਿਆਦਾ ਧੀ ਪੁੱਤਰ ਕੋਲ ਪੁੱਛਿਆ ਵੀ ਨਹੀਂ ਸੀ ਜਾਂਦਾ, ਬਸ ਚੰਗਾ ਪਰਿਵਾਰ, ਚੰਗਾ ਵਰ ਦੇਖ ਕੇ ਧੀਆਂ ਨੂੰ ਲੜ ਲਾਇਆ ਜਾਂਦਾ ਸੀਗਾ। ਅੱਜ ਸਮਾਂ ਐਡਵਾਂਸ ਹੋ ਗਿਆ, ਪਰ ਪੁਰਾਣੇ ਜੇ ਰਿਸ਼ਤੇ ਸਨ, ਬਜ਼ੁਰਗਾਂ ਕੋਲੋਂ ਸੁਣੀਏ, ਵੱਡਿਆਂ ਕੋਲੋਂ ਸੁਣੀਏ, ਉਹ ਕਹਿੰਦੇ ਨੇ ਪੁਰਾਣੇ ਸਮਿਆਂ ਵਿੱਚ ਕੋਈ ਚੀਜ਼ ਕਹਿੰਦੇ ਨੇ ਘਰ ਦੀ ਟੁੱਟ ਜਾਂਦੀ ਸੀ ਤਾਂ ਉਹਨਾਂ ਦਾ ਜਿਹੜਾ ਮਨਸੂਬਾ ਹੁੰਦਾ ਸੀਗਾ ਕਿ ਚਲੋ ਕੋਈ ਨਹੀਂ, ਸੂਈ ਧਾਗੇ ਨਾਲ ਸੀ ਲਓ, ਸੀਤਾ ਜਾਏਗਾ, ਜੋੜ ਲਓ, ਜੋੜਿਆ ਜਾਏਗਾ। ਪਰ ਅੱਜ ਦਾ ਜਿਹੜਾ ਸਮਾਂ ਹੈਗਾ ਕੁਛ ਹੋਰ ਹੀ ਹੈ, ਜੇ ਨਹੀਂ ਬਣਦੀ ਤਾਂ ਤੋੜ ਲਓ। ਸੋ ਇਹ ਫਰਕ ਹੈ। ਮੈਂ ਇੱਥੇ ਇੱਕ ਗੱਲ ਐਡ ਕਰ ਦੇਵਾਂ ਕਿ ਜਿੱਥੇ ਕਿ ਲਾਵਾਂ ਹੁੰਦੀਆਂ ਸਨ, ਫਿਰ ਤੀਜੇ ਦਿਨ ਚੌਥੇ ਦਿਨ ਫਿਰ ਉੱਥੇ ਅੰਮ੍ਰਿਤ ਸੰਚਾਰ ਵੀ ਆਉਂਦਾ ਸੀ, ਔਰ ਇਹ ਵੀ ਪ੍ਰਚਾਰ ਕੀਤਾ ਜਾਂਦਾ ਸੀ ਕਿ ਜਿਨ੍ਹਾਂ ਨੇ ਵੀ ਲਾਵਾਂ ਲਿੱਤੀਆਂ ਨੇ ਤੇ ਉਹ ਉਹਨਾਂ ਦੀ ਮਰਜ਼ੀ ਨਾਲ ਸੀ ਕਿ ਤੁਸੀਂ ਹੁਣ ਲਾਵਾਂ ਲਿੱਤੀਆਂ ਨੇ ਤੇ ਅੰਮ੍ਰਿਤ ਵੀ ਪਾਨ ਕਰ ਲਓ। ਫਿਰ ਉੱਥੇ ਵੀ ਕਈਆਂ ਨੇ ਅੰਮ੍ਰਿਤ ਛਕਦੇ ਹੁੰਦੇ ਸਨ। ਅਕਸਰ ਲੋਕ ਜਿਹੜੇ ਨੇ ਉੱਥੇ ਅੰਮ੍ਰਿਤਧਾਰੀ ਬਣ ਜਾਣੇ ਸਨ ਲਾਵਾਂ ਤੋਂ ਬਾਅਦ। ਵਿਆਹ ਜਦੋਂ ਕੀਤਾ ਤੇ ਫਿਰ ਅੰਮ੍ਰਿਤ ਨਾਲ, ਇਹ ਕੰਪਲਸਰੀ ਨਹੀਂ ਸੀ ਕਿ ਸਾਰੇ ਕਰਨ, ਪਰ ਜਿਨ੍ਹਾਂ ਨੇ ਕਰਨਾ ਸੀ ਤੇ ਇਹ ਵੀ ਇੱਕ ਰੀਤੀ ਰਿਵਾਜ ਰੱਖੀ ਹੋਈ ਸੀ ਕਿ ਜਿਸ ਦਿਨ ਮਤਲਬ ਮੇਲੇ ਤੋਂ ਪਹਿਲੇ ਇੱਕ ਦਿਨ ਪਹਿਲੇ ਅੰਮ੍ਰਿਤ ਸੰਚਾਰ ਹੁੰਦਾ ਸੀ, ਉੱਥੇ ਵੀ ਤਕਰੀਬਨ 50-60 ਪੁਰਾਣੇ ਨੇ ਅੰਮ੍ਰਿਤ ਛਕਣਾ ਹੁੰਦਾ ਸੀਗਾ। ਸੋ ਬਿਲਕੁਲ ਬਹੁਤ ਵਧੀਆ ਗੱਲ ਹੈ। ਅਫਗਾਨਿਸਤਾਨ ਦੀਆਂ ਜਿੰਨੀਆਂ ਗੱਲਾਂ ਮਰਜ਼ੀ ਸੁਣੀਏ ਤਾਂ ਉਨੀਆਂ ਘੱਟ ਹੁੰਦੀਆਂ ਨੇ। ਸੋ ਆਪਾਂ ਇਹ ਸੁਲਤਾਨਪੁਰ ਹੋ ਗਿਆ, ਜਿੱਥੇ ਆਪਾਂ ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ ਉੱਥੇ ਪਾਣੀ ਦਾ ਫੁਆਰਾ ਵੀ ਉੱਥੇ ਕੱਢਿਆ ਸੀਗਾ। ਸੋ ਤੇ ਉਹਨਾਂ ਮੁਸਲਮਾਨ ਵੀਰ ਵੀ ਖੁਸ਼ ਹੋਏ ਸਨ, ਉਸਨੂੰ ਪਾਣੀ ਨੂੰ ਦੀ ਜਿਹੜੀ ਕਿੱਲਤ ਹੋ ਰਹੀ ਸੀ ਉਸ ਸ਼ਹਿਰ ਦੇ ਵਿੱਚ, ਉਹਨੂੰ ਹਮੇਸ਼ਾ ਲਈ ਖਤਮ ਕੀਤਾ। ਅੱਜ ਤੱਕ ਉਹ ਪਾਣੀ ਦਾ ਫੁਆਰਾ ਉੱਥੇ ਫੁੱਟ ਰਿਹਾ, ਉੱਥੇ ਸੀਤਲ ਜਲ, ਠੰਡਾ ਜਲ ਉੱਥੇ ਮਿਲਦਾ ਰਿਹਾ। ਲੋਕ ਅੱਜ ਵੀ ਗੁਰੂ ਨਾਨਕ ਦੀ ਬਖਸ਼ਿਸ਼ਾਂ ਦਾ ਆਨੰਦ ਮਾਣਦੇ ਪਏ ਨੇ। ਸੋ ਮੈਂ ਭਾਈ ਸਾਹਿਬ ਜੀ ਨਾਲ ਗੱਲ ਕਰਾਂਗੀ ਕਿ ਗਜ਼ਨੀ ਦੇ ਵਿੱਚ ਜਿਹੜੇ ਇਤਿਹਾਸਿਕ ਗੁਰਦੁਆਰੇ ਨੇ ਉਹਨਾਂ ਦੇ ਬਾਰੇ ਥੋੜਾ ਇੱਕ ਮਿੰਟ ਲਈ ਉਹਨਾਂ ਦਾ ਉੱਪਰ ਚਾਨਣਾ ਪਾਓ ਜੀ। ਦੇਖੋ, ਜੇ ਇਤਿਹਾਸਕ ਗੁਰਦੁਆਰੇ ਦੀ ਗੱਲ ਕਰੀਏ, ਅਫਗਾਨਿਸਤਾਨ ਦੇ ਬਹੁਤ ਸਾਰੇ ਇਤਿਹਾਸਕ ਗੁਰਦੁਆਰੇ ਨੇ, ਜਿਸ ਤਰ੍ਹਾਂ ਚਮਕਨੀ ਦੇ ਵਿਚਕਾਰ ਵੀ ਗੁਰਦੁਆਰਾ ਹੈ। ਹੋਸੀ ਲੋਕ ਉੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਬੜੀ ਸ਼ਰਧਾ ਪੂਰਵਕ ਮਨਾਉਂਦੇ ਨੇ। ਤੁਸੀਂ ਗੁਰਦੁਆਰੇ ਗਜ਼ਨੀ ਦੀ ਗੱਲ ਕੀਤੀ ਨਾ, ਗਜ਼ਨੀ ਦੇ ਵਿਚਕਾਰ ਜਿਹੜਾ ਭਾਈ ਨੰਦ ਲਾਲ ਜੀ ਦਾ ਆਪਣਾ ਘਰ ਸੀਗਾ ਤੱਪੇ ਤੇ, ਮੈਂ ਵੀ ਉੱਥੇ ਰਿਹਾ ਰਾਤ, ਇੱਕ ਰਾਤ ਉੱਥੇ ਕੱਢ ਕੇ ਵੀ ਆਇਆ। ਸੋ ਉਹ ਘਰ ਨੂੰ ਗੁਰਦੁਆਰਾ ਬਣਾਇਆ ਸੀ, ਜਿੱਥੇ ਕਿ ਤਕਰੀਬਨ 20-25 ਸਾਲ ਪਹਿਲੇ ਜਦੋਂ ਤਲੋਂ ਪੁੱਟਿਆ ਵੀ ਸੀ, ਉੱਥੇ ਭਾਈ ਨੰਦ ਲਾਲ ਜੀ ਦੇ ਬਹੁਤ ਸਾਰੇ ਕੁਛ ਬਰਤਨ ਕਹਿ ਦਈਏ ਨਿਕਲੇ ਸਨ, ਜੋ ਹੁਣ ਤੱਕ ਸ਼ਾਇਦ ਮੌਜੂਦ ਹੋਣ। 200-250 ਸਾਲ ਪੁਰਾਣੇ ਦੇ ਉੱਤੇ ਪਏ ਨੇ। ਤੇ ਤੱਪੇ ਸਰਦਾਰ ਤੱਪੇ ਦੇ ਉੱਤੇ ਇੱਕ ਤੱਪਾ ਜਿਹੜਾ ਥੋੜੀ ਜਿਹੀ ਪਹਾੜੀ, ਉਹਦੇ ਉੱਤੇ ਘਰ ਸੀਗਾ, ਤੇ ਥੱਲੇ ਜਦੋਂ ਉਹਨਾਂ ਨੇ ਪੁੱਟਿਆ ਤੇ ਥੱਲੋਂ ਨਿਕਲ ਆਇਆ ਸੀ। ਉਸ ਜਗ੍ਹਾ ਤੇ ਇੱਕ ਜਗ੍ਹਾ ਵੀ ਉਸਨੂੰ ਸ਼ਹੀਦਾਂ ਵੀ ਕਹਿੰਦੇ ਸਨ, ਕਿ ਹੋ ਸਕਦਾ ਕੋਈ ਸਮੇਂ ਉੱਥੇ ਵੀ ਸਿੰਘ ਸ਼ਹੀਦ ਹੋਏ ਹੋਣ, ਉੱਥੇ ਸ਼ਹੀਦਾਂ ਦੀ ਜਗ੍ਹਾ ਕਹਿੰਦੇ ਹੁੰਦੇ ਸਨ। ਪਰ ਕਿਉਂਕਿ ਸਾਡੇ ਭਾਈ ਨੰਦ ਲਾਲ ਜੀ ਦੇ ਲਿਖਾਰੀ ਤੋਂ ਬਾਅਦ ਉੱਥੇ ਕੋਈ ਲਿਖਾਰੀ ਖਾਸ ਹੈ ਨਹੀਂ ਸੀ ਕਿ ਇਹ ਸਾਰੀ ਚੀਜ਼ਾਂ ਕਲਮ ਬੰਦ ਕਰਦੇ, ਜਾਂ ਕੀਤੀ ਵੀ ਹੋਵੇ ਪ੍ਰਿੰਟ ਹੁੰਦੇ ਨਹੀਂ ਸਨ, ਤੇ ਇਹ ਸਾਰੀਆਂ ਗੱਲਾਂ ਰਹਿ ਹੀ ਗਈਆਂ। ਇੱਕ ਹੋਰ ਗੁਰਦੁਆਰਾ ਕੋਟਲਾ ਸਾਹਿਬ ਜੀ, ਕੋਟਲਾ ਸਾਹਿਬ, ਜਿੱਥੇ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਹੋਏ ਸਨ। ਕਿਸੇ ਦੀ ਰੱਖਿਆ ਕੀਤੀ ਸੀ ਜ਼ਨਾਨੀ, ਕੋਈ ਲੇਡੀ ਸੀ, ਜੋ ਉਹਨਾਂ ਨੇ ਪ੍ਰਣ ਕੀਤਾ ਸੀ ਕਿ ਅਸੀਂ ਇੰਡੀਆ ਜਾਣਾ ਹੈ, ਪਰ ਉਹ ਜਿਹਨੇ ਲੈ ਜਾਣਾ ਸੀ ਤੇ ਗਜ਼ਨੀ ਤੋਂ ਤਕਰੀਬਨ 5-7 ਕਿਲੋਮੀਟਰ ਦੂਰ ਹੈ। ਤੇ ਉਹ ਇਤਿਹਾਸ ਉਹਦਾ ਅਲੱਗ ਹੈ, ਜੇ ਬੋਲੀ ਤਾਂ ਅੱਧਾ ਘੰਟਾ ਲੱਗ ਜਾਏਗਾ। ਪਰ ਉਹ ਇਤਿਹਾਸਕ ਜਗ੍ਹਾ ਕੋਟਲਾ ਸਾਹਿਬ, ਜਿਸ ਨੂੰ ਗੁਰਦੁਆਰਾ ਨਵਾਂ ਬਣਾਇਆ ਗਿਆ, ਤੇ ਅੱਜ ਉੱਥੇ ਹਰ ਐਤਵਾਰ ਨੂੰ ਉੱਥੇ ਜੋਤ ਵੀ ਜਗਦੀ ਹੈ, ਔਰ ਸੰਗਤ ਹੁਣ ਤੱਕ ਵੀ ਜਾਂਦੀ ਸੀ ਉੱਥੇ ਦਰਸ਼ਨਾਂ ਵਾਸਤੇ।
ਇੱਕ ਹੋਰ ਗੁਰਦੁਆਰਾ ਜੋ ਭਾਈ ਨੰਦ ਲਾਲ ਜੀ ਦਾ ਨਵੇਂ ਸ਼ਹਿਰ ਦੇ ਵਿਚਕਾਰ ਸੰਗਤਾਂ ਨੇ ਬਣਾਇਆ। ਇਹ 3-4 ਗੁਰਦੁਆਰੇ ਉੱਥੇ ਗਲਤੀ ਵਿੱਚ ਨੇ। ਸੋ ਬਿਲਕੁਲ ਜੀ, ਦੱਸਿਆ ਜਾਵੇ ਕਿ ਭਾਈ ਨੰਦ ਲਾਲ ਜੀ ਦੀ ਜਿਸ ਦਿਨ ਦੀ ਅਸੀਂ ਗੱਲ ਕੀਤੀ, ਉਹ ਗੁਰੂ ਕਲਗੀਧਰ ਪਾਤਸ਼ਾਹ ਦੇ 52 ਕਵੀਆਂ ਚੋਂ ਸਿਰਮੌਰ ਕਵੀ ਸਨ, ਜਿਨ੍ਹਾਂ ਦੀ ਬਾਣੀ ਨੂੰ ਹਰਿਮੰਦਰ ਸਾਹਿਬ ਵਿੱਚ ਵੀ ਗਾਇਨ ਕੀਤਾ ਜਾਂਦਾ, ਜਿਨ੍ਹਾਂ ਨੇ ਬਹੁਤ ਹੀ ਬੇਇੰਤਹਾ ਗਜ਼ਲਾਂ ਲਿਖੀਆਂ, ਉਹਨਾਂ ਦੀ ਇੱਕ ਗਜ਼ਲ ਜਿਹੜੀ ਕਿ ਹਰ ਇੱਕ ਗੁਰਸਿੱਖ ਦੇ ਮੂੰਹ ਤੇ ਹਮੇਸ਼ਾ ਹੀ ਹੁੰਦੀ ਹੈ, ਦੀਨ ਦੁਨੀਆ ਦਰ ਕਮੰਦੇ ਆਫਰੀ ਰੁਖਸਾਰੇ ਮਾਂ ਹਰ ਦੋ ਆਲਮ ਕੀਮਤੇ ਯਕਤਾਰ ਮੁਏ यारमा माँ नसे आरेम ताबे गमजाए मैं गानू यक निगाहे जावे फिजायत बस बवदर कारे माँ गा सुफी गा जाहिद गा कलंदर मैं शवद रंग आए मुख्तलिफ दारद बुते आयारमा। ਇਹ ਜਿਹੜੀਆਂ ਗਜ਼ਲਾਂ ਨੇ ਚਾਹੇ ਫਾਰਸੀ ਦੇ ਵਿੱਚ ਨੇ ਸਮਝ ਨਹੀਂ ਲੱਗ ਰਹੀਆਂ ਨੇ, ਪਰ ਜਦੋਂ ਪੜ੍ਹੋ ਇੰਝ ਲੱਗਦਾ ਹੈ ਕਿ ਆਪਣੀਆਂ ਹੀ ਨੇ, ਕੁਛ ਹੀ ਵਜ਼ਨ ਇਹਨਾਂ ਦੇ ਵਿੱਚ। ਜਿਹੜੀਆਂ ਪਹਿਲੀਆਂ 2 ਲਾਈਨਾਂ ਹੈ, ਕਹਿੰਦੇ ਜਦੋਂ ਕਲਗੀਧਰ ਦੇ ਦਰਸ਼ਨ ਕੀਤੇ ਸਨ ਕੇਸਾਂ ਦੇ ਮਾਤਾ ਗੁਜਰ ਕੌਰ ਜੀ ਨੇ ਤੇ ਭਾਈ ਨੰਦ ਲਾਲ ਜੀ ਨੇ, ਤਾਂ ਉਹਨਾਂ ਨੇ ਦਰਸ਼ਨ ਕਰਦਿਆਂ ਹੀ ਗਜ਼ਲ ਉਚਾਰੀ, ਦੀਨ ਦੁਨੀਆ ਦਰ ਕਮੰਦੇ ਆਫਰੀ ਰੁਖਸਾਰੇ ਮਾਂ, ਕਿ ਤੇਰੇ ਇੱਕ ਕੇਸ ਦੇ ਵਾਲ ਦੀ ਕੀਮਤ 2 ਕੁਲ ਜਹਾਨ ਵੀ ਨਹੀਂ ਚੁਕਾ ਸਕਦਾ, ਇੰਨੇ ਤੇਰੇ ਕੇਸਾਂ ਦੀ ਤੇ ਇਤਨੀ ਅਹਿਮੀਅਤ ਦਿੱਤੀ ਸੀ ਕੇਸਾਂ ਨੂੰ। ਸੋ ਤੇ ਅੱਜ ਜੇ ਆਪਾਂ ਆਪਣੇ ਅੰਦਰ ਝਾਤ ਮਾਰੇ ਕਿ ਆਪਾਂ ਕੇਸਾਂ ਦਾ ਕੀ ਕਰ ਰਹੇ ਹਾਂ, ਚਾਹੇ ਰੋਮ ਹੋਣ, ਪਰਵੱਟੇ ਹੋਣ, ਜੋ ਆਈਬਰੋਸ ਹੋਣ, ਆਪਾਂ ਕੇਸਾਂ ਨੂੰ ਕੀ ਕਰ ਰਹੇ ਹਾਂ, ਕੇਸ ਤਾਂ ਕੇਸ ਹੀ ਹੁੰਦੇ ਨੇ। ਸੋ ਗੁਰੂ ਕਲਗੀਧਰ ਪਾਤਸ਼ਾਹ ਦੇ ਇੱਕ ਨਾਮੀ ਕਵੀ ਜਿਹੜੇ ਕਿ ਗੁਰੂ ਪਾਤਸ਼ਾਹ ਨੂੰ ਪ੍ਰਵਾਨ ਵੀ ਹੋਏ ਨੇ, ਸਿਰਮੌਰ ਕਵੀ ਸਨ ਗੁਰੂ ਕਲ ਦੇ, ਤੇ ਕੋਟਲਾ ਸਾਹਿਬ ਵਿਖੇ ਵੀ ਗੁਰੂ ਕਲਗੀਧਰ ਪਾਤਸ਼ਾਹ ਨੇ ਦਰਸ਼ਨ ਦਿਦਾਰੇ ਦਿੱਤੇ, ਤੇ ਉੱਥੋਂ ਦੀ ਸੇਵਾ ਸੰਭਾਲ ਇੱਕ ਮੁਸਲਮਾਨ ਭਾਈ ਸੇਵਾ ਕਰਦਾ ਸੀ, ਤੇ ਉਸ ਨੂੰ ਉਹ ਕਹਿੰਦੇ ਨੇ ਕਿ ਮੁਸਲਮਾਨ ਭਾਈ ਨੂੰ ਉਸ ਕਲਗੀਧਰ ਪਾਤਸ਼ਾਹ ਨੇ ਇੱਕ ਦਿਨ ਦਰਸ਼ਨ ਦਿੱਤੇ, ਤੇ ਉਹ ਬੜਾ ਘਬਰਾਇਆ ਹੋਇਆ, ਡਰਦਾ ਮਾਰਾ ਦੌੜਦਾ ਜਦੋਂ ਗਿਆ, ਤੇ ਉਹਨਾਂ ਨੇ ਅੱਗੇ ਜਾ ਕੇ ਸੇਵਾਦਾਰਾਂ ਨੂੰ ਕਹਿ ਦਿੱਤਾ ਕਿ ਅੱਜ ਤੋਂ ਬਾਅਦ ਮੈਂ ਕੋਟਲਾ ਸਾਹਿਬ ਵਿਖੇ ਸੇਵਾ ਨਹੀਂ ਕਰਨੀ, ਉੱਥੇ ਮੈਂ ਇੰਝ ਦੇਖਿਆ। ਤੇ ਜਦੋਂ ਉਹਨਾਂ ਨੇ ਪੁੱਛਣਾ ਤੇ ਫਿਰ ਉਹਨਾਂ ਨੇ ਦੱਸਿਆ ਕਿ ਹਾਂ ਇਸ ਤਰ੍ਹਾਂ ਕੋਈ ਨੀਲੇ ਘੋੜੇ ਤੇ ਆਇਆ ਸੀ, ਚਮਕਦੀ ਜੋਤ ਸੀ, ਉਹਦਾ ਬੜਾ ਸੀ ਨੂਰਾਨੀ ਚਿਹਰਾ ਸੀ, ਲਾਲ ਗੁਲਾਲ ਉਹਦੇ ਚਿਹਰੇ ਤੇ ਛਾਇਆ ਹੋਇਆ ਸੀ, ਹਰ ਪਾਸੇ ਪ੍ਰਤਾਪ ਰੋਸ਼ਨੀ। ਤੇ ਫਿਰ ਜਦੋਂ ਉਹਨਾਂ ਨੇ ਦਿਖਾਇਆ ਤਾਂ ਉਹ ਕਹਿੰਦੇ ਹਾਂਜੀ ਹੈ ਇਸੇ, ਤਾਂ ਫਿਰ ਸਾਰਿਆਂ ਨੇ ਉੱਥੇ ਸਿਰ ਨਿਵਾ ਕੇ ਕੋਟਾਨ ਨਮਸਕਾਰ ਡੰਡੋਤ ਕੀਤੀ। ਉੱਥੇ ਗੁਰੂ ਕਲਗੀਧਰ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਇੱਕ ਮਾਈ ਦੀ ਇੱਜ਼ਤ ਦੀ ਪੱਤ ਰਾਖੀ ਕਲਗੀਆਂ ਵਾਲੇ ਨੇ। ਉਹ ਬੀਬੀ ਬਸੰਤ ਕੌਰ ਜਿਹੜੀ ਅਨੰਦਪੁਰ ਸਾਹਿਬ ਪਹੁੰਚੀ ਸੀ, ਉਹਨਾਂ ਦਾ ਇਤਿਹਾਸ ਉੱਥੇ ਹੈਗਾ। ਸੋ ਜਿਹੜਾ ਕਿ ਵਕਤ ਹੈਗਾ ਬੜੀ ਛੇਤੀ ਨਾਲ ਜਾਂਦਾ, ਤੇ ਜਿਹੜੇ ਗੁਰਦੁਆਰੇ ਕੋਟੇ ਸਾਹਿਬ ਜੀ ਦੀ ਸੇਵਾ ਸੰਭਾਲ ਕਈ ਗੁਰਸਿੱਖਾਂ ਨੇ ਉੱਥੇ ਜਿਹੜੇ ਸੰਭਾਲਦੇ ਸਨ ਅੰਤ ਸਮੇਂ ਤੱਕ। ਸਰਦਾਰ ਰਘਬੀਰ ਸਿੰਘ ਜੀ ਸਪੜਾ, ਸਰਦਾਰ ਅਰਜਨ ਸਿੰਘ ਜੀ ਜੁਨੇਜਾ ਸਰਗਵਾਸੀ ਜੋ ਇਸ ਸੰਸਾਰ ਵਿੱਚ ਨਹੀਂ ਨੇ, ਬੜੀ ਵੱਡੀਆਂ ਭਾਈ ਤੇਜ ਸਿੰਘ ਜੀ ਜੁਨੇਜਾ ਜਿਨ੍ਹਾਂ ਨੇ ਉੱਥੇ ਰਹਿੰਦੇ ਉਸ ਸ਼ਹਿਰ ਦੇ ਵਿੱਚ ਰਹਿੰਦੇ ਸਨ, ਉਹਨਾਂ ਨੇ ਉੱਥੇ ਸੇਵਾਵਾਂ ਨਿਭਾਈਆਂ ਸਨ। ਸੋ ਮੈਂ ਭਾਈ ਸਾਹਿਬ ਜੀ ਨੂੰ ਪੁੱਛਾਂਗੀ ਕਿ ਤੁਸੀਂ ਕੁਝ ਸਕੂਲ ਦੀ ਗੱਲ ਕਰ ਰਹੇ ਸੀ, ਕੰਧਾਰ ਦੇ ਸਕੂਲ ਦੀ ਗੱਲ ਕਰ ਰਹੇ ਸੀ, ਸੋ ਤੁਸੀਂ ਬਰੀਫਲੀ ਜੀ ਉਹਦੇ ਬਾਰੇ ਦੱਸਣਾ ਕਰੋ ਜੀ। ਜਿੱਥੇ ਤੁਸੀਂ ਭਾਈ ਨੰਦ ਲਾਲ ਯਾਦ ਕੀਤਾ, ਮੈਨੂੰ ਵੀ ਇੱਕ ਸ਼ੇਰ ਯਾਦ ਆ ਗਿਆ ਭਾਈ ਨੰਦ ਲਾਲ ਜੀ ਦਾ, ਜਿਨ੍ਹਾਂ ਨੇ ਸਕਾਲਪੁਰ ਦੀ ਸਿਫਤ ਵਿੱਚ ਕਿਹਾ। ਉਹਨੇ ਕਿਹਾ ਕਿ ਦਿਲ ਅਗਰ ਦਾਨਾ ਬੁਅਤ ਦਰ ਕਿਨਾਰਾ ਸ਼ਿਆਰਸ ਚਸ਼ਮ ਗਰ ਵੀ ਨਾ ਬੁਅਤ ਹਰ ਤਰਫ ਦੀਦਾਰਸ। ਜੇ ਤੁਹਾਡਾ ਦਿਲ ਦਾਨਾ ਹੋਵੇ ਤਾਂ ਤੁਹਾਡੇ ਆਸ-ਪਾਸ ਤੁਹਾਡਾ ਯਾਰ ਹੈ, ਉਹ ਅਕਾਲ ਪੁਰਖ ਹੈ। ਜੇ ਤੁਹਾਡੀ ਚਸ਼ਮ ਦੇਖ ਸਕਦੀ ਹੋਵੇ ਤਾਂ ਹਰ ਪਾਸੇ ਦੀਦਾਰ ਹੈ ਉਸਦਾ। ਇਹ ਭਾਈ ਨੰਦ ਲਾਲ ਦੀ ਇੱਕ ਸ਼ੇਰ ਹੈ ਜੋ ਹਮੇਸ਼ਾ ਕਈ ਵਾਰੀ ਮੈਂ ਸਟੇਜ ਤੇ ਹੀ ਬੋਲਦਾ ਹਾਂ ਨਾ। ਤੇ ਤੁਸੀਂ ਜਿਹੜੇ ਸਕੂਲਾਂ ਬਾਰੇ ਗੱਲ ਕੀਤੀ, ਨਾਲ ਜਿੱਥੇ ਕੋਟਲਾ ਸਾਹਿਬ ਦੀ ਗੱਲ ਹੋਈ, ਉੱਥੇ ਗੁਰਦੁਆਰਾ ਕੋਠਾ ਸਾਹਿਬ ਹੈ। ਇੱਕ ਕੋਟਲਾ ਸਾਹਿਬ ਹੈ ਗਜ਼ਨੀ ਵਿੱਚ, ਇੱਕ ਕੋਠਾ ਸਾਹਿਬ ਹੈ ਅਖਸਰਾਏ ਦੇ ਵਿਚਕਾਰ, ਜਿੱਥੇ ਉੱਥੇ ਵੀ ਸਾਡੇ ਛਰਾਕਾਰੀ ਭਾਈਆਂ ਨੇ ਅਤੇ ਹੋਰ ਜਿਹੜੇ ਕਾਬਲ ਦੇ ਸਿੰਘ ਸਨ, ਉਹਨਾਂ ਨੇ ਉਹ ਗੁਰਦੁਆਰੇ ਦੀ ਦੇਖਭਾਲ ਕਰਕੇ ਦੁਬਾਰਾ ਨਵੀਂ ਤਾਮੀਰ ਕੀਤੀ ਸੀ। ਗੁਰਦੁਆਰਾ ਕੋਠਾ ਸਾਹਿਬ ਵਿੱਚ ਭਾਈ ਸ਼ਰਧਾ ਜੀ ਸਨ, ਜਿਹਨਾਂ ਉਹ ਇੱਕ ਇਤਿਹਾਸ ਹੈ ਕਿ ਭਾਈ ਸ਼ਰਧਾ ਸੀ ਉਹਨਾਂ ਨੇ ਇਹ ਧਾਰਿਆ ਸੀ ਕਿ ਅਸੀਂ ਅਨੰਦਪੁਰ ਸਾਹਿਬ ਜਾ ਕੇ ਅੰਮ੍ਰਿਤ ਛਕਾਂਗੇ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਾਂਗੇ। ਲੇਕਿਨ ਉਹ ਆਰਥਿਕ ਤੌਰ ਤੇ ਕਮਜ਼ੋਰ ਸਨ, ਜਾ ਨਹੀਂ ਪਾਏ। ਤੇ ਜਦੋਂ ਉਹਨਾਂ ਨੂੰ ਖਬਰ ਮਿਲੀ ਕਿ ਹੁਣ ਤੱਕ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾ ਗਏ ਨੇ, ਉਹਨੇ ਫਿਰ ਬੜਾ ਉਹਨਾਂ ਨੂੰ ਦੁੱਖ ਲੱਗਾ। ਉਹਨਾਂ ਨੇ ਪਹਾੜੀ ਤੇ ਚੜ੍ਹ ਕੇ ਤੇ ਇੱਕ ਚਿੱਖਾ ਤਿਆਰ ਕੀਤੀ, ਤੇ ਉਹ ਚਿੱਖਾ ਦੇ ਵਿਚਕਾਰ ਕੇ ਮੈਂ ਹੁਣ ਗੁਰੂ ਦੇ ਦਰਸ਼ਨ ਨਹੀਂ ਹੋ ਸਕੇ ਤੇ ਮੈਂ ਆਪਣੀ ਜਾਨ ਗੁਰੂ ਦੇ ਲੇਖੇ ਲਾਣਾ। ਤਾਂ ਜਦੋਂ ਇਹ ਚਿੱਖਾ ਤਿਆਰ ਕੀਤੀ ਤਾਂ ਗੁਰੂ ਗੋਬਿੰਦ ਸਿੰਘ ਜੀ ਘੋੜੇ ਦੇ ਉੱਤੇ ਉਸ ਟਾਈਮ ਦੇ ਉੱਤੇ ਉਸ ਜਗ੍ਹਾ ਤੇ ਪਹੁੰਚੇ ਨੇ, ਔਰ ਉਸ ਜਗ੍ਹਾ ਦੇ ਉੱਤੇ ਹੁਣ ਵੀ ਇੱਕ ਵੱਡਾ ਸਾਰਾ ਪੱਥਰ ਹੈ ਜਿੱਥੇ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਘੋੜੇ ਦਾ ਸਮ ਉੱਥੇ ਮੌਜੂਦ ਹੈ। ਔਰ ਗੁਰੂ ਜੀ ਨੇ ਉਸ ਨੂੰ ਦਰਸ਼ਨ ਦਿੱਤੇ, ਕਹਿੰਦਾ ਗੁਰੂ ਜੀ ਤੁਹਾਡੇ ਮਨ 'ਚ ਹੈ, ਤੁਹਾਡੇ ਕੋਲ ਹੈ, ਤੁਸੀਂ ਕਿਉਂ ਚਿੱਖਾ, ਤੇ ਜਾਓ ਤੁਸੀਂ ਗੁਰਦੁਆਰਾ ਬਣਾਓ, ਸੰਗਤਾਂ ਦੀ ਸੇਵਾ ਕਰੋ, ਹਮੇਸ਼ਾ ਤੁਹਾਨੂੰ
ਗੁਰੂ ਦੇ ਦਰਸ਼ਨ ਹੁੰਦੇ ਨੇ, ਤੇ ਗੁਰੂ ਗੋਬਿੰਦ ਸਿੰਘ ਜੀ ਦੇ ਉਸ ਸਮੇਂ ਉਹਨਾਂ ਨੂੰ ਦਰਸ਼ਨ ਹੋਏ। ਉਹ ਸਥਾਨ ਵੀ ਉੱਥੇ ਮੌਜੂਦ ਹੈ, ਜਿਸ ਨੂੰ ਗੁਰਦੁਆਰਾ ਕੋਠਾ ਸਾਹਿਬ ਕਹਿੰਦੇ ਆ। ਫਿਰ ਉਸ ਤੋਂ ਬਾਅਦ ਇਹਦਾ ਇਤਿਹਾਸ ਹੀ ਬੜਾ ਜੁੜਿਆ ਹੋਇਆ ਹੈ। ਜੇ ਕਦੀ ਸਮਾਂ ਮਿਲਿਆ ਕਿ ਉੱਥੇ ਤੇ ਅਗਲੇ ਆਉਣ ਵਾਲੇ ਦਿਨਾਂ ਵਿੱਚ ਜ਼ਰੂਰ ਡਿਸਕਸ ਕਰਾਂਗੇ, ਤੇ ਕਿਉਂਕਿ ਉੱਥੇ ਕਿਸ ਤਰ੍ਹਾਂ ਰਾਜ ਮਿਲਿਆ ਬੱਚੇ ਸਿਖਾਉਣ ਨੂੰ, ਕੀ ਹੋਇਆ, ਮੁਸਲਮਾਨਾਂ ਨੂੰ ਕਿਸ ਤਰ੍ਹਾਂ ਗੁਰੂ ਸਾਹਿਬ ਦੇ ਦਰਸ਼ਨ ਹੋਏ, ਇਹ ਫਿਰ ਬਾਅਦ ਵਿੱਚ ਕਦੀ ਸਮਾਂ ਮਿਲਿਆ ਤੁਹਾਨੂੰ ਦੱਸਾਂਗਾ। ਲੇਕਿਨ ਜਿਹੜੇ ਸਕੂਲ ਦੀ ਗੱਲ ਕਰ ਰਹੇ ਹੋ, ਸਭ ਤੋਂ ਜਿਹੜਾ ਕੰਧਾਰ ਦੇ ਵਿਚਕਾਰ ਸਕੂਲ ਹੈ, ਉੱਥੋਂ ਦੇ ਸਾਡੇ ਕੰਧਾਰੀ ਭਰਾਵਾਂ ਨੇ ਇੱਕ ਸਕੂਲ ਖੋਲਿਆ ਸੀ, ਜਿਹੜਾ ਕਿ ਬੜੇ ਅੱਛਾ, ਔਰ ਉੱਥੋਂ ਦੇ ਜਿਹੜੇ ਕੰਧਾਰੀ ਸਨ ਉਹਨਾਂ ਦੀ ਪੜ੍ਹਾਈ ਇੰਨੀ ਹੋ ਗਈ ਕਿ ਉਹਨਾਂ ਨੂੰ ਕਈ ਵਾਰੀ ਗੌਰਮੈਂਟ ਵੀ ਬਾਹਰਲੇ ਦੇਸ਼ਾਂ ਵਿੱਚ ਵਾਸਤੇ ਭੇਜਦੇ ਸਨ, ਜੋ ਅੱਜ ਤੱਕ ਵੀ ਪਿੱਛੇ ਸ਼ਾਮ ਭਟੀਜਾ ਜੀ ਐਜ਼ ਐਂਬੈਸਡਰ ਕੈਨੇਡਾ ਦੇ ਵਿੱਚ ਕਰ ਰਹੇ ਨੇ। ਤੇ ਕਾਬਲ ਦੇ ਵਿਚਕਾਰ ਵੀ ਜਿਹੜਾ ਸਾਡੇ ਭਾਈਚਾਰਾ ਸੀ, ਇਹਨਾਂ ਨੇ ਤਕਰੀਬਨ 1963-64 ਦੇ ਵਿਚਕਾਰ ਜਿਹੜੇ ਪੜ੍ਹੇ ਲਿਖੇ ਡਾਕਟਰ ਇੰਜੀਨੀਅਰ ਸਨ, ਉਹ ਰਲ ਮਿਲ ਕੇ ਇੱਕ ਨੌਜਵਾਨ ਸਿੱਖ ਸਭਾ ਬਣਾਈ, ਜਿਸ ਦਾ ਮੈਂ ਭਾਵੇਂ ਛੋਟਾ ਸੀ ਪਰ ਮੈਨੂੰ ਵੀ ਉਹਨਾਂ ਨੇ ਮੈਂਬਰ ਬਣਾਇਆ। ਤੇ ਉਸ ਟਾਈਮ ਦੇ ਉੱਤੇ ਮੈਨੂੰ ਸ਼ੌਕ ਹੋਈ ਕਿ ਮੈਂ ਆਪਣੇ ਸਮਾਜ ਵਾਸਤੇ ਜੋ ਵੀ ਕਰ ਸਕਦਾ। ਉਹਨਾਂ ਨਾਲ ਰਲ ਮਿਲ ਕੇ ਤਕਰੀਬਨ ਜੋ ਖਾਲਸਾ ਸਕੂਲ ਬਣਿਆ, ਤਕਰੀਬਨ 400-450 ਬੱਚਾ ਘਰਾਂ ਚੋਂ ਕੱਢ ਕੇ ਤੇ ਉਹ ਸਕੂਲਾਂ ਵਿੱਚ ਘਰ ਪੜ੍ਹਾਉਂਦੇ, ਤੇ 6ਵੀਂ ਤੱਕ ਜਦੋਂ ਪੜ੍ਹਦੇ ਸੀ ਨਾਲ ਮਕਤਬਾ ਵਿੱਚ ਦਾਖਲ ਕਰਵਾਉਂਦੇ ਸਨ। ਔਰ ਉਸ ਸਕੂਲ ਦੀ ਉਸ ਟਾਈਮ ਤੇ ਖਾਲਸਾ ਸਕੂਲ ਦੀ ਅਫਗਾਨਿਸਤਾਨ ਦੀ ਸੰਗਤਾਂ ਵਾਸਤੇ ਇੱਕ ਬਹੁਤ ਵੱਡੀ ਦੇਣ ਹੈ, ਜੋ ਅੱਜ ਵੀ ਜਿੰਨੇ ਵੱਡੇ ਵੱਡੇ ਜੋਗਿੰਦਰ ਸਿੰਘ ਪ੍ਰੇਮੀ ਨੂੰ ਜਾਣਦੇ, ਸ਼ਾਇਦ ਕਈ ਹੋਰ ਨੇ, ਉਹ ਸਾਰੇ ਉਸੇ ਸਕੂਲ ਚੋਂ ਵਡਾਂਸ ਜੀ ਜਿਹੜੇ ਨੇ ਉੱਥੇ ਹੀ ਕੀਰਤਨ ਸਿੱਖ ਕੇ, ਕੁਲਰਾਜ ਸਿੰਘ ਜੀ ਜਿਹੜੇ ਉੱਥੇ ਹੀ ਕੀਰਤਨ ਸਿੱਖੇ ਨੇ, ਅਹਿਮਦ ਸਿੰਘ ਜੀ ਤੁਹਾਡੇ ਸ਼ਾਇਦ ਰਿਸ਼ਤੇਦਾਰ ਵੀ ਹੋਣ, ਉਹਨਾਂ ਦੇ ਇਕਬਾਲ ਸਿੰਘ ਦੇ ਪੜਵਈਆ ਨੇ, ਉਹ ਵੀ ਉੱਥੇ ਹੀ ਜਿਹੜਾ ਕੀਰਤਨ ਸਿੱਖ ਕੇ ਤੇ ਫਿਰ ਸੰਗਤਾਂ ਦੇ ਵਾਸਤੇ ਸੇਵਾ ਵਿੱਚ ਨਿਤਰੇ ਨੇ। ਨਾਲ ਹੀ ਖਾਲਸਾ ਸਕੂਲ ਦੇ ਨਾਲ ਭਾਈ ਸਰਬਜੀਤ ਸਿੰਘ ਰੰਗੀਲਾ ਜਿਹਨਾਂ ਨੂੰ ਦੁਨੀਆ ਜਾਣਦੀ ਹੈ, ਉਹ ਵੀ ਗਜ਼ਨੀ ਦੇ ਵਸਨੀਕ ਨੇ, ਉਹ ਵੀ ਉੱਥੋਂ ਕੀਰਤਨ ਸਿੱਖੇ ਹੋਣਗੇ, ਬੜਾ ਵਧੀਆ ਕੀਰਤਨ ਕਰਦੇ ਨੇ। ਸੋ ਸਮਾਂ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ, ਤੁਸੀਂ ਆਪਣੀ ਗੱਲ ਇੱਕ ਅੱਧੇ ਮਿੰਟ 'ਚ ਸਮਾਪਤੀ ਕਰ ਲਓ। ਫਿਰ ਨਾਲ ਗੁਰੂ ਨਾਨਕ ਧਾਰਮਿਕ ਸਕੂਲ ਜਿਹੜਾ ਕਰਤੇ ਪਰਵਾਨ ਸਿੰਘ ਸਾਹਿਬ ਕਰਤੇ ਪਰਵਾਨ ਦੇ ਗੁਰਦੁਆਰੇ ਦੇ ਪਿੱਛੇ, ਉਹ ਬਹੁਤ ਵਧੀਆ, ਇੰਨਾ ਵਧੀਆ ਸਕੂਲ ਬਣਿਆ ਕਿ ਜੋ ਮਕਤਬਾ ਨਾਲੋਂ ਵੀ ਅੱਛਾ, ਤੇ ਉੱਥੇ ਵੀ ਪੜ੍ਹਾਈ ਬੜੀ ਵਧੀਆ ਹੁੰਦੀ ਸੀ। ਸੋ ਤਕਰੀਬਨ ਅਫਗਾਨਿਸਤਾਨ ਵਿੱਚ ਉਸ ਤੋਂ ਪਹਿਲੇ ਗੁਰੂ ਨਾਨਕ ਧਾਰਮਿਕ ਸਕੂਲ ਤਕਰੀਬਨ ਇੱਥੇ ਗੁਰਦੁਆਰਾ ਬਾਬਾ ਗੰਜ ਬਖਸ਼ੀਆਂ ਵਿੱਚ, ਜਿੱਥੇ ਬਾਬਾ ਸਰਨ ਸਿੰਘ ਬੇਦੀ ਨੇ ਉੱਥੇ ਸਕੂਲ ਸ਼ੁਰੂ ਕੀਤਾ ਸੀ। ਔਰ ਇਹ ਸਕੂਲ 70 ਸਾਲ ਪੁਰਾਣਾ ਹੈ, ਜਿੱਥੇ ਕਿ ਮਾਡਰਨ ਸਕੂਲ ਕਹਿ ਸਕਦੇ ਹਾਂ, ਚੌਕੀ ਮੇਜ਼ ਰੱਖ ਕੇ ਤੇ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਸੀ। ਔਰ ਬੱਚਿਆਂ ਨੂੰ ਦੇਸ਼ ਸੇਵਾ ਬਰਮੂ ਐਸ਼ ਕਰਵਨ ਤੇ ਕਬੂ ਨਾ ਡਰੂ, ਇਹ ਵੀ ਪਰੇਡ ਵਿੱਚ ਕੀਤਾ ਜਾਂਦਾ ਸੀ। ਤੇ ਉਹ ਸਕੂਲ ਦੇ ਉੱਤੇ ਜੇ ਗੱਲ ਕਰੀਏ, ਉਹ ਤੇ ਵੀ 1 ਘੰਟਾ ਲੱਗੇਗਾ, ਕਿਉਂਕਿ ਸਕੂਲ ਦੇ ਵਿੱਚੋਂ ਹੀ ਬੜਾ ਕੁਝ ਆਉਣ ਵਾਲੇ ਦਿਨਾਂ ਤੁਹਾਡੇ ਨਾਲ ਜ਼ਰੂਰ ਗੱਲਬਾਤ ਕਰਾਂਗੇ, ਕਿਉਂਕਿ ਹੁਣ ਸਮਾਂ ਬੜਾ ਹੀ ਸੀਮਤ ਹੈ ਤੇ ਬਹੁਤ ਜਲਦੀ ਸਮਾਂ ਜਾ ਰਿਹਾ ਹੈ। ਸੋ ਅਫਗਾਨਿਸਤਾਨ ਦੀ ਜਿੰਨਾ ਵੀ ਇਤਿਹਾਸ ਅਸੀਂ ਜਾਣੀਏ ਤੇ ਉਹਨੂੰ ਬੋਲੀਏ ਉਹਨਾਂ ਘੱਟ ਹੈਗਾ। ਸੋ ਬਸ ਕੀ ਕਰੀਏ ਕਿ ਸਮਾਂ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ। ਮੈਂ ਆਪਣੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਜ਼ਰੂਰ ਕਹਾਂਗੀ ਕਿ ਅਫਗਾਨਿਸਤਾਨ ਦੀ ਇੱਕ ਕਿਤਾਬ ਛਪੀ ਹੈ, ਉਹ ਵੀ ਤੁਹਾਨੂੰ ਮੈਂ ਆਪਣੀ ਵੀਡੀਓ ਦੇ ਵਿੱਚ ਉਹਨਾਂ ਦਾ ਦਿਖਾ ਦੇਵਾਂਗੀ ਕਿ ਜੋ ਇਹਨਾਂ ਨੇ ਲਿਖੀ ਹੈ, ਰਿਲੀਜ਼ ਕੀਤੀ ਹੈ। ਸੋ ਉਹ ਕਿਤਾਬ ਦੇ ਵਿੱਚ ਇਹਨਾਂ ਨੇ ਬਹੁਤ ਹੀ ਵਧੀਆ ਸ਼ਖਸੀਅਤਾਂ ਦੇ ਨਾਮ ਦਰਜ ਕੀਤੇ ਨੇ, ਉਹਨਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਇਹਨਾਂ ਨੇ ਕਿਤਾਬ ਲਿਖੀ ਹੈ। ਤੇ ਨਾਲ ਇੱਕ ਇਹ ਸੈਕਿੰਡ ਕਿਤਾਬ ਹੈਗੀ ਜਿਹੜੀ ਕਿ ਲਿਖੀ ਗਈ ਹੈ। ਪਹਿਲੀ ਕਿਤਾਬ ਸਰਦਾਰ ਖਜਿੰਦਰ ਸਿੰਘ ਜੀ ਖੁਰਾਣੇ ਉਹਨਾਂ ਨੇ ਲਿਖੀ ਸੀ, ਜੋ ਸਰਗਵਾਸ ਹੋ ਗਏ ਨੇ ਲਾਸਟ ਪਿਛਲੇ ਸਮਿਆਂ ਦੇ ਵਿੱਚ। ਉਹਨਾਂ ਨੂੰ ਵੀ ਸ਼ਰਧਾਂਜਲੀ ਭੇਟ ਇਹਨਾਂ ਨੇ ਕੀਤੀ ਹੈਗੀ। ਤੇ ਇਹਨਾਂ ਦੀ ਕਿਤਾਬ ਅਫਗਾਨਿਸਤਾਨ, ਅਫਗਾਨ ਸਿੱਖ ਅਤੇ ਅਫਗਾਨਿਸਤਾਨ ਦੇ ਵਿੱਚ ਬਹੁਤ ਕੁਝ ਲਿਖਿਆ। ਜੀ ਜਿਹਨਾਂ ਨੂੰ ਵੀ ਚਾਹੀਦੀ ਉਹ ਕਿਤਾਬ ਲੈ ਸਕਦੇ ਨੇ। ਪੰਜਾਬੀ ਵਿਰਾਸਤ USA ਨਾਲ ਵੀ ਕੰਟੈਕਟ ਕਰ ਸਕਦੇ ਹੋ, ਸਾਡੇ ਨਾਲ ਵੀ ਕੰਟੈਕਟ ਕਰ ਸਕਦੇ ਹੋ। ਤੁਹਾਨੂੰ ਇਹ ਕਿਤਾਬ ਮੁਹੱਈਆ ਕਰਵਾਈ ਜਾਏਗੀ। ਅਮਰੀਕਾ ਵਿੱਚ ਇਹ ਆਪ ਰਹਿੰਦੇ ਨੇ, ਇਹਨਾਂ ਤੋਂ ਤੁਸੀਂ ਲੈ ਸਕਦੇ ਹੋ। ਸੋ ਜ਼ਰੂਰ ਪ੍ਰੋਗਰਾਮ ਦੇਖਣਾ, ਕਮੈਂਟ ਕਰਨਾ, ਤੇ ਆਉਣ ਵਾਲੇ ਸਮੇਂ 'ਚ ਆਪਾਂ ਜ਼ਰੂਰ ਤੁਹਾਡੇ ਸਾਰਿਆਂ ਦੇ ਇੱਕ ਵਾਰੀ ਫੇਰ ਦਰਸ਼ਨ ਕਰਾਂਗੇ। ਮੈਂ ਸਰਦਾਰ ਹਰਚਰਨ ਸਿੰਘ ਜੀ ਤੋਂ ਮਾਫੀ ਮੰਗਦੀ ਹਾਂ, ਕਿਉਂਕਿ ਸਮਾਂ ਬਹੁਤ ਛੇਤੀ ਤੇ ਬਹੁਤ ਜਲਦੀ ਜਾ ਰਿਹਾ। ਸੋ ਮੈਂ ਅਖੀਰ ਤੇ ਸਾਰੀ ਸੰਗਤਾਂ ਨੂੰ ਇੱਕ ਅਪੀਲ ਕਰਾਂਗਾ ਕਿ ਜਿਹੜੇ ਅਫਗਾਨਿਸਤਾਨ ਦੇ ਜਿਹੜੇ ਇਤਿਹਾਸਕ ਗੁਰਦੁਆਰੇ ਬਚੇ ਹੋਏ ਨੇ, ਉਹਦੇ ਤੇ ਸਾਰੇ ਇੱਕ ਰਲ ਮਿਲ ਕੇ ਥੋੜਾ ਬਹੁਤ ਐਸਾ ਕਿਤੇ ਕਿ ਉਹ ਸਾਡੇ ਤੋਂ ਵਿਛੜ ਨਾ ਜਾਣ। ਉਹ ਜੋ ਵੀ ਉੱਥੇ ਰਹਿੰਦੇ ਨੇ 140 ਬੰਦਾ, ਉਹਨਾਂ ਨਾਲ ਇੱਕ ਮਦਦ ਕੀਤੀ ਜਾਵੇ ਤਾਂ ਕਿ ਉਹ ਗੁਰਦੁਆਰੇ ਦੀ ਦੇਖ ਸੰਭਾਲ ਜੋ ਹੈ ਉਹ ਕਰ ਸਕਣ। ਔਰ ਆਪ ਸਭ ਦਾ ਧੰਨਵਾਦ ਦੁਬਾਰਾ, ਖਾਲਸਾ ਵਿਰਾਸਤ ਦਾ ਜੋ ਪੰਜਾਬੀ ਵਿਰਾਸਤ ਹੈ, ਇਹਦਾ ਸਭ ਦਾ ਧੰਨਵਾਦ ਕਰਦਾ। ਆਪ ਭੈਣ ਜੀ ਦਾ ਬਹੁਤ ਬਹੁਤ ਧੰਨਵਾਦ। ਚਰਨਜੀਤ ਕੌਰ ਜੀ ਬਹੁਤ ਧੰਨਵਾਦ ਆਪ ਜੀ ਦਾ, ਜੋ ਆਪਨੇ ਇੰਟਰਵਿਊ ਲਿੱਤਾ। ਥੈਂਕ ਯੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
ਤੁਹਾਡਾ ਸਰਦਾਰ ਹਰਚਰਨ ਸਿੰਘ ਨੇ ਪੰਜਾਬੀ ਵਿਰਾਸਤ ਵੱਲ ਆਪ ਜੀ ਦਾ ਫਿਰ ਨਿੱਘਾ ਸਵਾਗਤ ਦਿਲ ਦੀਆਂ ਗਹਿਰਾਈਆਂ ਤੋਂ ਕੀਤਾ ਜਾਂਦਾ ਹੈ। ਧੰਨਵਾਦ ਜੀ, ਆਪਨੇ ਕੀਮਤੀ ਸਮਾਂ ਆਪਣਾ ਬਖਸ਼ਿਸ਼ ਕੀਤਾ। ਤਾਂ ਮੈਂ ਆਪਣੇ ਸਰੋਤਿਆਂ ਨੂੰ ਜ਼ਰੂਰ ਕਹਾਂਗੀ, ਜ਼ਰੂਰ ਕਿਤਾਬ ਪੜ੍ਹਨੀ, ਲੈਣੀ, ਬਹੁਤ ਹੀ ਗਿਆਨ ਹਾਸਲ ਹੁੰਦਾ। ਤੇ ਜਿੱਥੇ ਜਿੱਥੋਂ ਵੀ ਆਪਾਂ ਸਾਡੇ ਗੁਰਸਿੱਖ ਨਿਕਲ ਕੇ ਆਏ ਨੇ, ਆਪਾਂ ਉਹਨਾਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਵੀ ਕਰਨੀ। ਯੂਨੈਸਕੋ ਜਾਂ ਸਿੱਖ ਆਪਣੇ ਜਿੰਨੇ ਹੈਰੀਟੇਜਸ ਨੇ ਉਹਨਾਂ ਨੂੰ ਵੀ ਆਪਾਂ ਬਚਾਉਣਾ, ਕਿਉਂਕਿ ਇੱਕ ਸਮਾਂ ਆਏਗਾ ਸਾਡੇ ਸਿੱਖ ਵਾਪਸ ਸ਼ਹਿਰਾਂ ਦੇ ਵਿੱਚ ਪਰਤਣਗੇ ਤੇ ਫਿਰ ਇਹੋ ਜਿਹੀਆਂ ਕਿਤਾਬਾਂ ਦੇ ਸਹਿਯੋਗ ਦੇ ਨਾਲ ਸਾਨੂੰ ਆਪਣੀ ਹਿਸਟਰੀ ਦੇ ਬਾਰੇ ਪਤਾ ਲੱਗੇਗਾ। ਸੋ ਪ੍ਰੋਗਰਾਮ ਦੇਖਦੇ ਰਹਿਣਾ, ਪ੍ਰੋਗਰਾਮ ਕਰਦੀਆਂ, ਗੁਰਬਾਣੀ ਪੜ੍ਹਦੀਆਂ, ਸੁਣਦੀਆਂ, ਕੁਝ ਗੱਲ ਕਰਦੀਆਂ, ਉੱਚ ਨੀਚ ਵੱਧ ਘੱਟ ਬੋਲਿਆ ਗਿਆ ਹੋਵੇ, ਆਪ ਬਖਸ਼ਣਯੋਗ ਬਖਸ਼ ਦੇਣਾ। ਆਪਣੇ ਕਮੈਂਟ ਜ਼ਰੂਰ ਦੇਣੀ। ਅਸੀਂ ਇਸ ਵਕਤ ਜੋ ਆਪਣੇ ਕਮੈਂਟ ਦੇ ਕੇ ਕਿਤੇ ਗਲਤ ਹੋਈਆਂ ਜ਼ਰੂਰ ਦੱਸਿਆ ਕਰੋ। ਅਸੀਂ ਅੱਗੋਂ ਤੋਂ ਆਪਣੀ ਖਾਮੀਆਂ ਨੂੰ ਠੀਕ ਕਰਨ ਦਾ ਯਤਨ ਕਰਾਂਗੇ। ਸੋ ਤੁਹਾਡਾ ਆਪਣਾ ਪੰਜਾਬੀ ਵਿਰਾਸਤ USA ਚੈਨਲ, ਇਹਨੂੰ ਆਪਣਾ ਸਹਿਯੋਗ ਜ਼ਰੂਰ ਦੇਣਾ। ਤੁਹਾਡੇ ਬੱਚਿਆਂ ਵਰਗੇ ਇਹਨੂੰ ਆਪਣਾ ਹੱਥ ਸਾਥ ਦੇ ਜ਼ਰੂਰ ਦੇਣਾ ਜੀ, ਕਿ ਇਹ ਵੀ ਵੱਡਾ ਹੋਵੇ ਤੇ ਪ੍ਰਫੁੱਲਤ ਹੋ ਜਾਵੇ ਤੇ ਆਪ ਸੰਗਤਾਂ ਦੀ ਸੇਵਾ 'ਚ ਹਮੇਸ਼ਾ ਜੁੜਿਆ ਰਹੇ। ਧੰਨਵਾਦ ਇੱਕ ਵਾਰ ਫਿਰ ਭਾਈ ਹਰਚਰਨ ਸਿੰਘ ਜੀ ਦਾ। ਆਓ ਜੀ ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।